ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आयां नूं प्रोग्राम सचो सच विच बहुत शुक्रिया जी डॉक्टर साहब। अज 13 फरवरी 2023 2 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਪਿਓਰ ਸਰ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਦਲਜੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਜ਼ਰੂਰ ਮਾਰੀਏ, ਆਪਣੇ ਵੱਲ ਦੇਖੀਏ ਕਿ ਕੌਮੀ ਹਾਲਾਤਾਂ ਨੂੰ ਸੁਧਾਰਨ ਲਈ ਅਸੀਂ ਖੁਦ ਕੀ ਯੋਗਦਾਨ ਪਾ ਰਹੇ ਹਾਂ। ਆਪਣੇ ਘਰ ਤੋਂ ਸ਼ੁਰੂ ਕਰੀਏ ਤੇ ਸਾਹਿਬ ਦੀ ਕਿਰਪਾ ਨਾਲ ਅਸੀਂ ਜ਼ਰੂਰ ਸਫਲ ਹੋਵਾਂਗੇ। ਡਾਕਟਰ ਅਮਰਜੀਤ ਸਿੰਘ ਅਤੇ ਟੀਵੀ 84 ਦੀ ਵਧੇਰੇ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਬੜੀ ਹੀ ਆਪਾਂ ਦੁਖੀ ਹਿਰਦੇ ਨਾਲ ਤੁਹਾਨੂੰ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਡੈਲਸ ਟੈਕਸਸ ਨਿਵਾਸੀ ਸਰਦਾਰ ਹਰਜੀਤ ਸਿੰਘ ਢੇਸੀ ਸਾਨੂੰ ਜਿਹੜੇ ਨੇ ਉਹ ਵਿਛੋੜਾ ਦੇ ਗਏ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਣ। ਸੋ ਅਸੀਂ ਜਿਹੜਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾਏਗਾ। ਸੋ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਇਸ ਇਸ਼ੂ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂਤਵੀ ਹਾਕਮ ਦੁਨੀਆ ਭਰ ਵਿੱਚ ਆਪਣੇ ਨਾਜ਼ੀ ਚਿਹਰੇ ਨੂੰ ਲੁਕਾਉਣ ਲਈ ਲੌਬਿੰਗ ਜਿਹੜੀ ਉਹ ਕਰ ਰਹੇ ਨੇ। ਔਰ ਇੱਕ ਇਨਵੈਸਟੀਗੇਸ਼ਨ ਰਿਪੋਰਟ ਅਨੁਸਾਰ ਭਾਰਤ ਦੀ ਵਾਸ਼ਿੰਗਟਨ ਡੀਸੀ ਵਿਚਲੀ ਅੰਬੈਸੀ ਨੇ 2019 ਤੋਂ ਇੱਕ ਜਾਲੀ ਨਾਂ ਥੱਲੇ ਲੌਬਿੰਗ ਫਰਮ ਬਣਾ ਕੇ $10 ਮਿਲੀਅਨ ਤੋਂ ਜ਼ਿਆਦਾ ਖਰਚ ਕੀਤਾ। ਔਰ ਵਿਊਅਰਸ ਯਾਦ ਰਹੇ ਕਿ 2019 ਵਿੱਚ ਭਾਰਤ ਨੇ ਜੰਮੂ ਕਸ਼ਮੀਰ ਦਾ ਜਿਹੜਾ ਆਰਟੀਕਲ 370 ਵਾਲਾ ਜਿਹੜਾ ਵਿਸ਼ੇਸ਼ ਰੁਤਬਾ ਜਿਹੜਾ ਉਹ ਵੀ ਖਤਮ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਨਿਊ ਜਰਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਹੜੇ ਵੀਰ ਭੈਣਾਂ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ 1990 ਚ ਜਦੋਂ ਅਸੀਂ ਇੱਕ ਐਕਟਿਵਿਸਟ ਦੇ ਤੌਰ ਤੇ ਪੰਥਕ ਐਕਟਿਵਿਸਟ ਦੇ ਤੌਰ ਤੇ ਸੇਵਾ ਸ਼ੁਰੂ ਕੀਤੀ ਤੇ ਜਿਹੜੇ ਅੱਡੀ ਗੱਡ ਕੇ ਮਜ਼ਬੂਤੀ ਦੇ ਨਾਲ ਖਲੋਤੇ ਉਹਨਾਂ ਨੇ ਨੈਗੇਟਿਵ ਪ੍ਰਚਾਰ ਕਰਨ ਵਾਲਿਆਂ ਦਾ ਮੂੰਹ ਵੀ ਭੰਨਿਆ ਔਰ ਖੁਦ ਸਟਰਗਲ ਕਰਕੇ ਆਪਣਾ ਕਾਰੋਬਾਰੀ ਸਿਸਟਮ ਔਰ ਪੰਥਕ ਤੌਰ ਦੇ ਉੱਤੇ ਵੀ ਆਪਣੀ ਕਮਿਟਮੈਂਟ ਜਾਰੀ ਰੱਖੀ। ਉਹਨਾਂ ਦੇ ਵਿੱਚ ਵੀਰ ਦਲਜੀਤ ਸਿੰਘ ਨੇ, ਉਹ ਸਾਡੇ ਬਹੁਤ ਹੀ ਹਮਦਰਦ ਪਿਆਰੇ ਦੋਸਤ ਨੇ, ਸਾਡੇ ਨਾਲ ਹਮੇਸ਼ਾ ਹੀ ਖਲੋਤੇ ਨੇ ਔਰ ਸਫਲ ਕਾਰੋਬਾਰੀ ਵੀ ਨੇ। ਸੋ ਜ਼ਾਹਰ ਹੈ ਕਿ ਉਹ ਸਾਨੂੰ ਲਿਬਰਲੀ ਹੈਲਪ ਕਰਦੇ ਨੇ। ਇਵੇਂ ਹੀ ਹੁੰਦਾ ਹੈ ਕਿ ਭਾਈ ਤੁਸੀਂ ਦੱਸੋ ਅਸੀਂ ਕੀ ਕਰ ਸਕਦੇ ਹਾਂ, ਕੋਈ ਦੂਸਰਾ ਸਵਾਲ ਨਹੀਂ ਹੁੰਦਾ। ਸੋ ਕਾਸ਼ ਇਸ ਕਿਸਮ ਦੇ ਗਿਣਤੀ ਦੇ ਵੀ ਬੰਦੇ ਇੱਕ ਸਟੇਟ ਦੇ ਵਿੱਚ ਹੋਣ ਤੇ ਸਾਨੂੰ ਰੋਜ਼ਾਨਾ ਇਹ ਕਹਿਣਾ ਨਾ ਪਿਆ ਕਰੇ। ਔਰ ਖਾਸ ਤੌਰ ਤੇ ਵੀਰ ਸੁਖਵਿੰਦਰ ਸਿੰਘ ਜਿਹੜੇ ਅਕਸਰ ਵਾਇਸ ਆਫ ਖਾਲਸਾ ਦੇ ਮਾਧਿਅਮ ਰਾਹੀਂ ਜਿਨ੍ਹਾਂ ਨੇ ਖੁਦ ਵੀ ਬਹੁਤ ਵੱਡੀ ਮੀਡੀਆ ਦੇ ਵਿੱਚ ਸੇਵਾ ਕੀਤੀ ਹੈ ਕਰਦੇ ਨੇ, ਉਹ ਹਮੇਸ਼ਾ ਇਹ ਕਹਿਣਗੇ ਕਿ ਡਾਕਟਰ ਸਾਹਿਬ ਮੈਨੂੰ ਬਹੁਤ ਮਹਿਸੂਸ ਹੁੰਦਾ ਹੈ ਜਦੋਂ ਭੈਣ ਨੀਲਮ ਕੌਰ ਉਹਨਾਂ ਨੂੰ ਇਹ ਕਹਿਣਾ ਪੈਂਦਾ ਵੀ ਇੰਨਾ ਵੱਡਾ ਕੰਮ ਤੁਸੀਂ ਕਰ ਰਹੇ ਹੋ, ਇਹ ਕਹਿਣ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ।
ਮੈਂ ਕਿਹਾ ਜੀ ਕੋਈ ਨਹੀਂ, ਕੋਈ ਆਪਣੇ ਲਈ ਉਧਾਰ ਮੰਗ ਕੇ ਨਾ ਮੋੜੇ ਤਾਂ ਵੱਖਰੀ ਗੱਲ ਹੈ। ਅਸੀਂ ਤਾਂ ਜੇ ਪੰਥ ਦੇ ਰਸਤੇ ਤੇ ਤੁਰੇ ਆ ਤੇ ਹੁਣ ਪੰਥ ਦੇ ਲਈ ਪੰਥ ਨਾਲ ਹੀ ਜਿਉਣਾ ਮਰਨਾ ਸਾਡਾ। ਸੋ ਪੰਥ ਦੇ ਨਾਂ ਤੇ ਮੰਗਣਾ ਕੋਈ ਜਿਹੜੀ ਹੈ ਉਹ ਸ਼ਰਮ ਤਾਂ ਨਹੀਂ ਹੈ, ਲੇਕਿਨ ਇਹ ਜ਼ਰੂਰ ਜਿਹੜਾ ਹੋਰ ਵੀ ਕਈ ਵਾਰ ਜਿਹੜੇ ਸੈਂਸਿਟਿਵ ਨੇ ਗੁਰਸਿੱਖ ਉਹ ਸਮਝਦੇ ਨੇ ਕਿ TV 84 ਇੱਕ ਐਸਾ ਅਦਾਰਾ ਹੈ ਜਿਹਨੇ 10 ਸਾਲ ਤੋਂ ਇੱਕ ਕੌਮੀ ਨੈਰੇਟਿਵ, ਪੰਥਕ ਨੈਰੇਟਿਵ ਸਿਰਜਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ ਤੇ ਉਸ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਔਰ ਐਟਲੀਸਟ ਆਪਣੇ ਤੌਰ ਤੇ ਹੀ ਹਰ ਇੱਕ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਪਰ ਚਲੋ ਜਦੋਂ ਤੱਕ ਆਪਣੇ ਤੌਰ ਤੇ ਜ਼ਿੰਮੇਵਾਰੀ ਵਾਲੇ ਨਹੀਂ ਆਉਂਦੇ, ਅਸੀਂ ਤਾਂ ਜਿਹੜਾ ਹੈ ਦੇ ਅੱਲਾ ਕੇ ਨਾਮ ਤੁਝ ਕੋ ਅੱਲਾ ਰੱਖੇ ਹੈ ਨਾ, ਅਸੀਂ ਤਾਂ ਕਹੀ ਜਾਣਾ। ਅੱਜ ਉਦਾਸੀ ਵੀ ਹੈ ਕਿਉਂਕਿ ਜਦੋਂ ਵੀ ਤੁਹਾਡਾ ਕੋਈ ਜਾਣੂ ਵੀਰ ਭੈਣ ਵਿਛੜਦਾ ਹੈ, ਜਿਨ੍ਹਾਂ ਨੂੰ ਤੁਸੀਂ ਫੁੱਲ ਐਨਰਜੈਟਿਕ ਰੂਪ 'ਚ ਵੀ ਦੇਖਿਆ ਹੁੰਦਾ ਹੈ, ਜਿਨ੍ਹਾਂ ਦੀਆਂ ਸੇਵਾਵਾਂ ਵੀ ਕੌਮ ਲਈ ਹੁੰਦੀਆਂ ਨੇ। ਔਰ ਬੀਤੇ ਕੱਲ੍ਹ ਜਦੋਂ ਕਿ ਮੈਂ ਇੱਕ ਸਮਾਗਮ ਦੇ ਵਿੱਚ ਸੀ, ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਔਰ ਜਿਉਂ ਹੀ ਖ਼ਤਮ ਹੋਇਆ ਤਾਂ ਮੈਂ ਟੈਕਸਟ ਮੈਸੇਜ ਦੇਖਿਆ ਤੇ ਡਾਲਸ ਤੋਂ ਸਾਡੇ ਵੀਰ ਸਰ ਸੁਰਿੰਦਰ ਸਿੰਘ ਗਿੱਲ, ਉਹਨਾਂ ਦਾ ਮੈਸੇਜ ਸੀ ਕਿ ਸਰ ਹਰਜੀਤ ਸਿੰਘ ਢੇਸੀ ਚੜ੍ਹਾਈ ਕਰ ਗਿਆ। ਇੱਕ ਵੱਡਾ ਸ਼ੌਕ ਲੱਗਣ ਵਾਂਗ ਸੀ ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਹਿਊਸਟਨ ਤੋਂ ਸਰਦਾਰ ਸੰਪੂਰਨ ਸਿੰਘ ਹੋਰਾਂ ਨਾਲ। ਮੈਂ ਨਹੀਂ ਸੀ ਜਾ ਸਕਿਆ ਕਿਉਂਕਿ ਉਦੋਂ ਹੀ ਕੋਈ ਆਲਰੇਡੀ ਰੱਖਿਆ ਹੋਇਆ ਪ੍ਰੋਗਰਾਮ ਸੀ, ਮੇਰਾ ਖਿਆਲ ਸਿੱਖ ਡੇ ਪੈਰੇਡ ਸੀ ਕਿਤੇ ਜਾਂ ਕੁਝ ਹੋਰ ਐਸਾ ਜਿਹੜਾ ਕੈਂਸਲ ਨਹੀਂ ਸੀ ਕੀਤਾ ਜਾ ਸਕਦਾ। ਸੋ ਮੈਂ ਉਹਨਾਂ ਨੂੰ ਕਾਲ ਵੀ ਕੀਤਾ, ਮੈਂ ਕਿਹਾ ਜੀ ਮੈਂ ਆ ਤਾਂ ਨਹੀਂ ਸਕਾਂਗਾ ਪਰ ਜਦੋਂ ਵੀ ਮੈਨੂੰ ਮੌਕਾ ਬਣਿਆ ਮੈਂ ਜ਼ਰੂਰ ਦੀਦਾਰ ਕਰਾਂਗਾ, ਡਾਲਸ ਆਵਾਂਗਾ। ਸੋ ਇਹ ਪਰਿਵਾਰ, ਇਹ ਵੱਡੇ ਵੀਰ ਹਰਜੀਤ ਸਿੰਘ ਢੇਸੀ, ਇਹਨਾਂ ਦੇ ਛੋਟੇ ਵੀਰ ਗੁਰਮੇਲ ਸਿੰਘ ਢੇਸੀ, ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਿੱਖ ਸੰਘਰਸ਼ ਦੇ ਵਿੱਚ। ਗੁਰਮੇਲ ਸਿੰਘ ਜਿਹੜੇ ਨੇ ਉਹ ਹੁਣ ਵੀ ਜਦੋਂ ਵੀ ਕਿਸੇ ਦੇ ਦੁੱਖ ਸੁੱਖ 'ਚ ਵੀ ਪਹੁੰਚਦੇ ਨੇ, ਲੇਕਿਨ ਪਿੱਛੇ ਕਿਉਂਕਿ ਇਹ ਸਾਰੇ ਉਸ ਬੈਲਟ ਨਾਲ ਜੁੜੇ ਹੋਏ ਸਿੰਘ ਨੇ ਜਿਹੜਾ ਭਾਈ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਦਾ ਕਾਰਜ ਖੇਤਰ ਰਿਹਾ। ਸੋ 1990 ਦੇ ਸੰਘਰਸ਼ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ, ਉੱਥੇ ਵੀ ਸਫ਼ਰ ਕੀਤਾ ਪਰਿਵਾਰਾਂ ਨੇ। ਔਰ ਇਹਨਾਂ ਦੇ ਮਾਤਾ ਜੀ ਜਿਨ੍ਹਾਂ ਨਾਲ ਮਿਲਣ ਦਾ ਸਬੱਬ ਵੀ ਰਿਹਾ ਔਰ ਬਹੁਤ ਹੱਥੀਂ ਸੇਵਾ ਗੁਰਦੁਆਰਾ ਸਾਹਿਬ ਵੀ ਕਰਨੀ, ਉਹ ਵੀ ਸਿਦਕ ਸਬਰ ਵਾਲੇ ਔਰ ਪੰਥਕ ਚੜ੍ਹਦੀ ਕਲਾ। ਉਹਨਾਂ ਨੇ ਜਦੋਂ ਪਿੱਛੇ ਚੜ੍ਹਾਈ ਕੀਤਾ ਮੈਂ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਵੀ ਸ਼ਮੂਲੀਅਤ ਕੀਤੀ। ਸੋ ਹਰਜੀਤ ਸਿੰਘ ਅਜੇ 60ਵਿਆਂ ਦੇ ਵਿੱਚ ਹੀ ਸਨ, 60 ਜਾਂ 61 ਸਾਲ ਉਹਨਾਂ ਦੀ ਉਮਰ ਹੋਏਗੀ ਔਰ ਬਿਲਕੁਲ ਹੈਲਥੀ, ਕੋਈ ਐਗਜ਼ਿਸਟਿੰਗ ਕੋਈ ਪ੍ਰੋਬਲਮ ਨਹੀਂ ਸੀ। ਔਰ ਈਵਨ ਗੁਰਮੇਲ ਸਿੰਘ ਅੱਜ ਜਦੋਂ ਦੱਸ ਰਹੇ ਸੀ ਉਹ ਕਹਿੰਦਾ ਜੀ ਕਦੇ ਉਹਨਾਂ ਦਾ ਸਿਰ ਵੀ ਨਹੀਂ ਦੁਖਿਆ, ਕਦੇ ਉਹਨਾਂ ਨੇ ਉਹ ਬੈੱਡ ਰਿਡਨ ਤਾਂ ਦੂਰ ਦੀ ਗੱਲ ਹੈ, ਲੇਕਿਨ ਹਾਰਟ ਅਟੈਕ ਆਪਣੇ ਕੰਮ ਦੇ ਦੌਰਾਨ ਹੀ ਪਤਾ ਉਦੋਂ ਹੀ ਲੱਗਾ ਜਦੋਂ ਕੁਰਸੀ ਦੇ ਉੱਤੇ ਢੇਰ ਹੋ ਗਏ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਮੇਰਾ ਜਿਹੜਾ ਪਹਿਲਾ ਇਸ ਕਿਸਮ ਦੇ ਦੁੱਖ ਸ਼ਰੀਕ ਹੋਣ ਦਾ ਹੁੰਦਾ ਹੈ, ਪਰ ਕਿਉਂਕਿ ਫਿਊਨਰਲ ਇਸ ਵੀਕਐਂਡ ਤੇ ਹੀ ਹੈ ਔਰ ਆਲਰੇਡੀ ਇਸ ਵੀਕਐਂਡ ਦਾ ਪ੍ਰੋਗਰਾਮ ਜਿਵੇਂ ਸਾਡੀ ਇੰਟਰਵਲ ਦੇ ਵਿੱਚ ਐਡ ਤੋਂ ਸਾਡੇ ਵਿਊਰ ਦੇਖਦੇ ਨੇ ਕਿ ਗੁਰਦੁਆਰਾ ਰਿਵਰਸਾਈਡ LA ਕੈਲੀਫੋਰਨੀਆ ਦੀਪ ਸਿੰਘ ਸਿੱਧੂ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ। ਔਰ ਕਿਉਂਕਿ ਸੰਗਤ ਦੇ ਵਿੱਚ ਵੀ ਇੰਤਜ਼ਾਰ ਹਮੇਸ਼ਾ ਹੁੰਦੀ ਹੈ, ਫਿਰ ਜਿਹੜੀ ਇਵੈਂਟ ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਸੋ ਮੈਂ ਪਰਿਵਾਰ ਤੋਂ ਮਾਫੀ ਮੰਗੀ ਹੈ ਕਿ ਮੈਂ ਸ਼ਮੂਲੀਅਤ ਨਹੀਂ ਕਰ ਸਕਾਂਗਾ, ਪਰ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੁੰਦਾ ਹਰਜੀਤ ਸਿੰਘ ਢੇਸੀ ਆਪ ਵੀ ਬਹੁਤ ਚੰਗੇ ਲਿਖਾਰੀ, ਚੰਗੇ ਪੱਤਰਕਾਰ ਔਰ ਕਈ ਵਾਰ TV ਇੰਟਰਵਿਊ ਵੀ ਇਹਨਾਂ ਨੇ ਕਰਨੇ, ਲੋਕਲ ਵੀ ਕੋਈ ਨਾ ਕੋਈ ਕਲਚਰਲ ਐਕਟੀਵਿਟੀ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਵੀ। ਔਰ ਸਾਡੇ ਆਪਣੇ ਭਾਈਚਾਰੇ 'ਚ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ, ਖਾਸ ਤੌਰ ਤੇ ਜਿਨ੍ਹਾਂ ਨਾਲ ਤੁਸੀਂ ਇੰਟੈਲੈਕਚੁਅਲ ਡਿਬੇਟ ਕਰੋ, ਜਿਹੜੇ ਤੁਹਾਡੀਆਂ ਗਲਤੀਆਂ ਵੱਲ ਵੀ ਪੁਆਇੰਟ ਆਊਟ ਕਰਨ ਮੂਵਮੈਂਟ ਦੇ ਹਵਾਲੇ ਨਾਲ ਜੇ ਕਹਾਂ ਤੇ ਉਹ ਇੱਕ ਗੰਭੀਰ ਲੈਵਲ ਦੇ ਉੱਤੇ ਤੁਹਾਡੇ ਨਾਲ ਡਿਸਕਸ਼ਨ ਡਿਬੇਟ ਕਰਨ। ਸੋ ਜਦੋਂ ਵੀ ਹਰਜੀਤ ਸਿੰਘ ਢੇਸੀ ਹੋਰਾਂ ਨਾਲ ਮਿਲਣ ਦਾ ਸਬੱਬ ਹੋਇਆ, ਜਦੋਂ ਵੀ ਮੈਂ ਡਾਲਸ ਗਿਆ ਉਹਨਾਂ ਦੇ ਘਰ ਇੱਕ ਜ਼ਰੂਰ ਜਿਹੜਾ ਚੱਕਰ ਹੁੰਦਾ ਹੀ ਰਿਹਾ ਔਰ ਸੇਵਾਦਾਰ ਪਰਿਵਾਰ ਹੈ, ਹਰ ਆਏ ਗਏ ਦੀ ਵੀ ਪੁੱਛ ਪ੍ਰਤੀਤ ਔਰ ਹਰ ਇੱਕ ਦੀ ਲੋੜ ਪੂਰਤੀ ਕਰਨਾ। ਸੋ ਮੇਰੇ ਲਈ ਇੱਕ ਨਿੱਜੀ ਲਾਸ ਵੀ ਹੈ ਕਿਉਂਕਿ ਜਿਹੜੇ ਹਮਦਰਦ ਐਡਮਾਇਰਰ ਓਵਰ ਏ ਪੀਰੀਅਡ ਆਫ ਟਾਈਮ
ਜਿਨ੍ਹਾਂ ਨੂੰ ਕਈ ਵਾਰ ਜਿਹੜਾ ਹੈ ਉਹ ਤੁਸੀਂ ਜਿਨ੍ਹਾਂ ਨਾਲ ਭਾਵੇਂ ਡਿਫਰ ਵੀ ਕਰਦੇ ਹੋ, ਪਰ ਉਹ ਕਦੇ ਉਹਨਾਂ ਨੇ ਪੰਥਕ ਲੀਹ ਨੂੰ ਨਹੀਂ ਛੱਡਿਆ ਹੈ, ਪੰਥਕ ਧਿਰ ਦੇ ਨਾਲ ਹੀ ਖਲੋਤੇ। ਔਰ ਜੇ ਕਦੇ ਕੋਈ ਗਲਤੀ ਵੀ ਮਹਿਸੂਸ ਹੋਈ ਤਾਂ ਉਹ ਆ ਕੇ ਫਿਰ ਮੁੱਖ ਧਾਰਾ ਦੇ ਵਿੱਚ ਆਪਣੇ ਆਪ ਦੀ ਸ਼ਮੂਲੀਅਤ ਕੀਤੀ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਹਰਜੀਤ ਸਿੰਘ ਢੇਸੀ ਉਹਨਾਂ ਦੀ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਰਿਵਾਰ ਲਈ ਹੀ ਨਹੀਂ ਕਿ ਇਹ ਨਾ ਪੂਰਾ ਹੋਣ ਵਾਲਾ ਘੱਟ ਹੈ, ਇਹ ਡਾਲਸ ਦੀਆਂ ਸਿੱਖ ਸੰਗਤਾਂ ਲਈ ਵੀ। ਔਰ ਈਵਨ ਗੁਰਮੇਲ ਸਿੰਘ ਜੇ ਹਰ ਦੁੱਖ ਸੁੱਖ ਵੇਲੇ ਪੰਥਕ ਪਲੇਟਫਾਰਮ ਤੇ ਰਹੇ ਔਰ ਪਹੁੰਚਦੇ ਨੇ ਤਾਂ ਉਹਦਾ ਵੀ ਇੱਕ ਵੱਡਾ ਕਾਰਨ ਸੀ ਕਿ ਕਾਰੋਬਾਰੀ ਸਿਲਸਿਲਾ ਵੱਡੇ ਭਰਾ ਨੇ ਸਾਂਭਿਆ ਹੋਇਆ ਸੀ ਔਰ ਭਰਾਵਾਂ ਦਾ ਆਪਸੀ ਇਸ ਤਰ੍ਹਾਂ ਦਾ ਫਿਨੋਮੀਨਲ ਲਵ ਸੀ। ਅੱਜ ਹੀ ਉਹ ਕਹਿ ਰਹੇ ਸੀ ਕਿ 30 ਸਾਲ ਤੋਂ ਕਦੇ ਹਿਸਾਬ ਕਿਤਾਬ ਹੀ ਨਹੀਂ ਕੀਤਾ ਔਰ ਕਹਿੰਦਾ ਵੀ ਮੈਨੂੰ 2 ਮਹੀਨੇ ਤੋਂ ਮੈਨੂੰ ਕਹਿ ਰਿਹਾ ਸੀ ਕਿ ਗੁਰਮੇਲ ਤੂੰ ਆ ਕਿਸੇ ਦਿਨ ਤੂੰ ਬੈਠ ਕੇ ਤੂੰ ਦੇਖ ਤਾਂ ਸਹੀ ਕਿਤਾਬਾਂ ਕੀ ਹਿਸਾਬ ਕਿਤਾਬ ਹੈ। ਤੇ ਦੂਜੇ ਕਹਿੰਦੇ ਮੈਨੂੰ ਲੱਗਾ ਵੀ ਇਹਨਾਂ ਨੇ ਕਦੇ ਕਿਹਾ ਨਹੀਂ ਹੈ ਕਦੇ ਵੀ ਇਸ ਤਰ੍ਹਾਂ। ਸੋ ਕਈ ਵਾਰੀ ਕਈ ਚੀਜ਼ਾਂ ਦੀ ਪ੍ਰੀਮੋਨੀਸ਼ਨ ਹੁੰਦੀ ਹੈ। ਸੋ ਇਹ ਇੱਕ ਪਰਿਵਾਰ ਲਈ ਵੀ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਤਾਂ ਹੋਇਆ, ਜਿਵੇਂ ਮੈਂ ਦੱਸਿਆ ਉਹਨਾਂ ਦੇ 2 ਬੇਟੇ ਨੇ ਜਿਹੜੇ ਅਜੇ ਪੜ੍ਹ ਰਹੇ ਨੇ, ਸੋ ਜ਼ਿੰਮੇਵਾਰੀਆਂ ਵੀ ਨੇ। ਲੇਕਿਨ ਜਿਵੇਂ ਸਾਰਾ ਪਰਿਵਾਰ ਇਕੱਠਾ ਹੈ ਔਰ ਆਪਸੀ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਨੇ, ਅਸੀਂ ਸਮਝਦੇ ਹਾਂ ਕਿ ਬੱਚਿਆਂ ਦੀ ਠੀਕ ਪਰਵਰਿਸ਼ ਹੋਏਗੀ ਔਰ ਪਰਿਵਾਰ ਇਸ ਸਦਮੇ ਚੋਂ ਆਪਣੇ ਆਪ ਨੂੰ ਉਭਾਰ ਲਏਗਾ। ਗੱਲ ਹੁਣ ਅਸੀਂ ਆਪਣੀ ਫੇਵਰੇਟ ਸਟੇਟ ਭਾਰਤ ਦੀ ਕਰੀਏ, ਕਿਉਂਕਿ ਵੀਕਐਂਡ ਜਦੋਂ ਆ ਜਾਂਦਾ ਹੈ ਤੇ ਸਾਨੂੰ ਵੀ ਲੱਗਣ ਲੱਗ ਜਾਂਦਾ ਕਿ ਕੁਝ ਚੀਜ਼ਾਂ ਮਿਸਿੰਗ ਨੇ ਸਾਡੇ। ਕਈ ਲਿਖਣਗੇ ਵੀ ਵੀਰ ਜੀ ਬਹੁਤ ਔਖਾ ਕੱਢੀ ਦਾ ਵੀਕਐਂਡ। ਮੈਂ ਕਿਹਾ ਹੁਣ ਤੁਸੀਂ ਸਾਨੂੰ ਉਸ ਕੈਟਾਗਰੀ 'ਚ ਨਾ ਰੱਖੋਗੇ ਵੀ ਇਹ ਸਵੇਰੇ ਸਵੇਰੇ ਉੱਠਦੇ ਆ ਕਿਸੇ ਦਾ ਮੂੰਹ ਕੋਈ ਦੇਖੇ ਤਾਂ ਕਹਿੰਦਾ ਸੀ ਕਿ ਦਿਨ ਚੰਗਾ ਬੀਤਿਆ, ਤੇ ਕਈਆਂ ਨੂੰ ਹੁੰਦਾ ਸੀ ਕਿ ਭਾਈ ਇਹਨੂੰ ਦੇਖਦੇ ਆਂ ਵੀ ਕਿਵੇਂ ਆ ਗਿਆ, ਵੀ ਤੁਹਾਨੂੰ ਇਹੀ ਲੱਗੇ ਵੀ ਅਸੀਂ ਜਿਹੜਾ ਇਹਨਾਂ ਦੀ ਨੈਗੇਟਿਵਿਟੀ ਕਰਨੀ ਹੈ। ਪਰ ਹੁਣ ਕਰੀਏ ਵੀ ਕੀ ਹੈ, ਮੈਂ ਤਾਂ ਹਮੇਸ਼ਾ ਦੇਖਦਾ ਹੁੰਦਾ ਵੀ ਕੋਈ ਤਾਂ ਚੰਗੀ ਗੱਲ ਕਰਨ ਕਿ ਵੀ ਤਾਰੀਫ ਕਰਨ ਨੂੰ ਮੇਰਾ ਵੀ ਜੀ ਕਰਦਾ ਹੈ। ਬਾਈ ਨੇਚਰ ਮੈਂ ਕੋਈ ਨੈਗੇਟਿਵਿਟੀ ਵਾਲਾ ਬੰਦਾ ਨਹੀਂ ਹੈ, ਲੇਕਿਨ ਇਹਨਾਂ ਦਾ ਕੋਈ ਐਂਗਲ ਕਿਸੇ ਪਾਸਿਓਂ ਦੇਖੋ ਉਹ ਤਾਂ ਕਈ ਵਾਰੀ ਜ਼ੀਰੋ ਡਾਊਨ ਕਰਨਾ ਪੈਂਦਾ ਕਿ 10 ਗਾਲਾਂ ਬਣਦੀਆਂ 2 'ਚ ਕਿਵੇਂ ਸਮੇਟੀ ਹੈ। ਔਰ ਇਹ ਖਾਸ ਤੌਰ ਤੇ ਦੇਖੋ ਵੈਸੇ ਤਾਂ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਇਹ ਕਿਸੇ ਵੀ ਹੈਲਥੀ ਸੁਸਾਇਟੀ ਜਾਂ ਖਾਸ ਤੌਰ ਤੇ ਜਦੋਂ ਡੈਮੋਕ੍ਰੇਸੀ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅਮਰੀਕਾ ਹੈ ਹੁਣ, ਕਈ ਜਦੋਂ ਅਸੀਂ ਅਮਰੀਕਾ ਦੀ ਕਿਸੇ ਪਾਲਿਸੀ ਜਾਂ ਨੀਤੀ ਬਾਰੇ ਕੁਝ ਕਵਾਂਗੇ ਤੇ ਜਿਹੜੇ ਪਿੱਛੇ ਬੈਠੇ ਨੇ, ਕਿਉਂਕਿ ਉਹਨਾਂ ਦੇ ਅੰਦਰ ਇੰਨਾ ਖੌਫ ਭਰਿਆ ਹੋਇਆ ਸਿਸਟਮ ਨੇ ਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਭਾਰਤ 'ਚ ਬਹਿ ਕੇ ਭਾਰਤ ਦੇ ਖਿਲਾਫ ਕੁਝ ਬੋਲ ਨਹੀਂ ਸਕਦੇ, ਸੋਸ਼ਲ ਮੀਡੀਆ ਤੇ ਵੀ ਕੋਈ ਗੱਲ ਕਰੀਏ ਦੂਜਾ, ਤੇ ਇਹ ਅਮਰੀਕਾ 'ਚ ਬੈਠ ਕੇ ਜਿਸ ਮੁਲਕ ਦਾ ਖਾਂਦੇ ਨੇ ਉਹਨਾਂ ਵੀ ਬੁਰਾ ਭਲਾ ਕਹਿੰਦੇ ਨੇ। ਉਹਨਾਂ ਨੂੰ ਮੈਨੂੰ ਸਮਝਾਉਣ ਦੇ ਵਿੱਚ ਕਈ ਵਾਰ ਹੁਣ ਕੁਝ ਤਾਂ ਸਮਝ ਗਏ ਨੇ। ਮੈਨੂੰ ਇਹ ਲੱਗਦਾ ਵੀ ਇਹੀ ਖੂਬਸੂਰਤੀ ਹੁੰਦੀ ਹੈ ਡੈਮੋਕ੍ਰੇਸੀ ਜਾਂ ਲੋਕਤੰਤਰ ਦੀ। ਖੂਬਸੂਰਤੀ ਇਹ ਨਹੀਂ ਹੁੰਦੀ ਜੇ ਤੁਸੀਂ ਡਰ ਥੱਲੇ ਉਹੀ ਕੁਝ ਕਹਿਣਾ ਹੈ ਜੋ ਹਾਕਮ ਸੁਣਨਾ ਚਾਹੁੰਦੇ ਨੇ, ਤੇ ਇਹਨੂੰ ਹੀ ਡਿਕਟੇਟਰਸ਼ਿਪ ਕਹਿੰਦੇ ਨੇ। ਇਹੀ ਫੌਜੀ ਰੂਲ ਹੁੰਦਾ ਹੈ, ਇਹੀ ਆਟੋਕ੍ਰੇਸੀ ਹੈ, ਇਹੀ ਕਮਿਊਨਿਜ਼ਮ ਹੈ। ਜਮਹੂਰੀਅਤ ਦੀ ਖੂਬਸੂਰਤੀ ਇਹ ਹੈ ਕਿ ਤੁਸੀਂ ਜਿਹੜਾ ਉਹ ਡਿਸਐਗਰੀ ਕਰ ਸਕਦੇ ਹੋ। ਔਰ ਇਸ ਨਾਲ ਹੀ ਜੇ ਅਮਰੀਕਾ ਨੇ ਤਰੱਕੀ ਕੀਤੀ ਹੈ ਜਾਂ ਈਵਨ ਯੂਕੇ, ਅੱਜ ਵੀ ਜਾ ਕੇ ਦੇਖੋ ਕਿੰਨਾ ਕਿ ਆਈਲੈਂਡ ਨਿੱਕੇ ਨਿੱਕੇ ਜੇ, ਔਰ ਕਿਵੇਂ ਜੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ, ਇਹ ਠੀਕ ਹੈ ਵੀ ਉਹਨਾਂ ਨੇ ਕਲੋਨੀਅਲਿਜ਼ਮ ਦੇ ਵਿੱਚ ਜ਼ਬਰ ਜ਼ੁਲਮ ਦੂਜਾ ਵੀ ਕੀਤਾ, ਪਰ ਜਦੋਂ ਚੀਜ਼ ਡਿਬੇਟ 'ਚ ਆ ਜਾਂਦੀ ਸੀ ਉਹਨਾਂ ਦੇ ਹਾਊਸ ਆਫ ਕਾਮਨਸ ਜਾਂ ਹਾਊਸ ਆਫ ਲਾਰਡਸ ਜਾਂ ਉਹਨਾਂ ਦੇ ਜਿਹੜੇ ਇਨਸਾਨੀਅਤ ਪੱਖੀ ਸਿਸਟਮ ਵਾਲੇ ਲੋਕ ਨੇ ਉਹਨੂੰ ਚੁੱਕ ਲੈਂਦੇ ਸੀ, ਫਿਰ ਉਹਨਾਂ ਨੂੰ ਉਹ ਬੈਕ ਟਰੈਕ ਕਰਨਾ ਪੈਂਦਾ ਸੀ। ਈਵਨ ਜਲਿਆਂਵਾਲਾ ਬਾਗ ਦੇ ਹਵਾਲੇ ਨਾਲ ਅਸੀਂ ਦੇਖਦੇ, ਹਾਲਾਂ ਉਹਦੇ 'ਚ ਕਿਹੜੇ ਕੋ ਹਜ਼ਾਰਾਂ ਬੰਦੇ ਮਾਰ ਦਿੱਤੇ ਸੀ, 500-600 ਕਿਲਿੰਗ ਸੀ, ਕੁਝ ਜ਼ਖਮੀ ਸੀ, ਇਸ ਕਿਸਮ ਦੇ ਤਾਂ ਹਜ਼ਾਰਾਂ ਉਹਨਾਂ ਨੇ ਦਰਬਾਰ ਸਾਹਿਬ ਸਾਡੇ ਜੂਨ 84 'ਚ ਮਾਰ ਦਿੱਤੇ ਧਾਰਮਿਕ ਥਾਂ ਦੇ ਉੱਤੇ, ਟੋਟਲ ਵਾਰ। ਪਰ 100 ਸਾਲ ਬੀਤਣ ਬਾਅਦ ਵੀ ਬ੍ਰਿਟਿਸ਼ ਕਦੇ ਉਹਨੂੰ ਜਸਟੀਫਾਈ ਨਹੀਂ ਕਰਦੇ। ਔਰ ਉਸ ਤੋਂ ਫੌਰਨ ਬਾਅਦ ਹੰਟਰ ਕਮਿਸ਼ਨ ਬਣਾਇਆ ਗਿਆ ਸੀ, ਉਹਨੇ ਆਇਡੈਂਟੀਫਾਈ ਕੀਤਾ ਸੀ ਕਿ ਕੌਣ ਮਰੇ ਨੇ, ਕਿੰਨੇ ਜ਼ਖਮੀ ਨੇ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ। ਅੱਜ ਵੀ ਪੰਜਾਬ ਅਸੈਂਬਲੀ ਦੇ ਰਿਕਾਰਡ ਦੇ ਵਿੱਚ ਹੰਟਰ ਕਮਿਸ਼ਨ ਜਿਨ੍ਹਾਂ ਨੂੰ ਕੰਪਨਸੇਸ਼ਨ ਮਿਲਿਆ ਜਾਂ ਦੂਜਾ, ਇਹ ਜਦੋਂ ਵੀ ਕੋਈ ਜਮਹੂਰੀਅਤ ਦੇ ਨਾਂ ਥੱਲੇ ਹੁੰਦਾ ਉਹਦੇ 'ਚ ਕੋਈ ਨਾ ਕੋਈ ਐਵਨਿਊ ਹੁੰਦਾ ਜਿਹਦੇ ਥੱਲੇ ਤੁਸੀਂ ਆਪਣੀ ਰਿਜ਼ੈਂਟਮੈਂਟ ਜਾਂ ਆਪਣੀ ਨਾ ਸਹਿਮਤੀ ਦੇ ਸਕਦੇ ਹੁੰਦੇ।
ਲੇਕਿਨ ਪਿਛਲੇ 75 ਸਾਲਾਂ ਦੇ ਵਿੱਚ ਜਿਹੜਾ ਭਾਰਤ ਅੰਗਰੇਜ਼ਾਂ ਦੇ ਕਲੋਨੀਅਲ ਰੂਲ ਚੋਂ ਆਜ਼ਾਦ ਹੋਣ ਦਾ ਵੱਡਾ ਕ੍ਰੈਡਿਟ ਲੈਣ ਲਈ ਦੌੜ ਲੱਗੀ ਹੁੰਦੀ ਹੈ। ਕਾਂਗਰਸ ਦਾ ਆਪਣਾ ਕਲੇਮ ਹੈ, RSS ਵਾਲੇ ਜਿਨ੍ਹਾਂ ਚੋਂ ਕਿਸੇ ਨੇ ਚੀਚੀ ਨੂੰ ਜਾਲੀ ਲਹੂ ਵੀ ਨਹੀਂ ਲਵਾਇਆ, ਕੋਈ ਜੇਲ੍ਹ 'ਚ ਨਹੀਂ ਗਿਆ ਇਹਨਾਂ ਦਾ, ਕੋਈ ਗੋਲਵਲਕਰ, ਕੋਈ ਐਡਗਵੇਅਰ, ਉਹ ਜਿਹੜਾ ਉਹਨੂੰ ਅੰਮ੍ਰਿਤਕਾਲ ਤੇ ਫਲਾਣਾ ਤੇ ਟਿਮਕਾ ਦੇ ਥੱਲੇ ਬਾਕੀਆਂ ਨੂੰ ਮਾਈਨਸ ਕਰਕੇ ਉਹ ਤਾਂ ਇਵੇਂ ਹਿੰਦੂਤਵਾ ਦਾ ਇਤਿਹਾਸ ਸਿਰਜ ਰਹੇ ਨੇ ਜਿਵੇਂ ਸਾਰੀਆਂ ਕੁਰਬਾਨੀਆਂ ਹੀ ਉਹਨਾਂ ਨੇ ਕੀਤੀਆਂ ਹੋਣ। ਹਾਲਾਂਕਿ ਜਿਹੜਾ ਇਹਨਾਂ ਦਾ ਆਈਡੀਆ ਲੋਕ ਉਹ ਸਾਵਰਕਰ ਹੋਏ ਜਾਂ ਲਾਲਾ ਲਾਜਪਤ ਰਾਏ ਜਿਹਨੇ ਟੂ ਨੇਸ਼ਨ ਥਿਓਰੀ ਜਾਂ ਹਿੰਦੂਤਵਾ ਦਾ ਸਾਵਰਕਰ ਔਰ ਲਾਜਪਤ ਰਾਏ ਦੇ ਮੂੰਹ ਚੋਂ ਇਹ ਪਹਿਲਾਂ ਨਿਕਲਦਾ ਹੈ ਇਹ ਗੰਦ ਜਿਹੜਾ, ਲੇਕਿਨ ਉਹ ਮਾਫੀਆਂ ਮੰਗ ਕੇ ਬਾਹਰ ਨਿਕਲੇ। ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਜੋ ਨੈਰੇਟਿਵ ਸਿਰਜਿਆ ਉਹ ਸਾਹਮਣੇ ਹੈ। ਪਰ ਹੁਣ ਜਦੋਂ 2014 ਤੋਂ ਸਿੱਧੇ ਤੌਰ ਤੇ ਇਹਨਾਂ ਦੇ ਕੋਲ ਪਾਵਰ ਆਈ ਤੇ ਇਹਨਾਂ ਨੇ ਜਿਸ ਕਿਸਮ ਦਾ ਨਾਜ਼ੀ ਤਰਜ਼ ਦਾ ਸਾਰੇ ਸਿਸਟਮ ਨੂੰ ਜਿਹੜਾ ਥੋੜਾ ਬਹੁਤ ਸੈਕੂਲਰਿਜ਼ਮ ਦਾ ਲਬਾਦਾ ਨਹਿਰੂ ਦੇ ਜ਼ਮਾਨੇ ਤੋਂ ਇੰਡੀਆ ਦੇ ਉੱਤੇ ਪਿਆ ਹੋਇਆ ਸੀ, ਉਹਨੂੰ ਵੀ ਲਾ ਕੇ ਜਿਵੇਂ ਨੰਗੇ ਚਿੱਟੇ ਹੋ ਕੇ ਨਾਜ਼ੀ ਵਿਚਾਰਧਾਰਾ ਦੇ ਵਾਂਗ ਇਹ ਜਿਹੜਾ ਹੈ ਉਹ ਨਾਫਿਜ਼ ਕਰ ਰਹੇ ਨੇ ਸਾਰੀਆਂ ਨੀਤੀਆਂ ਨੂੰ। ਦੁਨੀਆ ਦੇ ਵਿੱਚ ਇਹ ਠੀਕ ਹੈ ਕਿ ਬਹੁਤ ਸਾਰੀਆਂ ਜਦੋਂ ਅਸੀਂ ਦੁਨੀਆ ਦੀਆਂ ਇਨਸਾਨੀ ਹਕੂਕਾਂ ਦੀਆਂ ਤਨਜ਼ੀਮਾਂ ਦੀ ਗੱਲ ਕਰਦੇ ਹਾਂ ਉਹ ਆਪਣੀਆਂ ਰਿਪੋਰਟਸ ਕੱਢਦੇ ਨੇ, ਕੁਝ ਹੋਰ ਡਾਕਟਰਸ ਸੈਨ ਬਾਰਡਰਸ ਜਾਂ ਇਸ ਕਿਸਮ ਦੇ ਜਿਹੜੇ ਵਲੰਟੀਅਰ ਗਰੁੱਪ ਨੇ ਉਹ ਆਪਣੀ ਜਿਹੜੀ ਹੈ ਕੋਈ ਨਾ ਕੋਈ ਫਾਈਂਡਿੰਗ ਦਿੰਦੇ ਨੇ। ਪੱਤਰਕਾਰਾਂ ਦੇ ਨਾਲ ਜੁੜੇ ਹੋਏ ਜਿਹੜੇ ਜਰਨਲਿਸਟ ਅਗੇਂਸਟ ਪਰਸੀਕਿਊਸ਼ਨ ਵਰਗੀਆਂ ਬਾਡੀਆਂ ਨੇ ਉਹ ਦੱਸਣਗੀਆਂ ਵੀ ਉੱਥੇ ਭਾਰਤ 'ਚ ਕਿਵੇਂ ਮੀਡੀਆ ਨੂੰ ਕੁਚਲਿਆ ਜਾ ਰਿਹਾ, ਕਿਵੇਂ ਜਰਨਲਿਸਟਾਂ ਦੇ ਮਰਡਰ ਕੀਤੇ ਗਏ ਨੇ, ਕਿਵੇਂ ਉਹਨਾਂ ਦੇ ਉੱਤੇ NSA ਜਾਂ UAPA ਜਾਂ ਦੂਜਾ ਲਾਇਆ ਜਾ ਰਿਹਾ। ਫਿਰ ਜਿਹੜੀਆਂ ਕੁਝ ਇਨਵੈਸਟੀਗੇਟਿਵ ਰਿਪੋਰਟਸ ਜਿਵੇਂ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਯੂਰਪੀਅਨ NGO ਨੇ ਲੱਭਿਆ ਸੀ ਕਿ ਕਿਵੇਂ 650 ਤੋਂ ਜ਼ਿਆਦਾ ਨਕਲੀ ਵੈਬਸਾਈਟ ਬਣਾ ਕੇ ਔਰ NGOs ਦੇ ਨਾਂ ਥੱਲੇ ਔਰ ਈਵਨ ਇੱਕ ਡੈਡ ਪ੍ਰੋਫੈਸਰ ਉਹਦਾ ਹਾਰਵਰਡ ਦਾ ਜਿਹਦੇ ਨਾਂ ਦੀ NGO ਸੀ ਉਹਦੇ ਥੱਲੇ ਕਿਵੇਂ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਝੂਠ ਨੂੰ ਫੈਲਾਇਆ, ਕਿਵੇਂ ਈਵਨ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਜੰਮੂ ਕਸ਼ਮੀਰ 'ਚ ਜਿਹੜਾ ਉਹਨਾਂ ਦੀ ਟ੍ਰਿਪ ਫਾਈਨੈਂਸ ਕੀਤੀ, ਬਾਅਦ ਸਾਹਮਣੇ ਆਏ ਕਿ ਬਈ ਉਹ ਸਾਰਾ ਡਿਸਇਨਫੋ ਲੈਬ ਦੇ ਥੱਲੇ ਹੀ ਸੀ। ਲੇਕਿਨ ਇਹਨਾਂ ਬੇਸ਼ਰਮਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਹੁਣ ਇੱਕ ਜਿਹੜੀ ਰਿਪੋਰਟ ਅੱਜ ਸਾਹਮਣੇ ਆਈ ਔਰ ਇਹਨੂੰ ਕਾਰਵਾਂ ਮੈਗਜ਼ੀਨ ਨੇ ਪਬਲਿਸ਼ ਕੀਤਾ ਔਰ ਇਹ ਉਰਵਸ਼ੀ ਸਰਕਾਰ ਨੇ ਵੀ ਕੋਟ ਕੀਤਾ ਉਸ ਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਰਿਕਾਰਡ ਚੋਂ, ਉਹ ਇਹ ਹੈ ਕਿ ਵੀ ਹੁਣ ਅਮਰੀਕਾ ਦੇ ਵਿੱਚ ਲੌਬੀ ਕਰਨਾ ਜਿਹੜਾ ਹੈ ਉਹ ਕੋਈ ਗੈਰ ਕਾਨੂੰਨੀ ਨਹੀਂ ਹੈ, ਪਰ ਉਸ ਦਾ ਪ੍ਰੋਸੀਜਰ ਹੈ ਜਿਹੜੀਆਂ ਹੁਣ ਜਿਹਨੂੰ ਅਸੀਂ ਬੈਲਟ ਵੇ ਕਹਿੰਦੇ ਆ ਜਿਹਦੇ ਵਿਦਨ ਕੈਪੀਟਲ ਹਿੱਲ ਕਾਂਗਰਸ US ਕਾਂਗਰਸ ਦੀਆਂ ਸਾਰੀਆਂ ਹੀ ਬਿਲਡਿੰਗਸ 2-3 ਜਿਹੜੀਆਂ ਨੇ ਔਰ ਸੈਨੇਟ ਬਿਲਡਿੰਗ ਔਰ ਵਾਈਟ ਹਾਊਸ, ਜਦੋਂ ਡਿਸੀਜਨ ਮੇਕਰਸ ਕਹਿਣਾ ਹੋਏ, ਲਾਅ ਮੇਕਰ ਕਹਿਣਾ ਹੋਏ ਜਾਂ ਓਪੀਨੀਅਨ ਮੇਕਰ ਕਹਿਣਾ ਹੋਏ ਤੇ ਉਹਨੂੰ ਅਮਰੀਕਾ ਦੇ ਵਿੱਚ ਬੈਲਟ ਅੰਡਰ ਦਾ ਵਿਦਨ ਦਾ ਬੈਲਟ ਵੇ ਕਹਿਣਗੇ ਕਿ ਜੀ ਬੈਲਟ ਵੇ ਔਰ ਹੈ ਕਿ ਪੂਰੀ ਬੈਲਟ ਬਣਦੀ ਆਲੇ ਦੁਆਲੇ, ਉਹਦੇ 'ਚ ਉਹ ਸਾਰੇ ਬਹਿੰਦੇ ਨੇ। ਹੁਣ ਉਹਨਾਂ ਬੈਲਟ ਵੇਜ਼ ਦੇ ਅੰਦਰ ਇੱਕ ਪੂਰਾ ਤਗੜਾ ਗਰੁੱਪ ਜਿਹੜਾ ਹੈ ਜਿਨ੍ਹਾਂ ਨੂੰ ਲੌਬਿਸਟ ਕਿਹਾ ਜਾਂਦਾ ਔਰ ਜਿਹੜੀ ਲੌਬੀ ਹੈ ਅਮਰੀਕਾ ਦੇ ਵਿੱਚ ਲੌਬਿੰਗ ਕਰਨ ਲਈ ਤੁਹਾਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ। ਹੁਣ ਜਿਹੜੇ ਕੁਝ ਕਾਂਗਰਸਮੈਨ ਜਾਂ ਸੈਨੇਟਰ ਜਾਂ ਈਵਨ ਗਵਰਨਰ ਜਾਂ ਅਸੈਂਬਲੀਮੈਨ ਜਿਹੜੇ ਆਪਣੀ ਟਰਮ ਖਤਮ ਕਰ ਦਿੰਦੇ ਨੇ ਜਾਂ ਆਪਣਾ ਉੱਥੋਂ ਛੱਡ ਦਿੰਦੇ ਨੇ ਉਹ ਫਿਰ ਐਜ਼ ਏ ਲੌਬਿਸਟ ਬਣ ਜਾਂਦੇ। ਹੁਣ ਲੌਬਿੰਗ ਕੀ ਹੁੰਦੀ ਹੈ ਕਿ ਵੀ ਤੁਸੀਂ ਕਿਸੇ ਇਸ਼ੂ ਦੇ ਉੱਤੇ ਜਿਹੜਾ ਉਹ ਜਿਨ੍ਹਾਂ ਤੋਂ ਤੁਸੀਂ ਪੈਸੇ ਲਏ ਨੇ ਜਾਂ ਜਿਨ੍ਹਾਂ ਦੇ ਲਈ ਤੁਸੀਂ ਲੌਬੀ ਕਰ ਰਹੇ ਹੋ ਉਹਨਾਂ ਦਾ ਨੁਕਤਾ ਨਿਗਾਹ ਜਿਹੜਾ ਤੁਸੀਂ ਉਹ ਪਹੁੰਚਾਉਣਾ ਹੈ ਲਾਅ ਮੇਕਰਸ ਤੱਕ ਜਾਂ ਓਪੀਨੀਅਨ ਮੇਕਰਸ ਤੱਕ, ਤਾਂ ਕਿ ਜਿਹੜਾ ਵੀ ਲਾਅ ਬਣੇ ਉਹ ਉਹਨਾਂ ਨੂੰ ਫੇਵਰਿੰਗ ਹੋਏ ਜਾਂ ਕੋਈ ਐਸਾ ਲਾਅ ਜਿਹੜਾ ਉਹਨਾਂ ਦੇ ਲਈ ਨੁਕਸਾਨਦੇਹ ਹੋਏ ਉਸ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਔਰ ਮੇਰਾ ਖਿਆਲ ਹੈ ਵੀ ਇੱਕ ਅੰਦਾਜ਼ੇ ਮੁਤਾਬਕ ਇੱਕ ਜ਼ਮਾਨੇ 'ਚ 50,000 ਤੋਂ ਜ਼ਿਆਦਾ ਲੌਬਿਸਟ ਸੀ ਜਿਹੜੇ ਰਜਿਸਟਰਡ, ਕਿਉਂਕਿ ਅਮਰੀਕਾ 'ਚ ਇਕੱਲਾ ਇਹੀ ਨਹੀਂ ਕਿ ਵੀ ਇੱਕ ਤਾਂ ਫੋਰਨ ਏਜੰਟਸ ਦੀ ਲੌਬੀ ਹੈ, ਜੋ ਤੁਸੀਂ ਫੋਰਨ ਗਵਰਨਮੈਂਟ ਲਈ ਕੰਮ ਕਰਨਾ ਹੈ, ਫੋਰਨ ਗਵਰਨਮੈਂਟ ਦੇ ਇਸ਼ੂਜ਼ ਨੂੰ ਹਾਈਲਾਈਟ ਕਰਨਾ ਹੈ, ਫਿਰ ਤੁਹਾਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ।
ਪਰ ਅਦਰਵਾਈਜ਼ ਐਜ਼ ਏ ਲੌਬਿਸਟ ਜੇ ਹੁਣ ਇੱਥੇ ਟੋਬੈਕੋ ਲੌਬੀ ਹੈ, ਫਾਰਮਰਸ ਲੌਬੀ ਹੈ, ਹੋਰ ਕਿੰਨੇ ਜਿਹੜੇ ਅਦਾਰੇ ਨੇ ਉਹਨਾਂ ਦੀਆਂ ਉਹ ਵਿਦਨ ਕੰਟਰੀ ਹੈ, ਕਿਉਂਕਿ ਤੁਸੀਂ US ਸਿਟੀਜ਼ਨ ਹੋ, ਉਹ ਤੁਹਾਡੀ ਲੌਬੀ ਵਿਦਨ ਹੋ। ਪਰ ਜੇ ਤੁਸੀਂ ਕਿਸੇ ਮੁਲਕ ਦੇ ਬਿਹਾਫ ਦੇ ਉੱਤੇ ਲੌਬੀ ਕਰਨੀ ਹੈ, ਉਹ ਐਜ਼ ਏ ਫੋਰਨ ਏਜੰਟ, ਫਿਰ ਉਹਦਾ ਇੱਕ ਵੱਖਰਾ ਪ੍ਰੋਸੀਜਰ ਹੁੰਦਾ ਜਿਹਦੇ ਚੋਂ ਤੁਸੀਂ ਨਿਕਲਦੇ ਹੋ ਸਾਰਿਆਂ ਨੂੰ। ਫਿਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇਲੈਕਸ਼ਨ ਲਾਅ ਨੇ। ਹੁਣ ਇੱਕ ਬੰਦਾ ਐਵਰੇਜ ਆਪਣੇ 12 ਮਹੀਨੇ ਦੇ ਪੀਰੀਅਡ 'ਚ $1000 ਤੋਂ ਜ਼ਿਆਦਾ ਡੋਨੇਟ ਨਹੀਂ ਕਰ ਸਕਦਾ ਕਿਸੇ ਵੀ ਕੈਂਡੀਡੇਟ ਨੂੰ, ਕਿਉਂਕਿ ਇਸ ਗੱਲ ਦਾ ਵੀ ਧਿਆਨ ਉਹਨਾਂ ਨੇ ਰੱਖਿਆ ਕਿ ਕਰਪਟ ਨਾ ਹੋਏ ਸਿਸਟਮ, ਕਿ ਵੀ ਤੁਸੀਂ ਕਿਸੇ ਤੋਂ ਪੈਸੇ ਖਾ ਰਹੇ ਹੋ ਔਰ ਫਿਰ ਉਹਦਾ ਹੀ ਕੰਮ ਕਰ ਰਹੇ ਹੋ। ਹਾਲਾਂਕਿ ਸਿਸਟਮ ਇਹਨਾਂ ਨੇ ਵੀ ਜਿਹਨੂੰ ਇਹ ਤਾਂ ਇਲੈਕਸ਼ਨ ਕਮਿਸ਼ਨ ਦੇ ਲਾਅ ਨੇ ਜਿਹਦੇ ਥੱਲੇ ਨਹੀਂ ਹੋ ਸਕਦਾ, ਲੇਕਿਨ ਸੌਫਟ ਮਨੀ ਦਾ ਤਰੀਕਾ ਹੈਗਾ। ਉਹ ਵੱਡੀਆਂ ਫਰਮਾਂ ਜਾਂ ਦੂਜੀਆਂ ਉਹ ਉਸ ਕੈਟਾਗਰੀ 'ਚ ਜਦੋਂ ਦਿੰਦੀਆਂ ਨੇ ਉਹ ਮਿਲੀਅਨਸ ਦੀ ਡੋਨੇਸ਼ਨ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਇੱਥੇ ਵੱਡੀਆਂ ਲੌਬੀਜ਼ ਨੇ, ਇੰਪਲੋਈਜ਼ ਹੋਣ, ਟੀਚਰਸ ਹੋਣ, ਗੇ ਲੈਸਬੀਅਨ ਹੋਏ, ਰਾਈਫਲਸ ਐਸੋਸੀਏਸ਼ਨਸ ਹੋਣ, ਉਹ ਦੋਨੋਂ ਹੀ ਪਾਰਟੀਆਂ ਨੂੰ, ਰਿਪਬਲਿਕਨ ਔਰ ਡੈਮੋਕ੍ਰੇਟਾਂ ਨੂੰ ਜਿਹੜਾ ਉਹ ਫੰਡ ਕਰਦੀਆਂ। 19-20 ਦਾ ਫਰਕ ਰੱਖਦੀਆਂ। ਜਿਹੜਾ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇੱਧਰ ਜਿੱਤਣ ਵਾਲਾ ਹੈ ਜਾਂ ਉੱਧਰ ਹੈ, ਜਾਂ ਉਹਨੂੰ 20 ਮਿਲੀਅਨ ਦਿੱਤਾ, ਦੂਜੇ ਨੂੰ 18 ਦੇ ਦੇਣਗੇ। ਸੋ ਇਹ ਉਹਨਾਂ ਨੂੰ ਗੁੱਡ ਹਿਊਮਰ 'ਚ ਰੱਖਦੀਆਂ ਨੇ, ਕਿਉਂਕਿ ਪੋਲੀਟੀਸ਼ੀਅਨ ਦਾ ਪੋਲੀਟੀਸ਼ੀਅਨ ਹੀ ਨੇ, ਉਹ ਹਰ ਪਾਸੇ ਪ੍ਰਭਾਵ ਕਬੂਲਦੇ ਨੇ ਜਿਸ ਕੰਸਟੀਚੁਐਂਸੀ 'ਚੋਂ ਆਉਂਦੇ ਨੇ। ਜੇ ਹੁਣ ਐਗਰੀਕਲਚਰ ਬੈਲਟ ਦੇ ਜਾਂ ਸਾਊਥ ਦੀਆਂ ਸਟੇਟਾਂ ਦੇ ਨੇ ਤੇ ਉਹਨਾਂ ਨੇ ਆਪਣੇ ਵਰਕਰਸ ਦਾ ਔਰ ਇੰਪਲੋਇਮੈਂਟ ਔਰ ਕੋਈ ਜਿਹੜਾ ਉਹ ਕਿਤੇ ਕੇਨ ਸ਼ੂਗਰ ਹੈ, ਕਿਤੇ ਰਾਈਸ ਔਰ ਦੂਸਰੇ ਫਾਰਮਰਸ ਨੇ, ਉਹਨਾਂ ਦੇ ਕੀ ਇੰਟਰਸਟ ਨੇ। ਸੋ ਇਹ ਮੈਂ ਇੱਕ ਸਿਸਟਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਜਿਹੜੇ ਫੋਰਨ ਏਜੰਟ ਨੇ, ਜਿਹੜੇ ਫੋਰਨ ਮੁਲਕਾਂ ਦੇ ਲਈ ਜਿਹੜੇ ਲੌਬੀ ਕਰਦੇ ਨੇ ਉਹਨਾਂ ਦੇ ਇੰਟਰਸਟ ਲਈ, ਉਹਨਾਂ ਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ ਔਰ ਉਹਨਾਂ ਦੇ ਉੱਤੇ ਜਿਹੜੀ ਹੈ ਜ਼ਿਆਦਾ ਨਿਗਾਹਸਾਨੀ ਹੁੰਦੀ ਹੈ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਦੀਆਂ ਵੀ, ਤਾਂ ਕਿ ਫੋਰਨ ਮਨੀ, ਬਾਹਰਲੇ ਮੁਲਕਾਂ ਦੀ ਮਨੀ ਆ ਕੇ ਇੱਥੇ ਸਿਸਟਮ ਨੂੰ ਕਰਪਟ ਨਾ ਕਰੇ ਔਰ ਬਾਹਰਲੇ ਮੁਲਕਾਂ ਦੇ ਇੰਟਰਸਟ ਜਿਹੜੇ ਨੇ ਉਹ ਹਾਵੀ ਨਾ ਹੋਣ ਅਮਰੀਕਨ ਪਾਲਿਸੀਜ਼ ਦੇ ਉੱਤੇ। ਹੁਣ ਜਿਵੇਂ ਕੈਨੇਡਾ ਬਾਰੇ ਤਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਚਾਰਜ ਲਾਇਆ ਸੀ, ਜਸਟਿਨ ਟਰੂਡੋ ਨੇ, ਚਾਈਨਾ ਦੇ ਉੱਤੇ, ਕਿ ਵੀ ਉਹਨਾਂ ਨੇ ਕਿਵੇਂ ਕੀਤਾ। ਉਹਨਾਂ ਦੇ ਡਿਫਰੈਂਟ ਲਾਅ ਨੇ, ਪਰ ਮੈਂ ਅਮਰੀਕਾ ਦੀ ਗੱਲ ਕਰ ਰਿਹਾ। ਕੈਨੇਡਾ 'ਚ ਵੀ ਇਹ ਪਾਰਟ ਹੈ ਕਿ ਭਾਈ ਜਿਹੜੇ ਨੇ ਤੁਸੀਂ ਗਰੂਮ ਕਰਦੇ ਹੋ ਕਿਸੇ ਨੂੰ, ਫਿਰ ਉਹ ਤੁਹਾਡੇ ਇੰਟਰਸਟ ਦੀ ਗੱਲ ਕਰਦਾ ਹੈ, ਜਾਂ ਕਿਸੇ ਸਟੇਜ ਦੇ ਉੱਤੇ ਫਿਰ ਜੇ ਉਹ ਕਿਸੇ ਕੀ ਪੋਜੀਸ਼ਨ ਤੇ ਆ ਜਾਏ ਇਸ ਕਿਸਮ ਦਾ, ਉਹ ਸਪਾਈਂਗ ਵੀ ਕਰਦੇ ਨੇ। ਇਵੇਂ ਹੀ ਹੁੰਦਾ, ਉਹ ਫਿਰ ਦਸਤਾਵੇਜ਼ ਇੱਕ ਦੇ ਦੂਜੇ ਸੀਕ੍ਰੇਟ ਦਸਤਾਵੇਜ਼ ਪਹੁੰਚਾਉਣਾ, ਇਸ ਲਈ ਇਸ ਦੇ ਉੱਤੇ ਅੱਖ ਹੁੰਦੀ ਹੈ। ਹੁਣ ਜਿਹੜੀ ਕਾਰਵਾ ਮੈਗਜ਼ੀਨ ਦੀ ਸਟੋਰੀ ਜਿਹੜੀ ਕਿ ਉਹਨਾਂ ਦੇ ਮੇਜਰ ਨਿਊਜ਼ਪੇਪਰਸ ਨੂੰ ਵੀ ਲਾਉਣ ਤੇ ਮਜਬੂਰ ਹੋਣਾ ਪਿਆ, ਇਸ ਦੀ ਹੈਡਲਾਈਨ ਹੈ ਫਿਕਟੀਸ਼ੀਅਸ ਪਾਰਟੀ lobbied in US for India on Kashmir report. By early 2020, it appears that DPI lobbying efforts extended beyond the issue of Kashmir. ਹੁਣ ਇਹ ਰਿਪੋਰਟ ਇਹ ਹੈ ਕਿ ਭਾਈ ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਈਨੀ ਸਟੇਟਸ ਆਰਟੀਕਲ 370-35A ਖਤਮ ਕੀਤਾ ਗਿਆ ਹੈ ਔਰ ਈਵਨ ਉਹਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ ਗਿਆ ਹੈ, ਇਹਦੇ ਬਾਵਜੂਦ ਕਿ ਇਹ ਇਸ਼ੂ ਐਜ਼ ਏ ਡਿਸਪਿਊਟਡ ਟੈਰੀਟੋਰੀ UN ਸਿਕਿਉਰਿਟੀ ਕਾਉਂਸਲ ਦੇ ਸਾਹਮਣੇ ਹੈ, ਜਿਹਦੇ 14-15 ਰੈਜ਼ੋਲੂਸ਼ਨ ਜੰਮੂ ਕਸ਼ਮੀਰ ਦੇ ਵਿੱਚ ਪਲੇਬਿਸਾਈਟ ਦੀ ਗੱਲ ਕਰਦੇ ਨੇ। ਔਰ ਇਸ ਦੇ ਉੱਤੇ US ਕਾਂਗਰਸ ਦੇ ਵਿੱਚ ਕੁਝ ਵੋਕਲ ਕਾਂਗਰਸਮੈਨ ਵੂਮਨ, ਜਿਨ੍ਹਾਂ 'ਚ ਜਿਹੜੀ ਹੁਣ ਵਾਈਸ ਪ੍ਰੈਜ਼ੀਡੈਂਟ ਹੈ ਕਮਲਾ ਹੈਰਿਸ, ਇਹ ਵੀ ਸੀ, ਉਹਨਾਂ 'ਚ ਜੈਪਾਲ ਬੀਬੀ ਹੈ ਉੱਥੋਂ ਹੀ ਸੀਐਟਲ ਤੋਂ, ਉਹ ਵੀ ਇੰਡੀਅਨ, ਔਰ ਉਹ ਵੀ ਸੀ, ਔਰ ਹੋਰ ਵੀ ਜਿਹੜੀਆਂ ਨੇ ਹੀਅਰਿੰਗਸ ਵੀ ਹੋਈਆਂ, ਔਰ ਖ਼ਾਸ ਤੌਰ ਤੇ ਜਿਹੜੀ ਫੌਜ ਉੱਥੇ ਰੱਖ ਕੇ ਜ਼ੁਲਮ ਕਰ ਰਹੇ ਸੀ। ਇਸੇ ਤਰੀਕੇ ਨਾਲ ਹੁਣ ਇਹਨਾਂ ਨੂੰ ਵੀ ਪਤਾ ਸੀ, ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਡਿਸਇਨਫੋ ਲੈਬ ਦੇ ਥੱਲੇ ਉਹਨਾਂ ਨੇ ਪੈਸਾ ਖਰਚ ਕੇ ਯੂਰਪੀਅਨ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਕਸ਼ਮੀਰ ਭਜਵਾਇਆ, ਇਹ ਦੱਸਣ ਦੇ ਲਈ ਕਿ ਉੱਥੇ ਤਾਂ ਸਭ ਕੁਝ ਨਾਰਮਲ ਹੈ, ਔਰ ਉਹਨਾਂ ਨੂੰ ਉੱਥੇ ਹੀ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਲਿਜਾਣਾ ਸੀ। ਉਹ ਤਾਂ ਪਹਿਲਾਂ ਹੀ ਉਹਨਾਂ ਦੇ ਮੂੰਹ ਖਾਂਦਾ, ਅੱਖਾਂ ਸ਼ਰਮਾਂਦੀਆਂ, ਉਹਨਾਂ ਦੀ ਜਿਹੜੀ ਹੈ ਉਹ ਹੌਸਪਿਟੈਲਿਟੀ ਇੰਜੋਏ ਕਰ ਰਹੇ ਸੀ। ਸੋ ਅਮਰੀਕਾ 'ਚ ਇੰਡੀਆ ਨੇ ਰਿਅਲਾਈਜ਼ ਕੀਤਾ, ਆਨਾ ਟਰੰਪ ਐਡਮਿਨਿਸਟ੍ਰੇਸ਼ਨ ਸੀ ਉਦੋਂ, ਔਰ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਹੈ ਕਿ ਜੋ ਵੀ ਹੋਇਆ
ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਮਰਜ਼ੀ ਨਾਲ ਹੋਇਆ। ਜੀ ਔਰ ਮੈਂ ਜਦੋਂ ਹੁਣ ਪਿੱਛੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਸਮਾਗਮ ਤੇ ਸੀ, ਇੱਕ ਬੜੇ ਇੰਪੋਰਟੈਂਟ ਜਿਹੜੇ ਫੌਜ ਦੇ ਵਿੱਚ ਹਾਇਰ ਲੈਵਲ ਤੇ ਰਹੇ ਪਾਕਿਸਤਾਨ ਦੇ, ਉਹਨਾਂ ਨੇ ਮੈਨੂੰ ਪਾਸੇ ਲਿਜਾ ਕੇ ਕੋਈ ਗੱਲ ਹੋਈ, ਉਹ ਐਡਮਾਇਰ ਕਰਦੇ ਨੇ ਕਿ ਭਾਈ ਅਸੀਂ ਕਸ਼ਮੀਰੀਆਂ ਦੇ ਕੇਸ ਨੂੰ ਕਸ਼ਮੀਰੀਆਂ ਤੋਂ ਵੀ ਵੱਧ ਐਡਵੋਕੇਟ ਕਰਦੇ ਹਾਂ। ਪਰ ਉਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ, ਉਹਨੇ ਮੈਨੂੰ ਜਿਹੜਾ ਥੋੜਾ ਜਿਹਾ ਧੱਕਾ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਜੀ ਈਵਨ ਜਿਹੜੀ ਪਾਕਿਸਤਾਨ ਦੇ ਵਿੱਚ ਵੀ ਦਾ ਪੀਪਲ ਹੂ ਮੈਟਰ ਦੇ ਵਰ ਆਲਵੇਜ਼ ਆਲਸੋ ਔਨ ਬੋਰਡ, ਕਿ ਵੀ ਜੇ ਉਹ ਜਿਹੜਾ ਇਹ ਲਿਆ ਗਿਆ ਫੈਸਲਾ ਇਹ ਮਹਿਜ਼ ਇਹ ਨਹੀਂ ਹੈ। ਫਿਰ ਉਹਨਾਂ ਨੇ ਮੈਨੂੰ ਮੈਂ ਤਾਂ ਸੁਣਨਾ ਹੀ ਸੀ, ਮੈਨੂੰ ਤਾਂ ਕੋਈ ਇਸ ਦੀ ਇੰਟੀਰੀਅਰ ਦੀ ਜਾਣਕਾਰੀ ਨਹੀਂ ਹੈ, ਪਰ ਉਸ ਤੋਂ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਵੀ ਈਵਨ ਵਿਦਨ ਵੀ ਪਾਕਿਸਤਾਨ ਦੇ ਇੱਕ ਰਾਏ, ਉਸ ਤੋਂ ਪਹਿਲਾਂ ਕੁਝ ਪੋਲੀਟੀਕਲ ਐਕਟਿਵਿਸਟ ਨੇ ਮੈਨੂੰ ਜਿਹੜੀਆਂ ਵਿਰੋਧੀ ਪਾਰਟੀ ਦੇ ਸੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਇਹ ਵੀ ਰਲੇ ਹੋਏ ਨੇ, ਪਰ ਮੈਂ ਉਹਦੇ ਤੇ ਕਿਉਂਕਿ ਵਿਰੋਧੀਆਂ ਨੇ ਤਾਂ ਹੋਣਾ ਹੀ ਹੁੰਦਾ, ਪਰ ਜਦੋਂ ਕੋਈ ਇਸ ਲੈਵਲ ਦਾ ਕ੍ਰੈਡੀਬਲ ਬੰਦਾ ਵੀ ਇਹ ਕਹੇ ਕਿ ਜੀ ਪ੍ਰੋਮਿਸ ਕੁਝ ਹੋਰ ਕੀਤਾ ਗਿਆ ਉਹਨਾਂ ਨੂੰ ਕਿ ਭਾਈ ਇਹਨੂੰ ਸੈਟਲ ਕਰੋ ਜਿੱਥੇ ਕਿ ਹੈ, ਇਹਨੂੰ ਹੀ ਪਰਮਾਨੈਂਟ ਬਾਰਡਰ ਬਣਾ ਦਿਓ ਲਾਈਨ ਆਫ LOC ਨੂੰ, ਔਰ ਤੁਹਾਨੂੰ ਇਹ ਦਿਆਂਗੇ ਵੀ ਉਹ ਦੂਸਰੇ ਪਾਰਟ ਤੋਂ ਮੁੱਕਰ ਗਏ, ਇਸ ਲਈ ਹੁਣ ਇਹ ਚੁਭਣ ਲੱਗ ਗਿਆ ਬਹੁਤ, ਅਦਰਵਾਈਜ਼ ਹੈ ਇਹ ਪਤਾ ਨਹੀਂ ਠੀਕ ਹੈ ਕਿ ਨਹੀਂ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਟਰੰਪ ਦੀ ਓਕੇ ਤੋਂ ਬਾਅਦ ਹੀ ਮੋਦੀ ਨੇ ਕੀਤਾ, ਪਰ ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਥੇ ਇਹ ਨਹੀਂ ਹੈ ਵੀ ਹਰ ਬ੍ਰਾਂਚ ਇੱਕ ਦੂਜੇ ਨਾਲ ਬੱਝੀ ਹੋਈ ਹੈ, US ਕਾਂਗਰਸ ਇੰਡੀਪੈਂਡੈਂਟ ਬਾਡੀ ਹੈ। ਸੋ ਇੰਡੀਆ ਨੇ ਰਿਅਲਾਈਜ਼ ਕਰਦੇ ਆ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏਗਾ। ਉਹਨਾਂ ਨੇ ਜਿਹੜਾ ਲੌਬਿੰਗ ਫਰਮ, ਜਿਹੜੀ ਹੁਣ ਲੌਬਿੰਗ ਫਰਮ ਤਾਂ ਐਜ਼ ਅ ਫੋਰਨ ਏਜੰਟ ਵੀ ਉਹ ਹਾਇਰ ਕਰ ਸਕਦੇ ਸੀ, ਲੇਕਿਨ ਕਿਉਂਕਿ ਉਹਨਾਂ ਨੇ ਡਰਟੀ ਕੰਮ ਕਰਨਾ ਹੁੰਦਾ ਹੈ, ਉਹਨਾਂ ਨੇ ਇੱਕ ਕੋਈ ਪ੍ਰੋਪਰ ਐਜ਼ ਅ ਫੋਰਨ ਏਜੰਟ ਉਹ ਐਮਬੈਸੀ ਕਰ ਨਹੀਂ ਸਕਦੀ। ਹੁਣ ਜਿਹੜਾ ਐਮਬੈਸੀ ਹੈ ਜਦੋਂ ਇਹ ਆਪਣੇ ਕ੍ਰੈਡੈਂਸ਼ੀਅਲਸ ਪੇਸ਼ ਕਰਦੇ ਨੇ ਐਮਬੈਸਡਰ, ਜਦੋਂ ਉਹ ਵਿਦਨ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਉਹ ਗੱਲ ਮੈਂ ਕਈ ਵਾਰ ਕਹੀ ਹੈ ਕਿ ਆਪਣੇ ਲੋਕ ਜਦੋਂ ਇਹ ਕਿਸੇ ਨੂੰ ਵੀਜ਼ੇ ਦੀ ਧਮਕੀ ਦਿੰਦੇ ਨੇ ਜਾਂ ਗੁਰਦੁਆਰਿਆਂ 'ਚ ਇੰਟਰਫੀਅਰ ਕਰਦੇ ਨੇ, ਅਸੀਂ ਪੁਆਇੰਟ ਆਊਟ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਵੀ, ਕਿਉਂਕਿ ਅਸੀਂ ਇੰਡੀਆ ਦੇ ਗਿੱਜੇ ਹੋਏ ਜੀ, ਉੱਥੇ ਹਰ ਕੋਈ ਹਰ ਇੱਕ ਚੀਜ਼ ਦੇ ਵਿੱਚ ਲੱਤ ਪਸੰਦ ਹੈ। ਇਹ ਅਗੇਂਸਟ ਦਾ ਲਾਅ ਹੈ ਔਰ ਇਹ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਇੰਡੀਪੈਂਡੈਂਟਲੀ ਐਮਬੈਸੀ ਦੇ ਤੌਰ ਤੇ ਕਸ਼ਮੀਰ ਦੇ ਮੁੱਦੇ ਤੇ ਲੌਬੀ ਨਹੀਂ ਕਰ ਸਕਦੇ ਜਾਂ ਅਮਰੀਕਨ ਲਾਅ ਮੇਕਰਸ ਤੱਕ ਪਹੁੰਚ ਨਹੀਂ ਕਰ ਸਕਦੇ। ਜੇ ਐਜ਼ ਅ ਫੋਰਨ ਏਜੰਟ ਕਰਕੇ ਕਰਨਗੇ, ਉਹ ਲੌਬਿੰਗ ਫਰਮ ਹਾਇਰ ਕਰਕੇ, ਉਸ ਲਈ ਉਹਦੇ ਲਈ ਇੱਕ ਪ੍ਰੋਸੀਜਰ ਹੈ, ਉਹਦੇ ਚੋਂ ਨਿਕਲਣਾ ਪੈਂਦਾ, ਉਹਦੇ ਤੇ ਅੱਖ ਵੀ ਪੂਰੀ ਹੁੰਦੀ ਹੈ। ਸੋ ਇਹਨਾਂ ਨੇ ਕੀ ਕੀਤਾ ਕਿ ਐਡਰੈਸ ਐਮਬੈਸੀ ਦਾ ਦਿੱਤਾ ਜਿੱਥੇ ਇੰਡੀਅਨ ਐਮਬੈਸੀ ਹੈ, ਫੇਕ ਨੇਮ ਦੇ ਥੱਲੇ, ਔਰ ਇਹ ਇਸ ਰਿਪੋਰਟ ਦੇ ਮੁਤਾਬਕ ਹੈ ਕਿ $10 ਮਿਲੀਅਨ ਇਹਨਾਂ ਨੇ ਇਸ ਰਾਹੀਂ ਜਿਹੜਾ ਉਹ ਖਰਚ ਕੀਤੇ। ਔਰ ਇਹ ਬਿਗਨਿੰਗ ਇਹ ਹੈ ਕਿ ਐਨ ਅਬਸਕਿਓਰ ਪੋਲੀਟੀਕਲ ਪਾਰਟੀ with its address the same as Indian embassy in Washington was used by Modi government to covertly influence US politicians, says a report. Covertly, covert ਹੁੰਦਾ up, covert ਹੁੰਦਾ ਖੁਫੀਆ ਤਰੀਕੇ ਨਾਲ, ਕਿ ਮਤਲਬ ਇਹ ਹੈ ਕਿ $10 ਮਿਲੀਅਨ ਇਹਨਾਂ ਨੇ ਬਰਾਈਬ ਹੀ ਦਿੱਤਾ ਹੈ। ਉਹ ਜਿਹੜੇ ਵੀ ਬੰਦੇ ਰੱਖੇ ਹੋਣਗੇ ਜਿਨ੍ਹਾਂ ਤੋਂ ਕਾਊਂਟਰ ਕਰਵਾਇਆ ਜਾਂ ਜਿਨ੍ਹਾਂ ਨੂੰ ਕੋਈ ਚੁੱਪ ਵੀ ਕਰਵਾਇਆ ਹੋਏਗਾ, ਹੁਣ $10 ਮਿਲੀਅਨ ਛੋਟਾ ਨਹੀਂ ਹੁੰਦਾ, ਇਹ ਟੈਕਸ ਪੇਅਰ ਮਨੀ ਹੈ। ਲੇਕਿਨ ਇੱਥੇ ਜਿਹੜੇ ਇਹਨਾਂ ਦੇ ਜਿਹੜੇ ਰਾਹ ਦਾ ਬੰਦਾ ਵਿੱਚ ਲਿਆ ਕੇ ਬਿਠਾਇਆ ਹੁੰਦਾ ਇੱਥੇ ਐਮਬੈਸੀ ਦੇ ਵਿੱਚ, ਉਹ ਕੋਈ ਪ੍ਰੈਸ ਸੈਕਟਰੀ ਦਾ ਲੇਬਲ ਹੁੰਦਾ ਹੈ, ਕੋਈ ਮਿਲਟਰੀ ਅਟੈਸ਼ੀ ਦਾ ਹੁੰਦਾ ਹੈ, ਬ੍ਰਿਗੇਡੀਅਰ ਰੈਂਕ ਵੀ ਹੁੰਦੇ ਨੇ ਉਹਨਾਂ ਦੇ, ਉਹਨਾਂ ਰਾਹੀਂ ਉਹ ਮਨੀ ਜਿਹੜੀ ਹੈ ਉਹ ਸਾਈਫਨ ਆਊਟ ਕਰਦੇ ਨੇ। ਔਰ ਇਹ ਰਿਪੋਰਟ ਹੈ ਕਿ ਭਾਈ ਬੇਸ਼ੱਕ ਲੌਬਿੰਗ ਲੀਗਲ ਹੈ US, but Modi government appears to have taken lobbying efforts in the United States to unprecedented levels, ਕਿ ਇਦਾਂ ਪਹਿਲਾਂ ਨਹੀਂ ਦੇਖਿਆ ਗਿਆ। Since coming to power in 2014, it has paid over $10 million, rupees 800 crore to lobbying firms through the Indian embassy in Washington DC, says the report in the Karwa magazine. Credible source है और उन्होंने क्या उन्होंने ਜਿਹੜੀ ਇੱਕ ਸਪੈਸ਼ਲ ਲੌਬਿੰਗ ਫॉर ਐਕਸਪਰਟ ਹੈ ਜੇਮਸ ਥਰਬਰ, ਉਹਨੇ ਇਸ ਦੇ ਵਿੱਚ ਕਿਹਾ this is odd and strange ਕਿ ਅਮਰੀਕਾ 'ਚ ਇਵੇਂ ਕਰਨਾ ਇਹ odd ਹੈ, against the law ਹੈ, strange ਹੈ। it seems to be party which doesn't exist, ਉਹ ਹੈ ਹੀ ਨਹੀਂ ਸੀ ਜਿਹੜੀ ਫਰਮ ਦਾ ਕੋਈ ਫੇਕ ਨਾਂ ਸੀ, ਉਹ ਐਗਜ਼ਿਸਟ ਹੀ ਨਹੀਂ ਸੀ ਕਰਦੀ, but was created for the purpose of registration to keep the Republic of India out of picture, ਕਿ ਉਹ ਸੀਨ ਤੋਂ ਬਾਹਰ ਨੇ
ਤੁਸੀਂ ਇੱਕ ਫੇਕ ਨਾਂ ਦੇ ਥੱਲੇ ਰਜਿਸਟਰ ਕੀਤਾ ਹੈ। The DAPI seems to have been created during a period when there was great focus and criticism on the Indian government for Kashmir, ਕਿਉਂਕਿ ਉਹਨਾਂ ਦੇ ਉੱਤੇ criticism ਸੀ ਔਰ ਇਹ ਸੀ, ਔਰ ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਕ੍ਰੀਏਟ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਉਹੀ ਪੀਰੀਅਡ ਸੀ ਜਦੋਂ ਆਰਟੀਕਲ 370 ਖਤਮ ਕੀਤਾ ਗਿਆ 2019 ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਲਾਅ ਮੇਕਰਸ ਦੇ ਵਿੱਚ ਗੁੱਸਾ ਸੀ ਜਿਹੜਾ ਪਹਿਲਾਂ ਕੁਝ ਮਹੀਨੇ ਪਹਿਲਾਂ ਪਾਸ ਕੀਤਾ ਗਿਆ ਸੀ। ਔਰ ਇਸ ਪੀਰੀਅਡ ਦੇ ਵਿੱਚ ਫਿਰ ਜਿਹੜੇ ਨੇ ਗਵਰਨਮੈਂਟ ਨੇ ਲੌਬਿੰਗ ਕੰਟਰੈਕਟ ਸਾਈਨ ਕੀਤੇ ਵਰਥ ₹4.4 ਮਿਲੀਅਨ ਬਿਟਵੀਨ ਜੂਨ 2019 ਐਂਡ ਸਪਟੈਂਬਰ 22। ਔਰ ਇਹ ਰਿਪੋਰਟ ਵਾਲੀ ਵੀ ਬੀਬੀ ਉਰਵਸ਼ੀ ਸਰਕਾਰ ਨੇ US ਡਿਪਾਰਟਮੈਂਟ ਫॉर ਜਸਟਿਸ ਦੀਆਂ ਦੇ ਰਿਕਾਰਡ ਚੋਂ ਕੱਢਿਆ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਅਲਟੀਮੇਟਲੀ ਇਹ ਜਿਹੜੀ ਫੇਕ ਕਾਰਨਰਸਟੋਨ ਨਾਂ ਦੀ ਕੰਪਨੀ ਸੀ, ਜਦੋਂ ਇਹ ਭੇਦ ਖੁੱਲ੍ਹਣਾ ਸ਼ੁਰੂ ਹੋਇਆ ਤੇ ਫਿਰ ਉਹਨਾਂ ਨੇ ਜਿਹੜਾ ਸਟ੍ਰੈਟੇਜਿਕ ਕਾਉਂਸਲ ਟੈਕਟੀਕਲ ਪਲੈਨਿੰਗ ਗਵਰਨਮੈਂਟ ਰਿਲੇਸ਼ਨ ਕਾਲੀ ਦੇ ਵਿੱਚ ਕੰਟਰੈਕਟ ਸਾਈਨ ਕੀਤਾ, ਲੇਕਿਨ ਇਹ ਫੇਕਨੈਸ ਸਾਹਮਣੇ ਆ ਗਈ। ਹੁਣ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹ ਇੱਥੇ ਬੈਠੇ ਕਰ ਰਹੇ ਨੇ, ਔਰ ਜੋ ਉੱਥੇ ਮੀਡੀਆ ਦੇ ਨਾਲ ਹੁੰਦੇ ਆ ਜੋ ਚੱਲ ਰਿਹਾ ਉਸ 'ਚ ਅਸੀਂ ਦੇਖਦੇ ਹਾਂ ਕਿ ਹੁਣ ਜਿਵੇਂ ਅੱਜ ਵਾਲ ਸਟਰੀਟ ਜਰਨਲ ਨੇ ਦੀ ਇੱਕ ਸਟੋਰੀ ਹੈ, ਪਰ ਕਿਉਂਕਿ ਇਹ ਸਬਸਕ੍ਰਿਪਸ਼ਨ ਮੰਗਦੇ ਨੇ ਇਹ ਮੈਂ ਖੋਲ ਨਹੀਂ ਸਕਿਆ ਸਟੋਰੀ ਪੂਰੀ, ਲੇਕਿਨ ਇਹ ਨਿਊਲੇ ਪਰਨੈਲ ਦੀ ਸਟੋਰੀ ਜਿਹੜਾ ਵਾਲ ਸਟਰੀਟ ਜਰਨਲ ਨਿਊਜ਼ ਐਕਸਕਲੂਸਿਵ guns offered for sale in Facebook groups devoted to religious extremism in India. Facebook rejected complaints about the posts violating the company's rules, then later took them down. ਹੁਣ ਇਹਦੀ ਡਿਟੇਲ ਖਬਰ ਤਾਂ ਨਹੀਂ ਮੇਰੇ ਕੋਲ ਹੈ, ਪਰ ਇਹ ਇਸ ਚੋਂ ਇਹ ਲੱਗਦਾ ਹੈ ਕਿ ਵੀ ਫੇਸਬੁੱਕ ਦੇ ਉੱਤੇ ਜਿਹੜੇ ਹਿੰਦੂਤਵੀ ਗਰੁੱਪ ਬਣੇ ਹੋਏ ਨੇ ਐਕਸਟ੍ਰੀਮਿਜ਼ਮ ਦੇ, ਉਹਨਾਂ ਨੇ ਆਪਣੇ ਗਰੁੱਪਾਂ ਦੇ ਵਿੱਚ ਈਵਨ ਗਨਸ ਦੀ ਸੇਲ ਨੂੰ ਪ੍ਰਮੋਟ ਕੀਤਾ, ਆਫਰ ਕੀਤੀਆਂ ਕਿ ਭਾਈ ਤੁਸੀਂ ਇਹ ਲੈ ਸਕਦੇ ਹੋ। ਔਰ ਇਸ ਬਾਰੇ ਜਿਹੜਾ ਨਜ਼ਰ ਰੱਖਣ ਵਾਲਾ ਇੱਕ ਸ਼ਖਸ ਸੀ ਉਸਨੇ ਇਸ ਦੇ ਉੱਤੇ ਕਾਫੀ ਜਦੋਂ ਮਿਹਨਤ ਕਰਕੇ ਕੱਢਿਆ ਕਿ ਭਾਈ ਇਹ ਤਾਂ ਵਾਇਲੈਂਸ ਲੋਕਾਂ ਨੂੰ ਆਪਣਿਆਂ ਨੂੰ ਗਨਸ ਦੇ ਮਤਲਬ ਇਹ ਹੈ ਕਿ ਉੱਥੇ ਤਾਂ ਮਾਰਨਗੇ ਦੂਜਿਆਂ ਨੂੰ। ਆਲਰੇਡੀ ਉਹਨਾਂ ਦੀ ਉਹ ਸਾਧਵੀ ਪ੍ਰਗਿਆ ਹੋਏ, ਬਜਰੰਗ ਦਲ ਹੋਏ, ਧਰਮ ਸਾਂਸਦ ਹੋਏ ਤਾਂ ਰੌਲਾ ਪਾ ਰਹੇ ਨੇ ਕਿ ਜੀ ਹਥਿਆਰ ਰੱਖੋ, ਹਥਿਆਰ ਕੋਈ ਜਿਹੜੇ ਨੇ ਉਹ ਮੂਲੀ ਗਾਜਰ ਕੱਟਣ ਲਈ ਨਹੀਂ ਰੱਖਣੇ, ਉਹ ਤੁਹਾਨੂੰ ਵੀ ਪਤਾ ਹੈ ਕਿਹਦੇ ਲਈ ਰੱਖਣੇ ਨੇ, ਇਹ ਉਹਨਾਂ ਨੂੰ ਕਹਿੰਦੇ ਨੇ। ਇਧਰ ਫੇਸਬੁੱਕ ਜਿਹੜੀ ਬਿਲਕੁਲ ਇਸ ਪੀਰੀਅਡ ਜੋ ਫੇਸਬੁੱਕ ਦਾ ਜਾਂ ਹੁਣ ਟਵਿੱਟਰ ਦਾ ਵੀ, ਹੁਣ ਟਵਿੱਟਰ ਨੇ ਪ੍ਰੈਸ਼ਰ ਦੇ ਥੱਲੇ ਇੰਡੀਅਨ ਗਵਰਨਮੈਂਟ ਦੇ BBC ਡਾਕੂਮੈਂਟਰੀ ਦਾ ਲਿੰਕ ਜਿਹੜਾ ਉਹਨੂੰ ਖਤਮ ਕਰ ਦਿੱਤਾ। ਸੋ ਮਤਲਬ ਇਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ। ਔਰ ਇਸੇ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਇਸ ਦੇ ਉੱਤੇ ਉਹਨਾਂ ਦਾ ਐਡੀਟੋਰੀਅਲ ਨੋਟ ਹੈ ਅੱਜ ਦੇ, ਇੰਡੀਆਜ਼ ਪ੍ਰਾਊਡ ਟ੍ਰੈਡੀਸ਼ਨ ਆਫ ਏ ਫ੍ਰੀ ਪ੍ਰੈਸ ਇਜ਼ ਐਟ ਰਿਸਕ, ਇਹ ਉਹਦਾ ਟਾਈਟਲ ਹੈ। ਔਰ ਉਹਦੀ ਬਿਗਨਿੰਗ ਹੀ ਹੈ, ਦਾ ਮਿਸਯੂਜ਼ ਆਫ देयर ਪਾਵਰਸ ਟੂ ਇੰਟੀਮੀਡੇਟ, ਸੈਂਸਰ, ਸਾਇਲੈਂਸ ਔਰ ਪਨਿਸ਼ ਇੰਡੀਪੈਂਡੈਂਟ ਨਿਊਜ਼ ਮੀਡੀਆ is an alarming hallmark of populist and authoritarian leaders, ਕਿ ਜਿਹੜੇ ਪਪੂਲਰ ਵੀ ਹੁੰਦੇ ਨੇ ਬਟ ਅਥੋਰੀਟੇਰੀਅਨ ਇਹ ਉਹਨਾਂ ਦਾ ਹੁੰਦਾ ਹੈ ਕਿ ਇੰਟੀਮੀਡੇਟ ਕਰੋ, ਸੈਂਸਰ ਕਰੋ, ਚੁੱਕ ਕੇ ਅੰਦਰ ਦਿਓ, ਮੁਕਾਬਲਾ ਬਣਾਓ। Prime Minister Modi of India has fallen squarely into this camp, and his actions to suppress freedom of press are undermining India's proud status as the world's largest democracy. ਕਿ ਜਿਹੜਾ ਇਹਨਾਂ ਨੇ ਪ੍ਰਾਊਡ ਆਪਣਾ ਬਣਾਇਆ ਹੋਇਆ ਸੀ ਲਾਰਜੈਸਟ ਡੈਮੋਕ੍ਰੇਸੀ ਦਾ, ਉਹ ਥੱਲੇ ਜਾ ਰਿਹਾ ਹੈ ਬਿਲਕੁਲ। Since Modi took office in 2014, journalists have increasingly risked their careers and their lives to report what the government doesn't want them to do. ਕਿ ਵੀ ਜੋ ਸਰਕਾਰ ਨਹੀਂ ਚਾਹੁੰਦੀ ਜਿਹਨਾਂ ਦੇ ਉੱਤੋਂ ਲਿਡ ਚੁੱਕਣ ਉਹ ਕਰਦੇ ਨੇ, ਔਰ ਉਹਨਾਂ ਦੀਆਂ ਜ਼ਿੰਦਗੀਆਂ ਵੀ ਜਾਂਦੀਆਂ ਨੇ, ਉਹਨਾਂ ਨੂੰ ਅਰੈਸਟ ਵੀ ਕੀਤਾ ਜਾਂਦਾ ਹੈ। ਔਰ ਇਸੇ 'ਚ ਹੀ ਉਹਨਾਂ ਨੇ ਨਿਊਯਾਰਕ ਟਾਈਮਜ਼ ਦੇ ਐਡੀਟੋਰੀਅਲ ਬੋਰਡ ਨੇ ਕੋਟ ਕੀਤਾ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਇੰਡੀਆ ਦਾ ਹਾਲ ਕੀ ਹੈ। ਇੰਡੀਆ ਰੈਂਕਸ 11th in the global impunity index of the committee to protect journalists, a tally of reporters whose deaths remain unsolved। 11ਵੇਂ ਨੰਬਰ ਤੇ ਹੈ ਇਹ ਜਿਹੜਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, CPJ ਇਹਨਾਂ ਨੂੰ ਕਹਿੰਦੇ ਨੇ, ਨਿਊਯਾਰਕ 'ਚ ਇਹਨਾਂ ਦਾ ਹੈ। ਜਦੋਂ ਇੱਕ ਵਾਰੀ ਇੱਕ ਸਿੱਖ ਜਰਨਲਿਸਟ ਚੁੱਕਿਆ ਸੀ ਇਹਨਾਂ ਨੇ ਪੰਜਾਬ 'ਚੋਂ, ਅਸੀਂ CPJ ਨੂੰ ਰਿਪੋਰਟ ਕੀਤਾ ਸੀ ਔਰ ਉਹਨਾਂ ਨੇ ਉਹਦੇ ਉੱਤੇ ਐਕਟ ਵੀ ਕੀਤਾ ਸੀ। ਫਿਰ ਉਹਨਾਂ ਨੇ ਇੰਡੀਆ ਦਾ ਹਾਲ ਕੀ ਹੈ, ਉਹਨਾਂ ਨੇ ਇਹ ਕਿਹਾ ਕਿ ਰਿਪੋਰਟਰਸ ਵਿਦਾਊਟ ਬਾਰਡਰਸ
reported India fell to 150 in 2022, its lowest ever rank out of 180 countries. कि जे दुनिया च 180 मुल्कां च प्रैस रैंकिंग की है, फ्रीडम किन्नी है, तो इंडिया जड़ा शेमनाक शर्मनाक 150वें नंबर ते है। सो मैं ये स्टोरीज वॉल स्ट्रीट जर्नल दी होए जां न्यूयॉर्क टाइम्स दी होए, इस तो ये दसना चाਹੁੰਦਾ कि इहदे बावजूद कि $10 मिलियन तो ज़्यादा इन्होंने खर्चा अपना झूठा, वो भी US का लॉ तोड़िया, लेकिन ਇਹਦੇ ਬਾਵਜੂਦ ਇੰਡੀਆ ਦਾ ਜਿਹੜਾ ਭੱਦਾ ਚਿਹਰਾ ਹੈ ਉਹ ਦੁਨੀਆ ਦੇ ਸਾਹਮਣੇ ਬੇਨਕਾਬ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਵਿੱਚ ਹਿੰਦੂ ਤਵੀਆਂ ਨੇ ਪੂਰੀ ਅੱਤ ਚੱਕੀ ਹੋਈ ਹੈ। ਆਸਟ੍ਰੇਲੀਆ ਹਿੰਦੂ ਐਸੋਸੀਏਸ਼ਨ ਵੱਲੋਂ ਸਿੱਖ ਕਿਰਪਾਨ ਤੇ ਪਾਬੰਦੀ ਲਾਉਣ ਤੇ ਪੈਟੀਸ਼ਨ ਸ਼ੁਰੂ ਕੀਤੀ ਗਈ ਸੀ। ਸੋ ਉਤਸ਼ਾਹੀ ਸਿੱਖਾਂ ਵੱਲੋਂ ਇੱਕ ਜਵਾਬੀ ਪੈਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਤੇ ਪਾਬੰਦੀ ਲਗਾਈ ਜਾਏ, ਕਿਉਂਕਿ ਇਹ ਇੱਕ ਨਸਲਵਾਦੀ ਜਮਾਤ ਹੈ ਜੋ ਕਿ ਨਫ਼ਰਤ ਫੈਲਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਆਸਟ੍ਰੇਲੀਆ ਰੀਅਲ ਬੈਟਲ ਗਰਾਊਂਡ ਹੈ, ਕਿਉਂਕਿ ਜਦੋਂ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦਾ ਐਲਾਨ ਹੁੰਦਾ ਹੈ, ਉਸ ਤੋਂ ਲੈ ਕੇ 29 ਜਨਵਰੀ ਤੱਕ ਜਦੋਂ ਵੋਟਾਂ ਪੈਣੀਆਂ ਨੇ, ਕਿਵੇਂ ਇੰਡੀਅਨ ਏਜੰਸੀਆਂ ਆਪਣੀ ਗੰਦੀ ਖੇਡ ਖੇਡਦੀਆਂ ਨੇ। 3 ਹਿੰਦੂ ਮੰਦਰਾਂ ਦੇ ਉੱਤੇ ਖੁਦ ਹੀ ਗ੍ਰੈਫਿਟੀ, ਔਰ ਫਿਰ ਉਹਨਾਂ ਦਾ ਹਿੰਦੂ ਗੂੰਸ ਦਾ, ਗੁਜਰਾਤੀਆਂ ਦਾ ਇੱਕ ਗਰੁੱਪ ਜਿਹੜਾ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾਂਦਾ ਹੈ ਸਿੰਘਾਂ ਵੱਲੋਂ, ਔਰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਬਰਸ਼ ਪੇਂਟ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਜਾ ਰਹੇ ਸੀ। ਤਾਂ ਉਸ ਤੋਂ ਔਰ ਫਿਰ ਜੋ ਕੁਛ 29 ਜਨਵਰੀ ਨੂੰ ਹੋਇਆ, ਜਿਵੇਂ ਪਲਾਨ ਢੰਗ ਦੇ ਨਾਲ ਪਹਿਲੇ ਇੱਕ ਗਰੁੱਪ ਰਾਹੀਂ ਗੜਬੜ ਕੀਤੀ ਗਈ, ਫਿਰ ਵੱਡਾ ਗਰੁੱਪ ਲੈਂਡ ਕਰਦਾ ਹੈ। ਪਰ ਕਿਉਂਕਿ ਆਲਰੇਡੀ ਸਿੰਘ ਔਨ ਦਾ ਅਲਰਟ ਸਨ, ਔਰ ਉਹਨਾਂ ਨੇ ਜੋ ਵੀ ਉਹਨਾਂ ਦਾ ਤੌਰ ਤਰੀਕਾ ਸੀ ਉਹਦੇ ਰਾਹੀਂ ਉਹਨਾਂ ਨੂੰ ਜਿਹੜਾ ਉਹ ਭਾਜੀ ਮੋੜੀ
ਬੇਸ਼ੱਕ ਜਦੋਂ ਜੋ ਕੁਝ ਕੈਮਰੇ ਦੀ ਅੱਖ 'ਚ ਕੈਦ ਹੁੰਦਾ ਹੈ, ਕਈ ਵਾਰ ਉਹ 19 ਸੈਕਿੰਡਸ ਦਾ ਹੀ ਹਰ ਇੱਕ ਆਪਣੀ ਜਿਹੜੀ ਹੈ PR ਦੇ ਲਿਹਾਜ਼ ਨਾਲ ਉਹਨੂੰ ਵਰਤਦਾ ਹੈ। ਸੋ ਹਿੰਦੂ ਤਵੀਆਂ ਨੇ ਉਸ ਨੂੰ ਨੈਗੇਸ਼ਨ ਲਈ ਵੀ ਵਰਤਿਆ। ਪਰ ਜੇ ਕੁੱਲ ਮਿਲਾ ਕੇ ਦੇਖੀਏ, ਅੱਜ ਇੱਕ ਸਿੰਘ ਗੱਲ ਕਰ ਰਹੇ ਸੀ ਕਿ ਕਸ਼ਮੀਰੀ ਜਥੇਬੰਦੀਆਂ ਜਾਂ ਦੂਸਰੇ ਪਾਕਿਸਤਾਨੀ ਜਿਨ੍ਹਾਂ ਦੇ ਨਾਲ ਵੀ ਕੋਈ ਸਿੰਘਾਂ ਦਾ ਸੰਪਰਕ ਹੁੰਦਾ ਹੈ ਤੇ ਉਹ ਇਸ ਦੇ ਉੱਤੇ ਆਪਣਾ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਉਹ ਕਹਿੰਦੇ ਨੇ ਜੀ ਅਸੀਂ ਤਾਂ ਡਰੱਕ ਲੈਨੇ ਕਿ ਅਸੀਂ ਡਰੇ ਹੋਏ ਆ, ਉੱਥੇ ਵੀ ਇੱਥੇ ਵੀ ਇਹ ਕੰਮ ਸਿੰਘ ਹੀ ਕਰ ਸਕਦੇ ਸੀ ਕਿ ਭਈ ਇਹ ਚੜ ਕੇ ਆਇਆਂ ਨੂੰ ਜਿਹੜਾ ਸਵਾਦ ਚਖਾਇਆ ਹੈ ਔਰ ਇਹਨਾਂ ਦੀ ਜਿਹੜੀ ਖੁਰਕ ਹੈ ਉਹ ਥੋੜੀ ਜਿਹੀ ਜ਼ਰੂਰ ਮੱਠੀ ਕੀਤੀ ਹੈ। ਸੋ ਇੱਕ ਪਾਸਾ ਤਾਂ ਇਹ ਹੈ ਔਰ ਇਹੀ ਈਵਨ ਸਾਡੇ ਆਪਣੇ ਦਾਇਰਿਆਂ 'ਚ ਵੀ, ਦਾਇਰਾਕਾਰ 'ਚ ਵੀ ਜਿਹੜੀ ਇੱਕ ਸੋਚ ਤਾਂ ਹਮੇਸ਼ਾ ਇਸ ਦੇ ਉੱਤੇ ਹੁੰਦੀ ਹੈ ਕਿ ਵੀ ਨਹੀਂ ਇਹ ਜਿਹੜਾ ਇਹਨਾਂ ਨੂੰ ਜਦੋਂ ਤੱਕ ਜਿਹੜਾ ਉਹ ਤੱਤਾ ਪ੍ਰਸ਼ਾਦਾ ਮਿਲਿਆ ਨਾ ਤਾਂ ਇਹਨਾਂ ਹਟਣਾ ਨਹੀਂ ਹੈ। ਇਹ ਆਮ ਵੀ ਹੁੰਦਾ ਕਿ ਵੀ ਇਹ ਬਹੁਤ ਚਾਂਬਲਿਆ ਵੀ ਇਹਦੀ ਜਰਾ ਨਾ ਇੱਕ ਵਾਰੀ ਖੁਰਕ ਮੱਠੀ ਕਰੋ, ਇਹ ਆਮ ਵੀ ਹੁੰਦਾ। ਲੇਕਿਨ ਸਾਨੂੰ ਇਸ ਗੱਲ ਲਈ ਵੀ ਧਿਆਨ ਰੱਖਣ ਦੀ ਲੋੜ ਹੈ ਵੀ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਇਮੀਡੀਏਟ ਸੈਟਿਸਫੈਕਸ਼ਨ ਦਿੰਦੀਆਂ ਨੇ, ਦੁਸ਼ਮਣ ਜਿਹਦੇ ਨਾਲ ਸਾਡਾ ਵਾਹ ਹੈ, ਕਪਟੀ, ਚੋਰ, ਬੇਈਮਾਨ, ਠੱਗ, ਜਿੰਨੇ ਲਫ਼ਜ਼ ਗੂਨ, ਗੁੰਡਾ, ਠੱਗ, ਬੇਈਮਾਨ ਔਰ ਚਣਕਿਆ ਤੋਂ ਸ਼ੁਰੂ ਤੁਸੀਂ ਕਰ ਲਓ ਤੇ ਫਿਰ ਉਹ ਬਾਰ-ਬਾਰ ਮੈਨੂੰ ਉਹ ਦੁਹਰਾਉਣਾ ਵੀ ਚੰਗਾ ਨਹੀਂ ਲੱਗਦਾ। ਪਰ ਉਹੀ ਸਾਮ ਦਾਮ ਦੰਡ ਭੇਦ ਦਾ ਜਿਨ੍ਹਾਂ ਨੇ ਜਿਹੜਾ ਦੁਨੀਆ ਨੂੰ 4000 ਸਾਲ ਤੋਂ ਲੈ ਕੇ ਰਿਗਵੇਦ ਦੇ ਨਾਲ ਜਿਹੜੀ ਠੱਗੀ ਠੌਰੀ ਦਾ ਕਾਨਸੈਪਟ ਮਜ਼ਹਬ ਦੀ ਜਿਹੜੀ ਹੈ ਉਹ ਹਨੀ ਦੇ ਵਿੱਚ ਲਪੇਟ ਕੇ ਦਿੱਤਾ ਔਰ ਅੱਜ ਤੱਕ ਵੀ ਉਹਨਾਂ ਦਾ ਸੌਦਾ ਵਿਕ ਰਿਹਾ। ਅੱਜ ਵੀ ਜੇ ਉਹਨਾਂ ਦਾ ਗਊ ਮੂਤਰ ਤੇ ਗੋਹਾ ਵਿਕ ਸਕਦਾ ਹੈ, ਇੱਥੇ ਏਅਰਪੋਰਟਾਂ ਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਇਹ ਜਿਹੜੇ ਆਉਂਦੇ ਨੇ ਉੱਥੋਂ ਗੋਹੇ ਦੀਆਂ ਪਾਥੀਆਂ ਨਾਲ ਲੈ ਕੇ ਆਉਂਦੇ ਆ, ਪਤਾ ਨਹੀਂ ਕਾਹਦੇ ਲਈ, ਕੋਈ ਪੂਜਾ ਕਰਨ ਲਈ, ਉੱਥੋਂ ਕਾਊਡੋਂਗ ਉਹ ਕਿੰਨਾ ਉਹਨਾਂ ਨੇ ਏਅਰਪੋਰਟਾਂ ਤੇ ਟੈਚੀ ਖੋਲ ਕੇ ਕੱਢੇ ਨੇ। ਸੋ ਮਤਲਬ ਤੁਸੀਂ ਇਹਨਾਂ ਦਾ ਕਰ ਕੀ ਸਕਦੇ ਹੋ ਜੇ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਉਹ ਸੁਪਰਸਟੀਸ਼ਨ ਅੰਧ ਵਿਸ਼ਵਾਸ ਨੂੰ ਵੇਚਿਆ ਹੋਇਆ। ਸੋ ਜ਼ਾਹਰ ਹੈ ਕਿ ਵੀ ਇਹ ਪਾਸਾ ਜਿਹੜਾ ਉਹ ਸੋਚਦੇ ਸੀ ਕਿ ਭਾਈ ਇਸ ਦੇ ਨਾਲ ਜਿਹੜਾ ਉਹਨਾਂ ਨੇ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਕੀਤਾ ਜਦੋਂ 2-3 ਮਹੀਨੇ ਪਹਿਲਾਂ ਐਲਾਨ ਹੁੰਦਾ ਹੈ ਰੈਫਰੈਂਡਮ ਦਾ, ਉਹ ਚੱਲਿਆ ਨਹੀਂ। ਗੁਰਦੁਆਰਾ ਕਮੇਟੀਆਂ ਨੂੰ ਵੀ ਇਹਨਾਂ ਨੇ ਆਪਣੇ ਏਜੰਟਾਂ ਰਾਹੀਂ ਜਿਹੜਾ ਉਹ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਸੰਗਤ ਦਾ ਦਬਾਅ ਹੁੰਦਾ ਫਿਰ ਬੜੇ ਹੁਣ ਮਹੰਤ ਨਰੈਣੂ ਵਰਗੇ ਜਿਨ੍ਹਾਂ ਨੇ ਗੁੰਡੇ ਹਾਇਰ ਕੀਤੇ ਹੋਏ ਸੀ, ਤੇਲ ਰੱਖਿਆ ਸੀ ਅੰਦਰ, ਛਵੀਆਂ, ਬਰਛੇ, ਬੰਦੂਕਾਂ, ਠੀਕ ਹੈ 130-35 ਸਿੰਘ ਸ਼ਹੀਦ ਹੋਏ, ਪਰ ਉਸ ਦਾ ਨਤੀਜਾ ਫਿਰ ਇਹ ਸੀ ਕਿ ਵੀ ਸਿੰਘਾਂ ਦੀ ਫਿਰ ਤਾਕਤ ਦੇ ਸਾਹਮਣੇ ਬ੍ਰਿਟਿਸ਼ ਹਕੂਮਤ ਵੀ ਨਹੀਂ ਖਲੋ ਸਕੀ। ਜਿਹੜੀ ਪਹਿਲਾਂ ਵਿੰਗੇ ਟੇਢੇ ਢੰਗ ਨਾਲ ਮਹੰਤਾਂ ਦੀ ਪਿੱਠ ਤੇ ਖਲੋ ਕੇ ਉਹਨਾਂ ਨੂੰ ਲੱਗਦਾ ਸੀ ਮੈਨੇਜ ਕਰ ਹੀ ਰਹੇ ਸੀ। 1849 ਚ ਪੰਜਾਬ ਲਿਆ, 1920-21 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਹੁੰਦਾ, 70 ਸਾਲ ਵਰਤ ਹੀ ਰਹੇ ਸੀ। ਪਰ ਜਦੋਂ ਫਿਰ ਕੌਮ ਦੇ ਵਿੱਚ ਇੱਕ ਅਵੇਅਰਨੈਸ ਲੈਵਲ ਆ ਜਾਂਦਾ ਫਿਰ ਇਹ ਫਲੱਡ ਵਾਟਰ ਵਾਂਗ ਹੁੰਦਾ, ਫਿਰ ਕੋਈ ਸਾਹਮਣੇ ਖਲੋ ਨਹੀਂ ਸਕਦਾ ਹੈ। ਔਰ ਇਹੀ ਗੱਲ ਹੋਈ ਕਿਉਂਕਿ ਇਹਨਾਂ ਨੇ ਤਾਂ ਡਿਵਾਈਡ ਪੈਦਾ ਕਰਨ ਲਈ ਕਿ ਆਮ ਸਿੱਖ ਹੋਰ ਨੇ, ਖਾਲਿਸਤਾਨੀ ਹੋਰ ਨੇ, ਇਹ ਡਰਟੀ ਗੇਮ ਖੇਡਣੀ ਚਾਹੀ। ਪਰ ਜਿਉਂ-ਜਿਉਂ ਇਹਨਾਂ ਦੀ ਅਸਲੀਅਤ ਬਾਹਰ ਆਉਂਦੀ ਚਲੀ ਗਈ, ਕਾਮਨ ਸਿੱਖ ਨੂੰ ਵੀ ਸਮਝ ਆ ਗਈ ਵੀ ਨਹੀਂ ਇਹ ਬਹੁਤ ਗੰਦੀ ਖੇਡ ਰਹੇ ਨੇ। ਔਰ ਇਹ ਖੁਸ਼ੀ ਦੀ ਗੱਲ ਹੈ ਕਿ ਆਲਮੋਸਟ ਇਸ ਬੈਲਟ ਦੇ ਵਿੱਚ ਸਾਰੀਆਂ ਹੀ ਆਸਟ੍ਰੇਲੀਅਨ, ਇਹ ਮੈਲਬੌਰਨ ਔਰ ਪਰਥ ਔਰ ਸਾਰੇ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਇੱਕ ਪੇਜ ਤੇ ਨੇ। ਬੇਸ਼ੱਕ ਅੰਦਰ ਵੜ ਕੇ ਕਿਸੇ ਨੂੰ ਕੋਈ ਇਖਤਲਾਫਾਤ ਵੀ ਹੋਏ, ਲੇਕਿਨ ਕੋਈ ਵੀ ਉੱਘਾ ਵਿਅਕਤੀ ਜਾਂ ਉੱਘੀ ਸੰਸਥਾ ਜਿਹੜੀ ਹੈ ਉਹ ਹਿੰਦੂ ਤਵੀਆਂ ਦੇ ਹੱਥਾਂ ਦੇ ਵਿੱਚ ਨਹੀਂ ਖੇਡੀ। ਇਹਨੇ ਉਹਨਾਂ ਨੂੰ ਹੋਰ ਵੀ ਜਿਹੜਾ ਹੈ ਉਹ ਫਰਸਟ੍ਰੇਸ਼ਨ ਦਿੱਤੀ। ਔਰ ਇਹਨਾਂ ਨੇ ਜਿਵੇਂ ਆਪਣੀ ਉਸ ਐਸੋਸੀਏਸ਼ਨ ਜਿਹੜਾ ਇੱਕ ਪਾਸੇ ਆਸਟ੍ਰੇਲੀਅਨ ਡੇਲੀ ਦੇ ਨਾਂ ਥੱਲੇ, ਆਸਟ੍ਰੇਲੀਅਨ ਟੁਡੇ ਦੇ ਨਾਂ ਥੱਲੇ ਜੋ ਕੁਫਰ ਪ੍ਰਚਾਰਦੇ ਨੇ, ਦੂਸਰਾ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ, ਫਿਰ ਇਸ ਦੇ ਨਾਲ ਸੀ ਆਸਟ੍ਰੇਲੀਅਨ ਹਿੰਦੂ ਮੀਡੀਆ, ਟਵੀਟ ਰੀਟਵੀਟ, ਲੜਾਈ ਟਵੀਟਾਂ ਤੱਕ ਆ ਗਈ। ਪਰ ਇਹਨਾਂ ਨੇ ਫਿਰ ਸਿੱਧਾ ਹੀ ਹਮਲਾ ਸਿੱਖਾਂ ਦੇ ਉੱਤੇ, ਉਹਨਾਂ ਨੇ ਕਿਹਾ ਹੁਣ ਸਿਆਸਤ ਵੀ ਛੱਡੋ, ਦੂਜਾ ਵੀ ਕਿ ਜੀ ਇਹ ਕਿਰਪਾਨ ਦੀ ਆਗਿਆ ਜਿਹੜੀ ਆਲਮੋਸਟ ਬਹੁਤ ਸਾਰੇ ਪ੍ਰੋਵਿੰਸਿਸ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੇ ਜ਼ੋਰਦਾਰ ਲੌਬੀ ਨਾਲ ਲਈ ਹੋਈ ਹੈ ਕਿ ਜੀ ਇਹਦੇ ਤੇ ਪਾਬੰਦੀ ਲਾਓ, ਕਿ ਜੀ ਇਹ ਤਾਂ ਆਸਟ੍ਰੇਲੀਅਨ ਲਈ ਖਤਰਾ ਨੇ, ਮੇਨ ਸਟ੍ਰੀਮ ਲਈ ਖਤਰਾ ਨੇ। ਮੋਹਾਲੀ ਇਨਸਾਫ ਮੋਰਚੇ ਦੀਆਂ ਫੋਟੋਆਂ ਚੱਕ, ਇਧਰ ਮੈਲਬਰਨ ਦੀਆਂ ਚਾਗਾ ਤਲਵਾਰਾਂ ਆ ਬੱਚਿਆਂ ਦੇ ਹੱਥਾਂ 'ਚ ਫੜਾਤੀਆਂ, ਇਹ ਦੂਜਾ। ਔਰ ਇੱਥੇ ਹੀ ਨਹੀਂ ਰੁਕੇ ਕਿ ਉਹ ਟਵੀਟ ਕਰਕੇ ਜਾਂ ਦੂਜੇ ਉਹਨਾਂ ਨੇ
change.org ਦੇ ਥੱਲੇ ਇੱਕ ਪੂਰੀ ਮੁਹਿੰਮ ਵਿੱਢ ਦਿੱਤੀ ਕਿ ਪਾਬੰਦੀ ਲਾਈ ਜਾਏ ਤਲਵਾਰ ਕਿਰਪਾਨ ਦੇ ਉੱਤੇ। ਨਾਲ ਦੀ ਨਾਲ ਕਿਉਂਕਿ ਮੈਲਬਰਨ ਦੇ ਕੰਟੈਕਸਟ ਦੇ ਵਿੱਚ ਦੋ ਨਿਹੰਗ ਸਿੰਘ ਜਿਹੜੇ ਕਿ ਜ਼ਾਹਰ ਹੈ, ਨਿਹੰਗ ਸਿੰਘ ਤਾਂ ਉਹ ਜਿਹਨੂੰ ਅੰਗਰੇਜ਼ੀ ਪੀਰੀਅਡ ਵੇਲੇ ਕਿਹਾ ਜਾਂਦਾ ਸੀ ਕਿ ਵੀ ਦੇ ਆਰ ਆਰਮ ਟੂ ਦਾ ਟੀਥ, ਉਹ ਤਾਂ ਗੁਰੂ ਸਾਹਿਬ ਦਾ ਹੁਕਮ ਹੈ, ਸ਼ਸਤਰ ਜਿੰਨੇ ਚੁੱਕੇ ਜਾਂਦੇ ਨੇ ਚੁੱਕੋ। ਆਰਮ ਟੂ ਦਾ ਟੀਥ ਦਾ ਮਤਲਬ ਵੀ ਇਹ ਸੀ। ਹੁਣ ਇਹਨਾਂ ਨੇ ਇਹ ਕਿਹਾ ਨਿਹੰਗਾਂ ਨੂੰ ਡਿਪੋਰਟ ਕਰੋ। ਹੁਣ ਇੱਕ ਪਾਰਟ ਹੁੰਦਾ ਜਦੋਂ ਅਸੀਂ ਇੱਕ ਲੌਬਿੰਗ ਦਾ ਤਰੀਕਾ ਦੇਖਦੇ ਹਾਂ, ਔਰ ਮੈਂ ਅਕਸਰ ਜਦੋਂ ਨੈਪੋਲੀਅਨ ਜਾਂ ਹੋਰ ਕੰਟੈਕਸਟ ਵੀ ਕਰਦਾ, ਰਿਐਕਟ ਕਰਨਾ ਜਿਹੜਾ ਹੁੰਦਾ ਉਹ ਲੂਜ਼ਿੰਗ ਪ੍ਰੋਪੋਜੀਸ਼ਨ ਹੁੰਦੀ ਹੈ। ਬਿਲਕੁਲ ਅਟੈਕ ਐਂਡ ਅਟੈਕ ਐਂਡ ਅਟੈਕ। ਦੇਖ ਲਓ ਆਪਣਾ ਬਚਾਓ ਦਾ ਜਿਹੜਾ ਆਪਣੀ ਜਫਾ ਕਰੋ ਆਪਣੀ ਦੁਸ਼ਮਣ ਦੇ ਵਾਰ ਤੋਂ, ਲੇਕਿਨ ਵਾਰ ਐਸਾ ਕਰਾਰਾ ਹੋਏ ਕਿ ਉਹਨੂੰ ਫਿਰ ਉਹ ਪਾਣੀ ਨਾ ਮੰਗਣਾ ਮਿਲੇ। ਸੋ ਮੈਂ ਸਮਝਦਾ ਵੀ ਪਹਿਲਾਂ ਤਾਂ ਨਿਹੰਗ ਸਿੰਘਾਂ ਦੀ ਗੱਲ ਕਰ ਲਈਏ ਕਿ ਉਹਨਾਂ ਨੇ ਇਹਦਾ ਬੜਾ ਜ਼ਬਰਦਸਤ ਜਵਾਬ ਦਿੱਤਾ। ਨਿਹੰਗਾਂ ਦਾ ਪੂਰਾ ਜਥਾ, ਕਿਉਂਕਿ ਜਦੋਂ ਅਸੀਂ ਨਿਹੰਗ ਪਰੰਪਰਾ ਦੇ ਅੱਡ-ਅੱਡ ਰੂਪ ਦੇਖਦੇ ਹਾਂ, ਬੇਸ਼ੱਕ ਬਾਬਾ ਬੁੱਢਾ ਜੀ ਦੇ ਨਾਲ ਜਿਹੜੀ ਉਹਨਾਂ ਦੇ ਬੁੱਢਾ ਦਲ ਹੈ ਉਹ ਤਾਂ 6ਵੇਂ ਪਾਤਸ਼ਾਹ ਦੇ ਵੇਲੇ ਬਾਬਾ ਬੁੱਢਾ ਜੀ, ਔਰ ਕਿਉਂਕਿ ਬਾਬਾ ਬੁੱਢਾ ਜੀ ਨੇ ਸ਼ਸਤਰ ਵਿਦਿਆ ਸਿਖਾਈ ਗੁਰੂ ਹਰਗੋਬਿੰਦ ਸਾਹਿਬ ਨੂੰ, ਸੋ ਉਸ ਪਰੰਪਰਾ ਨੂੰ ਤਾਂ ਉੱਥੋਂ ਹੀ ਸ਼ੁਰੂ ਕਰਦੇ ਨੇ। ਹਾਂਜੀ, ਹਾਲਾਂ ਜਿਹੜੀ ਸਾਡੀਆਂ ਯਾਦਾਂ 'ਚ ਬੁੱਢਾ ਦਲ ਜਾਂ ਤਰਨਾ ਦਲ ਉਹ ਇਹ ਸੀ ਜਿਹੜੇ ਬਜ਼ੁਰਗ ਸੀ ਉਹ ਡਿਫੈਂਡ ਕਰਨ ਲਈ ਸੀ, ਤਰਨਾ ਦਲ ਵਾਲੇ ਮਾਰਾ ਮਾਰਨ ਦੇ ਉੱਤੇ ਸੀ। ਪਰ ਚਲੋ ਇਹਦੇ ਤੇ ਡਿਫਰੈਂਟ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਪਰ ਇਸ ਤੋਂ ਇਲਾਵਾ ਜਿਹੜੀਆਂ ਓਵਰ ਏ ਪੀਰੀਅਡ ਆਫ ਟਾਈਮ ਵੱਡੇ ਸੈਂਟਰ ਬਣੇ ਜਿੱਥੇ ਨਿਹੰਗ ਸਿੰਘ ਔਰ ਦੂਸਰੇ ਜਿਹੜੇ ਨੇ ਘੋੜੇ, ਔਰ ਉਹਨਾਂ 'ਚ ਇੱਕ ਪਿੰਡ ਸੁਰ ਸਿੰਘ, ਕਿਉਂਕਿ ਭਾਈ ਬਿਧੀ ਚੰਦ ਜਿਹੜੇ ਉਹ ਯੋਧੇ ਜਿਹੜੇ 6ਵੇਂ ਪਾਤਸ਼ਾਹ ਨੇ ਜਿਹੜਾ ਉਹਨਾਂ ਨੂੰ ਜਿਹੜੇ ਗੁਰੂ ਕੇ ਘੋੜੇ ਜਿਹੜੇ ਲਾਹੌਰ ਦੇ ਨਵਾਬ ਔਰ ਦੂਜਿਆਂ ਨੇ ਖੋਹ ਲਏ ਸੀ, ਜਿਹੜੇ ਸਿੱਖ ਕਾਬਲ ਕੰਧਾਰ ਦੀਆਂ ਸੰਗਤਾਂ ਲਿਆ ਰਹੀਆਂ ਸੀ, ਉਹਨਾਂ ਦੀ ਸੇਵਾ ਲਾਈ ਸੀ ਲਿਆਉਣ ਦੀ, ਔਰ ਕਿਵੇਂ ਉਹਨਾਂ ਨੇ ਉਹ ਕਾਮਯਾਬੀ ਨਾਲ ਜਿਹੜਾ ਆਪਣੇ ਪਾਸਟ ਐਕਸਪੀਰੀਅੰਸ ਦਾ ਫਾਇਦਾ ਉਠਾਉਂਦੇ ਆ, ਕਿਲੇ ਚੋਂ ਕਿੱਦਾਂ ਘੋੜੇ ਚੁੱਕੇ ਤੇ ਗੁਰੂ ਕੇ ਲਿਆਂਦੇ। ਔਰ ਅਕਸਰ ਜਿਹੜੀ ਆ ਇੱਕ ਅਸੀਂ ਸੋਰਸ ਤਾਂ ਮੈਨੂੰ ਨਹੀਂ ਪਤਾ ਇਤਿਹਾਸ ਕਿੱਥੋਂ ਆਇਆ, ਪਰ ਇਹ ਕਿਹਾ ਜਾਂਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਹੁਣ ਉਹ ਗੁਰੂ ਕਾ ਸੀਨਾ, ਔਰ ਉਹਨਾਂ ਦਾ ਕਿਉਂਕਿ ਜੱਦੀ ਪਿੰਡ ਸੁਰ ਸਿੰਘ ਸੀ, ਸੁਰ ਸਿੰਘ ਦੇ ਵਿੱਚ ਹੀ ਜਿਹੜਾ ਵੱਡਾ ਨਿਹੰਗਾਂ ਦੀ ਛਾਉਣੀ ਹੈ ਭਾਈ ਬਿਧੀ ਚੰਦ ਦੇ ਨਾਂ ਨੂੰ ਸਮਰਪਿਤ, ਔਰ ਉਹਨਾਂ ਦੇ ਵਿੱਚ ਜਿਹੜੇ ਅੱਜ ਕੱਲ ਉਸ ਦੀ ਦੇ ਇੰਚਾਰਜ ਨੇ, ਹਾਲਾਂ ਮੈਂ ਇਹਨਾਂ ਦੇ ਬਜ਼ੁਰਗ ਜਿਹੜੇ ਫਾਦਰ ਸੀ ਬਾਬਾ ਦਇਆ ਸਿੰਘ, ਉਹ ਸੰਤ ਪਿੰਡਾਂ ਵਾਲਿਆਂ ਦੇ ਵੀ ਕਾਫੀ ਕਰੀਬੀ ਸੀ, ਉਹਨਾਂ ਦਾ ਬੇਟਾ ਬਾਬਾ ਅਵਤਾਰ ਸਿੰਘ। ਹੁਣ ਇਹਨਾਂ ਦਾ ਆਸਟ੍ਰੇਲੀਆ ਆਉਣਾ ਜਾਣਾ, ਔਰ ਆਸਟ੍ਰੇਲੀਆ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਈਵਨ ਐਕਸਕਲੂਸਿਵ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਾਂਗ ਉਹਨਾਂ ਦਾ ਮਾਹੌਲ ਵਾਲੇ ਆਪਣੇ ਗੁਰਦੁਆਰੇ ਵੀ ਨੇ। ਸੋ ਹੁਣ ਜਿਹੜਾ ਜਵਾਬ ਦਿੱਤਾ ਹੈ ਉਹ ਉਹਨਾਂ ਨੇ ਨਿਹੰਗ ਸਿੰਘਾਂ ਦਾ ਪੂਰਾ ਸ਼ਸਤਰਬੱਧ ਇੱਕ ਜਿਹੜਾ ਡੈਲੀਗੇਸ਼ਨ ਹੈ ਉਹਨਾਂ ਦੀ, ਬਾਬਾ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ, ਔਰ ਇਹ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਕਰਕੇ ਜਾਣੇ ਜਾਂਦੇ ਨੇ। ਉਹ ਪੂਰਾ ਜਥਾ ਲੈ ਕੇ ਆਸਟ੍ਰੇਲੀਅਨ ਫੈਡਰਲ ਪਾਰਲੀਮੈਂਟ ਦੇ ਵਿੱਚ ਗਏ। ਉੱਥੇ ਮੈਕਵਿਨ ਤੋਂ ਲੇਬਰ ਮੈਂਬਰ ਪਾਰਲੀਮੈਂਟ ਨੇ ਰੌਬ ਮਿਚਲ MP, ਤੇ ਫੈਡਰਲ ਲੇਬਰ ਮੈਂਬਰ ਨੇ ਮੈਕੇਵਨ। ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਨਿਹੰਗ ਸਿੰਘਾਂ ਦੇ ਜਥੇ ਦਾ, ਬਾਬਾ ਜੀ ਦਾ। ਉਹਨਾਂ ਨੂੰ ਇੱਕ ਇਤਿਹਾਸਕ ਕਿਤਾਬ ਵੀ ਜਿਹੜੀ ਆ ਉਹ ਭੇਟ ਕੀਤੀ ਗਈ, ਔਰ ਉਹਨਾਂ ਨੇ ਸਿੱਖਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਆਸਟ੍ਰੇਲੀਆ ਦੀ ਤਰੱਕੀ ਦੇ ਵਿੱਚ ਜਿਹੜਾ ਤੁਸੀਂ ਸਿੱਖ ਕੌਮ ਦਾ ਇੱਕ ਵੱਡਾ ਯੋਗਦਾਨ ਹੈ। ਔਰ ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਵੀ ਉਹ ਤਾਂ ਕਹਿ ਰਹੇ ਨੇ ਜੀ ਇਹਨਾਂ ਤੇ ਪਾਬੰਦੀ ਲਾਓ, ਤੇ ਉਹ 3-3 ਫੁੱਟੀਆਂ ਕਿਰਪਾਨਾਂ ਲੈ ਕੇ ਉਹਨਾਂ ਦੇ ਜਿਹੜਾ ਮੋਸਟ ਸਿਕਿਉਰ ਜ਼ੋਨ ਹੈ ਉਹਨਾਂ ਦਾ ਪਾਰਲੀਮੈਂਟ ਦਾ, ਕੈਨਬਰਾ ਕੈਪੀਟਲ ਆਸਟ੍ਰੇਲੀਆ ਦੀ, ਉਹ ਉੱਥੇ ਪਹੁੰਚ ਗਏ ਉਹਨਾਂ ਨੇ। ਹੁਣ ਇਸ ਦੇ ਉੱਤੇ ਉਹਨਾਂ ਨੂੰ ਇੰਨੀ ਕੁ ਤਕਲੀਫ ਹੈ ਹਿੰਦੂ ਤਵੀਆਂ ਨੂੰ, ਉਹਨਾਂ ਨੇ ਇੱਕ ਜਿਹੜਾ ਆਸਟ੍ਰੇਲੀਅਨ ਹਿੰਦੂ ਮੀਡੀਆ ਦਾ ਟਵੀਟ ਹੈ, ਮੈਕਏਵਨ MP and Rob Mitchell MP pictured in a publicity stunt with Nihangs। ਉਹ ਕਹਿੰਦਾ ਵੀ ਇਹ ਉਹਨਾਂ ਨਾਲ ਫਿਟਵਾ ਲਵਾ ਰਹੇ। ਲਾਸਟ ਵੀਕ ਮੈਂਬਰਸ ਆਫ ਦਾ ਸੇਮ ਸੈਕਟ mercilessly beat Indian Australians at Fed Scare with weapons. Not a whimper from the MP about the welfare of the victims. MP's big pattern of notorious Craigburn, ਇਹ ਉਹਨਾਂ ਦੀ ਫਰਸਟ੍ਰੇਸ਼ਨ ਜ਼ਾਹਰ ਹੋ ਰਹੀ ਕਿ ਵੀ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੇ ਲਾਓ, ਉਹ ਕੈਨਬਰਾ ਪਹੁੰਚ ਕੇ ਹਾਈ ਸਿਕਿਉਰਿਟੀ 'ਚ ਨਿਹੰਗ ਸਿੰਘ ਖੜੇ ਨੇ, ਜਕਾਰੇ ਗਜਾ ਰਹੇ ਨੇ, ਉਹ ਕਹਿ ਰਹੇ ਨੇ ਵੀ ਆ ਜਾਓ, ਉੱਥੇ ਵੀ ਜਾਓ, ਅਟੈਕ ਕਰੋ ਉਹਨਾਂ ਦੇ ਉੱਤੇ, ਫਿਰ ਲੈ ਲਓ
ਜਿਹੜਾ ਹਾਂ ਹੁਣ ਇੱਕ ਪਾਸੇ ਇਹ ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਇੱਕ ਇਸੇ ਤਰ੍ਹਾਂ ਇਹਨਾਂ ਦੇ ਆਸਟ੍ਰੇਲੀਅਨ ਹਿੰਦੂ ਮੀਡੀਆ ਦੇ ਥੱਲੇ ਜਿਹੜਾ ਇਹ ਇੱਕ ਹੋਰ ਡਾਕਟਰ ਰੋਹਿਨੀ ਸਾਥੀ ਮਰਾਠੀ ਅਸਿਮਤਾ ਨੇ ਲਿਖਿਆ ਹੋਇਆ ਫੈਡ ਸਕੇਅਰ ਅਲਾਉਡ ਪੀਪਲ ਟੂ ਕੈਰੀ ਡੇਂਜਰਸ ਵੈਪਨਸ ਇਨ ਬ੍ਰੌਡ ਡੇ ਲਾਈਟ they didn't even notice that kids were also given these weapons. Why did they put civilians in risk by allowing this armed event? ਹੁਣ ਜਿਹੜੇ ਛੋਟੇ ਨਿਹੰਗਾਂ ਦੇ ਸਿੰਘ ਭੁਜੰਗੀ ਨੇ ਭੁਜੰਗਣਾ ਨੇ ਉਹ ਵੀ ਖਾਲਸਾਈ ਬਾਣੇ ਚ ਲੈਸ ਹੁੰਦੇ ਨੇ ਪੂਰੇ ਜਿਹੜਾ ਭਾਵੇਂ ਛੋਟੀ ਕਿਰਪਾਨ ਉਹਨੂੰ ਲੱਗਦਾ ਇਹ ਨਿਆਣਿਆਂ ਦੇ ਹੱਥਾਂ 'ਚ ਵੀ ਹਥਿਆਰ ਨੇ ਇਹ ਡਰ ਇਹਨਾਂ ਦਾ ਆਪਣਾ ਖਾ ਰਿਹਾ ਕਿ ਵੀ ਤੁਸੀਂ ਜੋ ਵਾਲ ਸਟਰੀਟ ਜਰਨਲ ਦੀ ਸਟੋਰੀ ਅਸੀਂ ਡਿਸਕਸ ਕੀਤੀ ਹੈ ਕਿ ਇਹਨਾਂ ਨੇ ਹਿੰਦੂਤਵੀ ਗਰੁੱਪਾਂ ਨੇ ਫੇਸਬੁੱਕ ਦੇ ਉੱਤੇ ਜਿਹੜੀਆਂ ਨੇ ਉਹ ਫਾਇਰ ਆਰਮਸ ਦਿੱਤੇ ਇਹ ਤਾਂ ਫਾਇਰ ਆਰਮ ਨਹੀਂ ਨੇ ਇਹ ਤਾਂ ਸਾਡੇ ਰਵਾਇਤੀ ਖਾਲਸਾਈ ਹਥਿਆਰ ਨੇ ਫਿਰ ਜਿਹੜਾ ਇਸ ਦੇ ਨਾਲ ਨਾਲ ਮੈਂ ਸਮਝਦਾ ਵੀ ਪੰਜਾਬੀ ਹਿੰਦੂਜ਼ ਲਾਈਵ ਮੈਟਰ ਇਸ ਦੇ ਥੱਲੇ ਵੀ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ ਅਜੇ ਹਿੰਦੂ ਤਵੀਆਂ ਨੇ ਕੱਲੇ ਸਿੱਖ ਦੀ ਪਿਕਚਰ ਲਾ ਕੇ ਟਾਰਗੇਟ ਕਰਨਾ ਜਾਰੀ ਰੱਖਿਆ ਹੋਇਆ ਇੱਕ ਹੋਰ ਸਿੰਘ ਦਾ ਨਾਂ ਦੇ ਕੇ ਮੈਂ ਨਾਂ ਨਹੀਂ ਲਵਾਂਗਾ ਕਿ ਉਹਨਾਂ ਨੇ ਕਿਹਾ ਕਿ ਲੋਕਲ ਸਿੱਖ ਲੀਡਰ ਆਫ ਆਸਟ੍ਰੇਲੀਆ who supports terrorist organization like SFJ no action has been taken by Australian government he is roaming free ਹੁਣ ਇਹਨਾਂ ਦੀ ਫਰਸਟ੍ਰੇਸ਼ਨ ਹੈ ਪਰ ਇੱਕ ਪਾਰਟ ਜਿਹੜਾ ਮੈਨੂੰ ਲੱਗਾ ਵੀ ਇਹ ਵੀ ਹੁਣ ਉਹਨਾਂ ਨੇ ਤਾਂ ਪਟੀਸ਼ਨ ਜਿਹੜਾ change.org ਦੇ ਉੱਤੇ ਕੀਤੀ ਕਿ ਵੀ ਬੈਨ ਲਾਓ ਕਿਰਪਾਨ ਤੇ ਹੁਣ ਸਿੰਘ ਔਰ ਕੌਰ ਦੇ ਥੱਲੇ ਜਿਹੜੀ ਹੈ ਕਾਊਂਟਰ ਪੈਟੀਸ਼ਨ ਜਿਹੜੀ ਆ ਉਹਨਾਂ ਨੇ ਸਿੱਖਾਂ ਨੇ ਲਾਂਚ ਕੀਤੀ ਔਰ ਉਹ ਹੈ ਬੈਨ ਰੇਸਿਸਟ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਉਹਨਾਂ ਨੇ ਕਿਹਾ ਜੀ ਕਿ ਬਈ ਇਹਨਾਂ ਦੇ ਉੱਤੇ ਪਾਬੰਦੀ ਲਾਓ ਮੈਂ ਵੀ ਸਾਈਨ ਕੀਤੇ ਨੇ ਉਸ ਪੈਟੀਸ਼ਨ ਤੇ ਔਰ ਮੈਂ ਇਹ ਅਪੀਲ ਵੀ ਕਰਾਂਗਾ ਕਿ ਵੀ ਇਹ ਜਿਹੜਾ ਤੁਸੀਂ ਜੇ change.org ਤੇ ਜਾਓਗੇ ਟਾਈਟਲ ਇਹੀ ਹੈ ਬੈਨ ਰੇਸਿਸਟ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇੰਨੇ ਹਜ਼ਾਰ ਸਿਗਨੇਚਰ ਕਰੋ ਜਦੋਂ ਮੈਂ ਦੇਖਿਆ ਕਾਫੀ ਸਿਗਨੇਚਰ ਹੋ ਚੁੱਕੇ ਸੀ 3-4 ਹਜ਼ਾਰ ਪਰ ਮੈਂ ਅਪੀਲ ਵੀ ਕਰਾਂਗਾ ਔਰ ਉਹਦਾ ਮੈਂ ਥੋੜਾ ਡਰਾਫਟ ਵੀ ਡਿਸਕਸ ਕਰਾਂਗਾ ਪਰ ਇਸ ਦੇ ਨਾਲ ਹੀ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਅਨ ਸਿੱਖ ਆਰਗੇਨਾਈਜੇਸ਼ਨਸ ਨੂੰ ਜਾਂ ਕਮੇਟੀਆਂ ਨੂੰ ਇਹ ਕਿਹਾ ਸੀ ਕਿ ਵੀ ਠੀਕ ਹੈ ਤੁਸੀਂ ਕੱਲੀ ਸਟੇਟਮੈਂਟ ਵੀ ਜਾਰੀ ਕਰਦੇ ਹੋ ਉਹਦਾ ਵੀ ਇੱਕ ਆਪਣਾ ਇੰਪੈਕਟ ਹੁੰਦਾ ਹੈ ਪਰ ਬਿਹਤਰ ਹੋਏਗਾ ਕਿ ਵੀ ਜੇ ਕੱਲੀ ਵੀ ਜਾਏ ਕਿ ਸਾਂਝੇ ਤੌਰ ਦੇ ਉੱਤੇ ਜਿਹੜਾ ਤੁਹਾਡਾ ਪਲੇਟਫਾਰਮ ਇਸ ਗੱਲ ਨੂੰ ਕਰੇ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਰਗੇਨਾਈਜੇਸ਼ਨਸ ਦੇ ਕਮੇਟੀਆਂ ਦੇ ਅੱਜ ਦੇਖ ਸਕਦੇ ਨੇ ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਕਿ ਵੀ ਇਹ ਜਿਹੜੇ ਥੱਲੇ ਸਾਰੇ ਨੇ ਵਿਦ ਦਾ ਲੋਗੋਸ ਗੁਰਦੁਆਰਿਆਂ ਦੇ ਇਹ ਜੁਆਇੰਟ ਸਟੇਟਮੈਂਟ ਵੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਔਰ ਇਹਦਾ ਹੈਡਿੰਗ ਇਹ ਹੈ ਕਿ ਸਿੱਖ ਆਰਗੇਨਾਈਜੇਸ਼ਨਸ ਕੰਡੈਮ ਦਾ ਰਾਈਜ਼ ਆਫ ਹੇਟ ਸਪੀਚ ਟੁਵਰਡਸ ਸਿੱਖਸ ਇਹ ਆਲਰੇਡੀ ਦਾ ਡਰਾਫਟ ਅਸੀਂ ਡਿਸਕਸ ਕੀਤਾ ਹੋਇਆ ਔਰ ਇਹ ਜਿਹੜੀ ਪੈਟੀਸ਼ਨ ਜਿਹੜੀ ਸਿੰਘ ਕੌਰ ਦੇ ਉੱਤੇ ਸਿੰਘ ਕੌਰ ਸਟਾਰਟਡ ਦਿਸ ਪੈਟੀਸ਼ਨ ਔਰ ਉਹਦੇ ਚ ਉਹਨਾਂ ਦਾ ਟਾਈਟਲ ਹੀ ਹੈ ਬੈਨ ਰੇਸਿਸਟ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਔਰ ਇਸ ਦਾ ਉਹਨਾਂ ਨੇ ਪੂਰਾ ਆਪਣਾ ਕੇਸ ਬਿਲਡ ਕੀਤਾ ਕਿ ਭਾਈ ਇਹਦੇ ਤੇ ਕਿਉਂ ਬੈਨ ਕੀਤਾ ਜਾਏ ਇਹ ਇੰਡੀਆ ਨੇ ਕੀ ਕੀਤਾ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਇਹ ਕਿਹਾ ਕਿ ਵੀ ਇੰਡੀਆ ਦਾ ਬਿਹੇਵੀਅਰ ਪੂਰਾ ਹੀ ਡਾਕੂਮੈਂਟਡ ਹੈ ਕਿਉਂਕਿ ਉਹਨਾਂ ਨੇ ਤਾਂ ਹਿੰਦੂ ਐਸੋਸੀਏਸ਼ਨ ਨੇ ਤਾਂ ਆਊਟ ਆਫ ਹੇਟਡ ਕਿਰਪਾਨ ਦੇ ਉੱਤੇ ਗੱਲ ਕੀਤੀ ਇਹਨਾਂ ਨੇ ਰਾਈਟਸ ਵਾਇਓਲੇਸ਼ਨਸ ਇੰਡੀਆ ਨੇ ਕੀ ਕੀਤੀਆਂ ਸਿੱਖਾਂ ਦੇ ਖਿਲਾਫ ਕਿਵੇਂ ਹਿੰਦੂ ਤਵੀ ਗਰੁੱਪ ਨਫ਼ਰਤ ਫੈਲਾ ਰਹੇ ਨੇ ਜਸਵੰਤ ਸਿੰਘ ਖਾਲੜਾ ਦੇ ਨਾਲ ਕੀ ਹੋਇਆ ਜਗਤਾਰ ਸਿੰਘ ਜੌਲ ਦੇ ਨਾਲ ਕੀ ਹੋਇਆ ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਭਾਈ ਇਹ ਤੁਸੀਂ ਇਹਦੇ ਤੇ ਬਲੈਕ ਪ੍ਰਿੰਸ ਔਰ ਜੋਗੀ ਔਰ ਦੂਜੀਆਂ ਨੈਟਫਲਿਕਸ ਦੇ ਉੱਤੇ ਪਿਕਚਰਸ ਦੇਖੋ ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਵੀ ਇਹ ਜਿਹੜੀਆਂ ਮੂਵੀਜ਼ ਜਿਹੜੀਆਂ ਸੱਚ ਨੂੰ ਬਿਆਨਦੀਆਂ ਨੇ ਇਹ ਇੰਡੀਆ ਨੇ ਬੈਨ ਕੀਤੀਆਂ ਹੋਈਆਂ ਔਰ ਇਸੇ ਤਰ੍ਹਾਂ ਜਿਹੜੇ ਪੰਜਾਬੀ ਸਿੰਗਰ ਮੂਵੀ ਡਾਇਰੈਕਟਰ ਐਕਟਰਸ ਐਕਟਰੈਸਿਸ ਜਿਹੜੇ ਹਿਊਮਨ ਰਾਈਟਸ ਤੇ ਗੱਲ ਕਰਦੇ ਨੇ ਉਹਨਾਂ ਨੂੰ ਕਿਲ ਕਰਨ ਗੈਟ ਔਰ ਦੂਸਰੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਕਿਵੇਂ ਸਿੱਖਾਂ ਨੂੰ ਐਜ਼ ਏ ਸਲੇਵ ਟ੍ਰੀਟ ਕੀਤਾ ਜਾਂਦਾ ਔਰ ਉਹਨਾਂ ਨੇ ਅੱਡ ਆਪਰੇਸ਼ਨਸ ਦਾ ਹਵਾਲਾ ਦਿੱਤਾ ਹੈ ਫਿਰ ਜਿਹੜਾ ਪੁਲਿਸ ਆਫੀਸਰਸ ਨੇ ਕਿਵੇਂ ਟਾਰਚਰ ਕੀਤਾ ਔਰ ਇੰਡੀਅਨ ਪੋਲੀਟੀਸ਼ੀਅਨਸ ਕਿਵੇਂ ਜਿਹੜੇ ਨੇ ਉਹਨਾਂ ਨੇ ਜਿਹੜੇ ਟਾਰਚਰ ਕਰਨ ਵਾਲੇ ਸੀ ਉਹਨਾਂ ਨੂੰ ਬਾਉਂਟੀਜ਼ ਦਿੱਤੀਆਂ ਪ੍ਰਮੋਸ਼ਨਸ ਦਿੱਤੀਆਂ ਇੱਕ ਸਪਾਈ ਭਰਤੀ ਹੋਇਆ ਪੁਲਿਸੀ ਹੈ SSP ਜਾ ਕੇ ਰਿਟਾਇਰ ਹੋਇਆ ਔਰ ਇਹ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡੀ ਇਹੀ ਮੰਗ ਹੈ
कि ये all 6 want to do was to get this message out about reality. All 6 highly condemn who damaged a Hindu temple, a mosque or a church. 6 will be the first ones to come and protect. कि भी ये भी इन्हों का ही नैरेटिव है जी कि इन्होंने आप इन्होंने किया, असी तो कोई मंदिर, कोई मसीत, कोई चर्च, कोई सिनागॉग असी उहदे डिफेंडर है। और इन्होंने जो किया कि भाई किवें उन्होंने संत पिंडां वालियां दे मैलबर्न दे विच पोस्टर्स नूं जिहड़ा है वो डीफेस कीता, यही कुछ जिहड़े ने इन्हां ने होर थावां दे उत्ते भी कीता होया है। फिर उन्होंने कहा मेन स्ट्रीम मीडिया एंड सोशल मीडिया आर वेरी पावरफुल प्लेटफॉर्म, प्लीज असिस्ट 6 द सेम वे कैनेडा एंड USA मीडिया चैनल्स हैव। I hope this enlightens the international community and don't judge by reading negative about Khalistan and Sikhs। इवें तुसी ना करो। और ये कह के उन्होंने ये कहा कि भी लोगो ऑस्ट्रेलियन हिंदू एसोसिएशन का असी अटैच किया है, who are ruining Hindu community's name in Australia। 6 request Labour government to ban such groups in beautiful Australia and ask Indian government to reject these groups। We 6 asking Australia and India to stand with us as it is claimed। कि भी असी जो कर रहे हैं सच हक दे उत्ते साडा केस है, असी बिल्कुल कोई भी जिहड़ी मंदिरां दी जां कोई होर बेपत्ती इस दे बिल्कुल खिलाफ है, यही कर रहे हैं और इन्हां ते पाबंदी लाई जाए। सो असी जोरदार अपील करते हैं कि भाई इस दे उत्ते जाके वध तो वध साडे कल्ले आस्ट्रेलिया दा ही नहीं, जिथे जिथे भी ये साडी कौम इस प्रोग्राम राही इसनूं सुन रही है, इस पैटिशन के उत्ते दस्तखत करो कि भाई आस्ट्रेलियन हिंदू एसोसिएशन जिहड़ा हिंदू सुपरमेसिस्ट रेसिस्ट ग्रुप है इस दे उत्ते पाबंदी लाई। बिल्कुल डॉक्टर साहब तुहाडा बहुत बहुत शुक्रिया। सथलैंड ब्रेक व्यूअर्स तुसां इसी तरह बने रहना, मिलते हैं छोटे जे वक्त बाद। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि एक पंजाबी हिंदू वीर ने सिखां नूं मशवरा दिता है कि सिखां नूं अपने धार्मिक ਅਤੇ ਹੋਰ ਅਦਾਰਿਆਂ ਦੀ ਪੱਤ ਨੂੰ ਨਹੀਂ ਰੋਲਣਾ ਚਾਹੀਦਾ। ਉਹਨਾਂ ਅਨੁਸਾਰ ਸਿੱਖ ਸੰਸਥਾਵਾਂ ਵਿੱਚ ਭਾਵੇਂ ਕਮਜ਼ੋਰੀਆਂ ਵੀ ਹੋ ਸਕਦੀਆਂ ਹਨ, ਪਰ ਉਹ ਜੋ ਕੰਮ ਕਰ ਰਹੀਆਂ ਹਨ ਉਹ ਲਾਸਾਨੀ ਹੈ ਅਤੇ ਇਨਸਾਨੀਅਤ ਨੂੰ ਬਹੁਤ ਵੱਡੀ ਦੇਣ ਹੈ। ਸੋ ਉਹਨਾਂ ਦਾ ਇਸ਼ਾਰਾ ਅਕਾਲ ਤਖਤ ਸਾਹਿਬ ਅਤੇ HGPC ਵਰਗੀਆਂ ਸਿੱਖ ਸੰਸਥਾਵਾਂ ਵੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube Facebook ਤੇ ਲਾਈਵ ਚੈਟ ਨਾਲ ਜੁੜੇ ਹੋਏ ਨੇ। ਕੁਝ ਨੂੰ ਅਸੀਂ ਐਕਨੋਲਜ ਕਰਨਾ ਚਾਹੁੰਦੇ ਹਾਂ। ਜ਼ੁਬੈਰ ਯਾਕੂਬ ਸਾਹਿਬ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ ਔਰ ਉਹਨਾਂ ਦੇ ਬਹੁਤ ਸਾਰੇ ਕਮੈਂਟ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਸ ਉਹਨਾਂ ਨੇ ਲਿਖਿਆ ਕਿ ਹਿੰਦੂ ਟੈਂਪਲਸ ਓਪਨ ਵਾਇਆ ਅਪਾਇੰਟਮੈਂਟ ਓਨਲੀ ਇਨ ਆਸਟ੍ਰੇਲੀਆ, ਗੁਰਦੁਆਰਾਸ ਓਪਨ 24/7, ਮੋਸਟ irrigation areas in Australia have vibrant Sikh community। और बिल्कुल ठीक क्या है। हालांकि मैं देख रहा सी कि भी ਅੱਜ ਹੀ ਮੇਰੇ ਖਿਆਲ 2 ਦਿਨ ਪਹਿਲਾਂ ਰਵੀਸ਼ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਗਿਆ, ਹੁਣ ਉੱਥੋਂ NDTV ਤੋਂ ਤਾਂ
ਛੁੱਟੀ ਹੋਈ ਹੋਇਆ ਉਹਨਾਂ ਦੀ, ਸਟੂਡੈਂਟਸ ਨੂੰ ਐਡਰੈਸ ਕਰ ਰਿਹਾ। ਚਲੋ ਉਹ ਟਾਰਗੇਟ ਤਾਂ ਕਰਦਾ ਹੈ ਵੀ ਕਿਵੇਂ ਅਥੋਰੀਟੇਰੀਅਨ ਔਰ ਹਿੰਦੂਤਵਾ ਔਰ ਕੀ ਚੱਲ ਰਿਹਾ, ਹਾਲਾਂਕਿ ਉਹ ਖੁਦ ਵੀ ਪੂਰਾ ਇੱਕ ਸੈਕੂਲਰ ਨੈਸ਼ਨਲਿਸਟ ਇੰਡੀਅਨ ਹੈ। ਕੋਈ ਉਹਦੇ ਚੋਂ ਇਹ ਜਦੋਂ ਮੈਂ ਕਿਸੇ ਨੂੰ ਕੋਟ ਕਰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਮਝੇ ਕਿ ਜੀ ਉਹ ਖਾਲਿਸਤਾਨੀ ਹੋ ਗਿਆ, ਪਰ ਉਹ ਜਦੋਂ ਪਛਾਣ ਦੀ ਗੱਲ ਕਰ ਰਿਹਾ ਸੀ ਆਪਣੀ ਉਹ JNU ਪ੍ਰੈਜੈਂਟੇਸ਼ਨ ਦੇ ਉੱਤੇ, ਉਹਨੇ ਕਿਹਾ ਵੀ ਹਰ ਧਰਮ ਨੇ, ਸਿੱਖਾਂ ਦੀ ਦੇਖੋ ਉੱਥੇ ਜਿਹੜੇ ਮਰਸੀਡੀਜ਼ ਚ ਆਉਂਦੇ ਨੇ ਉਹ ਗੱਡੀ ਬਾਹਰ ਲਾਉਂਦੇ ਨੇ, ਜਾ ਕੇ ਅੰਦਰ ਜੁੱਤੀਆਂ ਸਾਫ਼ ਕਰਦੇ ਨੇ। ਜਿੱਥੇ ਵੀ ਗੁਰਦੁਆਰਾ ਹੈ ਤੁਹਾਨੂੰ ਉੱਥੇ ਰੋਟੀ ਮਿਲੇਗੀ, ਕੋਈ ਭੁੱਖਾ ਨਹੀਂ ਸੌਏਗਾ। ਇਹ ਸਿੱਖਾਂ ਦੇ ਕੋਲ ਹੈ, ਕਮਾਲ ਹੈ ਜਿਹਦਾ ਕੋਈ। ਹੁਣ ਇਹ ਕਈ ਵਾਰ ਜਦੋਂ ਕਿਸੇ ਦੂਸਰੇ ਵੱਲੋਂ ਇਹ ਤਾਰੀਫ ਆਉਂਦੀ ਹੈ, ਔਰ ਉਸ ਤੋਂ ਪਹਿਲਾਂ ਫਿਰ ਉਹਨੇ ਕਿਹਾ ਦੇਖੋ ਟਰਕੀ, ਸੀਰੀਆ, ਸਿੱਖ ਉੱਥੇ ਵੀ ਪਹੁੰਚ ਗਏ ਨੇ ਮਦਦ ਕਰਨ। ਹੁਣ ਇਹ ਕਿਉਂਕਿ ਵਾਪਰ ਰਿਹਾ ਹੈ, ਔਰ ਇੰਡੀਅਨ ਉਸੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਦੇਖੋ ਜਸ਼ਨ ਮਨਾ ਰਹੇ ਨੇ ਕਿ 40-50 ਹਜ਼ਾਰ ਤੁਰਕ ਔਰ ਸੀਰੀਅਨ ਮਾਰੇ ਗਏ। ਉਹ ਕਹਿੰਦੇ ਇਹੀ ਤੁਰਕੀ ਹੈ ਨਾ ਜਿਹਨੇ ਟਰਕੀ, ਜਿਹਨੇ ਅਰਦੋਗਨ, ਜਿਹਨੇ ਕਸ਼ਮੀਰ ਦੇ ਹੱਕ ਦੇ ਵਿੱਚ ਜਿਹੜਾ ਉਹ UN ਦੇ ਵਿੱਚ ਤਕਰੀਰ ਕੀਤੀ ਸੀ, ਜਿਹੜਾ ਉਹ ਇਹ ਸਜ਼ਾ ਦਿੱਤੀ ਹੈ ਉਹਨਾਂ ਨੇ। ਉਦੋਂ ਮੈਂ ਕਿਹਾ ਤੁਹਾਡੇ ਜਿਹੜੇ 43 ਲੱਖ ਮਰੇ ਸੀ ਉਹ ਤੁਹਾਨੂੰ ਕਾਹਦੀ ਸਜ਼ਾ ਮਿਲੀ ਭਾਈ, ਉਹ ਗਰੀਬ ਤੁਸੀਂ ਮਾਰਦੇ ਹੋ। ਪਰ ਇੱਕ ਪਾਸੇ ਉਹ ਜਿਨ੍ਹਾਂ 'ਚ ਦੁਨੀਆ ਭਰ ਦੀਆਂ ਮਦਦ ਵਾਲੀਆਂ ਸੰਸਥਾਵਾਂ ਉੱਥੇ ਪਹੁੰਚ ਕੇ ਕਹਾਣੀਆਂ ਨੇ ਕਿ ਜੀ ਇੱਕ ਬੱਚੀ 9 ਸਾਲ ਦੀ ਅੱਜ 5 ਸਾਲ ਬਾਅਦ ਵੀ 5 ਦਿਨਾਂ ਬਾਅਦ ਵੀ ਜਿਉਂਦੀ ਨਿਕਲੀ ਜਾਂ ਦੂਜੀ ਦੁਨੀਆ 'ਚ ਇੱਕ ਐਂਪੈਥੀ ਹੈ ਹਿਊਮੈਨਿਟੇਰੀਅਨਿਜ਼ਮ ਦੇ ਨਾਲ। ਉਹ ਜਸ਼ਨ ਮਨਾ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਦੇਖੋ ਤੁਰਕਾਂ ਨੂੰ ਹਮਾਰੇ ਭਗਵਾਨ ਨੇ ਸਜ਼ਾ ਦੀ। ਤੇ ਰਵੀਸ਼ ਕੁਮਾਰ ਵੀ ਕਹਿੰਦੇ ਸਿੱਖ ਪਹੁੰਚੇ ਹੋਏ ਨੇ, ਉਹ ਸੀਰੀਆ ਵੀ ਪਹੁੰਚ ਗਏ ਜਿੱਥੇ ਅਜੇ ਇਹ ਅਮਰੀਕਾ ਦੂਜਿਆਂ ਦਾ ਚੱਲ ਰਿਹਾ ਵੀ ਰੈਕਗਨੀਸ਼ਨ ਹੈ ਨਹੀਂ ਹੈ। ਹੁਣ ਇੱਕ ਪਾਸੇ ਹੁਣ ਇਹੀ ਸਾਡੇ ਜਿਹੜੀ ਗੁਰਦੁਆਰਿਆਂ ਦੀਆਂ ਇੰਸਟੀਟਿਊਸ਼ਨ ਜਿਹੜੀਆਂ ਕੋਵਿਡ ਦੇ ਚੱਲਦੇ ਆ ਸਭ ਤੋਂ ਜ਼ਿਆਦਾ ਆਈਆਂ। ਤਕਲੀਫ ਇਹਨਾਂ ਨੂੰ ਇਹਦੇ ਨਾਲ ਹੈ, ਤੁਸੀਂ ਮੈਚ ਤਾਂ ਕਰ ਨਹੀਂ ਸਕਦੇ। ਉਹ ਇਹਨਾਂ ਦੀ ਆਪਣੀ ਸੰਸਕ੍ਰਿਤ ਜ਼ਬਾਨ ਦੇ ਹੀ 2 ਲਫ਼ਜ਼ ਨੇ, ਇੱਕ ਈਰਸ਼ਿਆ ਜਿਹਨੂੰ ਅਸੀਂ ਈਰਖਾ ਕਹਿੰਦੇ ਆ, ਇੱਕ ਸਪਰਧਾ। ਹੁਣ ਸਪਰਧਾ ਹੁੰਦਾ ਹੈ ਵੀ ਤੁਸੀਂ ਕਿਸੇ ਨੂੰ ਦੇਖ ਕੇ ਖੁਦ ਉਤਸ਼ਾਹਤ ਹੁੰਦੇ ਹੋ ਕਿ ਵੀ ਮੈਂ ਵੀ ਕਿਵੇਂ ਕਰਾਂ, ਉਹ ਤੁਹਾਡੇ ਪੱਲੇ ਨਹੀਂ ਹੈ ਔਰ ਤੁਸੀਂ ਈਰਖਾ ਕਰੋ ਔਰ ਈਰਖਾ ਕਰਕੇ ਫਿਰ ਨੈਗੇਟਿਵਿਟੀ ਕਰੋ। ਗੁਰਦੁਆਰੇ ਇਹਨਾਂ ਨੂੰ ਬਹੁਤ ਚੁੱਭਦੇ ਨੇ ਹੁਣ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਅਸੀਂ ਇਹਨਾਂ ਨੂੰ ਨੈਗੇਟ ਕਰਨ ਲਈ, ਇਹਨਾਂ ਦਾ ਬੇੜਾ ਗਰਕ ਡਿਸਟਰੋਏ ਕਰਨ ਲਈ ਲੌਕ ਸਟਾਕ ਐਂਡ ਬੈਰਲ ਟੋਟਲ ਵਾਰ ਵਿੱਢੀ ਹੋਈ ਹੈ। ਇਹ ਹਰ ਪਾਸਿਓਂ ਐਡਮਿਰੇਸ਼ਨ ਔਰ ਕਈ ਇਹ ਵੀ ਲਿਖਣਗੇ ਕਿ ਜੀ ਸਿੱਖਾਂ ਦੇ PR ਸਟੰਟ ਬਣੇ ਨੇ, ਦੈਟ ਇਜ਼ ਵਾਈ ਦੁਨੀਆ ਲੰਗਰਾਂ ਦੀ ਦੇਖੋ ਸਾਡੇ ਫਲਾਣੇ ਮੰਦਿਰ 'ਚ ਵੀ ਇੰਨੇ ਖਾਂਦੇ ਨੇ, ਫਲਾਣੇ ਮੰਦਿਰ 'ਚ ਵੀ, ਅਸੀਂ ਆਪਣਾ ਪ੍ਰਚਾਰ ਨਹੀਂ ਕਰਦੇ। ਉਹ ਤੁਹਾਡਾ ਹਾਲ ਤਾਂ ਇਹ ਸੀ ਜਦੋਂ ਅਰਥਕੁਏਕ ਆਇਆ ਕੱਛ, ਗੁਜਰਾਤ ਜਾਂ ਦੂਜੇ 'ਚ, ਲਾਸ਼ਾਂ ਨਹੀਂ ਸੀ ਕੋਈ ਚੁੱਕਣ ਨੂੰ ਤਿਆਰ ਕਿ ਜੀ ਇਹ ਸ਼ੂਦਰ ਨੇ ਮਰਨ ਵਾਲੇ ਜਿਹੜੇ ਉਹਨਾਂ ਦੇ ਇਲਾਕੇ ਸੀ। ਸਿੱਖ ਫੌਜ ਲਿਆਂਦੀ ਉੱਥੇ, ਈਵਨ ਜਿਹੜੇ ਹਿੰਦੂ ਫੌਜੀ ਜਿਹੜੇ ਨੇ ਜਿਹੜੀਆਂ ਯੂਨਿਟਾਂ ਸੀ ਹਿੰਦੂ ਫੌਜ ਦੀਆਂ, ਦੇ ਰਿਫਿਊਜ਼ਡ। ਉਹਨਾਂ ਨੇ ਕਿਹਾ ਜੀ ਸ਼ੂਦਰਾਂ ਨੂੰ ਅਸੀਂ ਨਹੀਂ। ਸਿੱਖ ਫੌਜ ਨੇ ਆ ਕੇ ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਸੰਸਕਾਰ ਕੀਤੇ। ਕੋਈ ਪੁਰਾਣੀ ਗੱਲ ਨਹੀਂ ਹੈ ਜਦੋਂ ਇੱਕ ਬੜਾ ਡਿਵੈਸਟੇਟਿੰਗ ਅਰਥਕੁਏਕ ਜਿਹੜਾ ਗੁਜਰਾਤ ਦੇ ਵਿੱਚ ਔਰ ਕੱਛ ਏਰੀਆ ਉਹਦੇ ਤੋਂ ਪ੍ਰਭਾਵਿਤ ਹੋਇਆ ਸੀ। ਔਰ ਇਸੇ ਤਰ੍ਹਾਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿਹਾ ਪੈਟੀਸ਼ਨ ਸਾਈਨਡ, ਅਸੀਂ ਹੁਣੇ ਹੀ ਜ਼ਿਕਰ ਕੀਤਾ ਹੈ, ਨਾਲ ਦੇ ਨਾਲ ਐਕਟ ਕਰਦੇ ਨੇ। ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ। ਔਰ ਬਲਕਾਰ ਸਿੰਘ ਝੰਡਾ ਕੇਸਰੀ ਰਹੇਗਾ, ਝੂਲਦਾ ਖਾਲਸੇ ਦੀ ਉੱਚੀ ਸ਼ਾਨ ਦਾ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਬਲਕਾਰ ਸਿੰਘ ਜੀ। ਉਹਨਾਂ ਦੇ ਹੋਰ ਵੀ ਮੈਸੇਜ ਨੇ। ਔਰ ਇਸੇ ਤਰ੍ਹਾਂ ਨਰਿੰਦਰ ਸੇਖੋਂ, ਉਹਨਾਂ ਨੇ ਫਤਿਹ ਔਰ ਚੜ੍ਹਦੀ ਕਲਾ ਦਾ ਉਹਨਾਂ ਦਾ ਜਿਹੜੀ ਹੈ ਉਹ ਕੀ ਉਹਨੂੰ ਮੌਜੀ ਕਹਿੰਦੇ ਨੇ, ਕੀ ਹੁੰਦੀ ਆ ਮੌਜੀ ਜੀ, ਔਰ ਇਹ ਉਹਨਾਂ ਨੇ। ਔਰ ਇਸੇ ਤਰ੍ਹਾਂ ਜੀਤ ਸਿੰਘ, ਇਹਨਾਂ ਦੀ ਹਿੰਮਤ ਨਹੀਂ ਕਿ ਸਿੱਖਾਂ ਤੇ ਹਮਲਾ ਕਰਨ, ਇਹਨਾਂ ਨੂੰ ਪਤਾ ਸੀ ਪੁਲਿਸ ਬਚਾ ਲਏਗੀ। ਆਏ ਉਹਨਾਂ ਨੇ ਕਿਹਾ ਵੀ ਬਚਾ ਲੈਣਾ, ਪਰ ਫਿਰ ਵੀ ਖੜਕਾਲੋ ਜੀ ਤਾਂ ਥੋੜੀ ਬਹੁਤ ਹੋ ਹੀ ਜਾਂਦੀ ਹੈ। ਔਰ ਹੋਰ ਵੀ ਬਹੁਤ ਸਾਰੇ ਮੈਸੇਜ ਨੇ। ਮੈਂ ਉਹਨਾਂ ਨੂੰ ਕੁਲਦੀਪ ਕੌਰ ਜੀ ਨੇ ਫਤਿਹ ਔਰ ਦਵਿੰਦਰ ਸੰਧੂ ਉਹਨਾਂ ਨੇ ਵੀ ਫਤਿਹ ਅਰਜ਼ ਕੀਤੀ ਹੈ। ਹੁਣ ਅਸੀਂ ਗੱਲ ਕਰਦੇ ਹਾਂ, ਦੇਖੋ ਮੈਂ ਜਿਵੇਂ ਰਵੀਸ਼ ਕੁਮਾਰ ਦੇ ਹਵਾਲੇ ਨਾਲ ਗੱਲ ਕਰਕੇ ਹਟਿਆ ਕਿ ਕਈ ਵਾਰ ਔਰ ਇਹ ਸਾਨੂੰ ਗੁਰੂ ਨੇ ਸਿਖਾਇਆ ਹੋਇਆ ਕਿ ਜਿੱਥੇ ਕੋਈ ਠੀਕ ਗੱਲ ਕਰਦਾ ਹੈ ਉਹ ਭਾਵੇਂ ਕਿਸੇ ਖੈਮੇ ਚੋਂ ਵੀ ਆ ਰਹੀ ਹੈ, ਉਸ ਦੇ ਉੱਤੇ ਤੁਸੀਂ ਬਿਲਕੁਲ ਜਿਹੜਾ ਮੁਨਸਰ ਨਾ ਕਰੋ ਜਾਂ ਉਹਦੇ ਅੱਗੇ ਵਿਸ਼ ਨਾ ਜਾਓ, ਪਰ ਉਸ ਨੂੰ ਐਪਰੀਸ਼ੀਏਟ ਕਰੋ। ਔਰ ਇਸੇ ਤਰ੍ਹਾਂ ਇੱਕ ਲਿਖਤ ਜਿਹੜੀ ਸੋਸ਼ਲ ਮੀਡੀਆ ਤੇ ਵਿਨਾਇਕ ਦੱਤ ਨਾਂ ਦੀ ID ਤੇ ਮੈਂ ਦੇਖੀ, ਹਾਲਾਂ ਮੈਂ ਜਾ ਕੇ ਅੰਦਰ ਜਿਹੜਾ ਹੁੰਦੀਆਂ ਉਹਨਾਂ ਦੀਆਂ ਦੂਸਰੀਆਂ ਪੋਸਟ ਵੀ ਦੇਖੀਆਂ, ਮੈਨੂੰ ਲੱਗਾ ਕਿ ਵੀ
ਇਹ ਲੁਧਿਆਣਾ ਬੇਸਡ ਕੋਈ ਪੁਰਾਣੇ ਪੰਜਾਬੀ ਹਿੰਦੂ ਨੇ ਔਰ ਕਈ ਸਾਲ ਤੋਂ ਐਕਟਿਵ ਹੋਣਗੇ, ਕਿਉਂਕਿ ਮੈਂ ਤਾਂ ਪਹਿਲੀ ਵਾਰ ਜਦੋਂ ਇਹ ਲਿਖਤ, ਹਾਲਾਂ ਉਹ ਲਿਖਤ ਜਿਹੜੀ ਸੀ ਉਹ ਇਹ ਨਹੀਂ ਸੀ ਜਿਹੜੀ ਹੁਣ ਮੈਂ ਡਿਸਕਸ ਕਰਨ ਲੱਗਾ, ਉਹ ਤਾਂ ਸੀ ਕਿ ਪੰਜਾਬ ਦਾ ਕਰੈਕਟਰ ਕੀ ਰਿਹਾ, ਪੰਜ ਦਰਿਆਵਾਂ ਦਾ, ਔਰ ਕਿਵੇਂ ਖੈਬੜਦੇ ਰਹਿੰਦੇ ਆ ਜਾਂ ਖੈਬੜਦੇ ਰਹੇ ਆ 47 ਤੋਂ ਪਹਿਲਾਂ ਵੀ, ਜਾਂ ਪਾਕਿਸਤਾਨੀ ਪੰਜਾਬੀਆਂ ਦਾ ਕੀ ਕਰਤਾਰ ਹੈ ਸਾਡਾ। ਉਹਦੇ ਨਾਲ ਤਾਂ ਮੈਂ ਕੋਈ ਬਹੁਤਾ ਸਹਿਮਤ ਨਹੀਂ, ਉਹਦੇ 'ਚ ਤਾਂ ਇੱਕ ਆਪਣਾ ਐਂਗਲ ਵੀ ਹੈ ਜਿਹੜਾ ਹੋਏਗਾ ਹੀ, ਹਰ ਕੋਈ ਆਪਣੇ ਇੰਟਰਸਟ ਵਾਚ ਕਰਦਾ। ਪਰ ਅੰਦਰ ਜਾ ਕੇ ਜਦੋਂ ਮੈਂ ਇੱਕ ਲਿਖਤ ਉਹਨਾਂ ਦੀ ਇਸ ਹਵਾਲੇ ਨਾਲ ਦੇਖੀ ਤੇ ਮੈਨੂੰ ਲੱਗਾ ਕਿ ਵੀ ਇਹ ਇੱਕ ਗੈਰ ਸਿੱਖ ਵੱਲੋਂ ਆਣੀ, ਇਸ ਨੂੰ ਜ਼ਰੂਰ ਸਾਂਝਾ ਕਰਨਾ ਬਣਦਾ। ਔਰ ਮੈਂ ਆਲਰੇਡੀ ਕਈ ਦਿਨਾਂ ਤੋਂ ਦੇਖ ਵੀ ਰਿਹਾ, ਸੋਚ ਵੀ ਰਿਹਾ, ਸਾਡੀਆਂ ਹਮਦਰਦੀਆਂ, ਕੌਮੀ ਇਨਸਾਫ ਮੋਰਚਾ ਹੋਏ, ਬਾਈਬਲ ਕਲਾਂ ਦਾ ਮੋਰਚਾ ਹੋਏ, ਬਾਕੀ ਪੰਜਾਬ ਦੀ ਜੋ ਐਕਟੀਵਿਟੀ ਚੱਲ ਰਹੀ ਹੈ ਉਸ 'ਚ ਅਸੀਂ ਹਮੇਸ਼ਾ ਹੀ ਆਪਣਾ ਵਿਊ ਪੁਆਇੰਟ ਦਿੰਦੇ। ਔਰ ਅੱਜ ਸਗੋਂ ਬਾਈਬਲ ਕਲਾਂ ਦੇ ਹਵਾਲੇ ਨਾਲ ਸੀ ਕਿ ਇੱਕ ਗਵਾਹ ਜਿਹੜਾ ਉਸ ਗੋਲੀ ਕਾਂਡ ਦਾ 80 ਸਾਲ ਦੇ ਬਜ਼ੁਰਗ ਅੱਜ ਚੜ੍ਹਾਈ ਕਰ ਗਿਆ। ਦਾ ਮਤਲਬ ਜਿਉਂ-ਜਿਉਂ ਡਿਲੇ ਕੀਤਾ ਉਹ ਵੀ ਇਹੀ ਚਾਹੁੰਦੇ ਨੇ ਕਿ ਭਾਈ ਮੁੜ ਕੇ ਕੋਈ ਵੀ ਸਾਹਮਣੇ ਨਾ ਰਹੇ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਤੁਹਾਡਾ ਇਮੀਡੀਏਟ ਗੁੱਸਾ ਤਾਂ ਤੁਹਾਡੀਆਂ ਸੰਸਥਾਵਾਂ ਜਾਂ ਤੁਹਾਡੀ ਲੀਡਰਸ਼ਿਪ ਤੇ ਹੁੰਦਾ ਹੈ। ਬਾਦਲਾਂ ਦੇ ਪੀਰੀਅਡ 'ਚ ਕਾਂਡ ਵਾਪਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦਾ ਇਸ਼ੂ ਵੀ ਹੈ, ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ। ਇਸ ਲਈ ਬਹੁਤ ਵਾਰ ਸਾਡਾ ਜਿਹੜਾ ਤਿਰਸਕਾਰ ਦਾ ਮੂਲ ਬਣ ਜਾਂਦਾ ਹੈ ਉਹ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਹੈ। ਹੁਣ ਕਿਉਂਕਿ ਐਕਟਿੰਗ ਜਥੇਦਾਰ ਜਿਹਨੂੰ ਅਜੇ ਤੱਕ ਮੈਂ 2-3 ਸਾਲ ਤੋਂ ਐਕਟਿੰਗ ਹੀ ਕਰਾ ਰਹੇ ਨੇ, ਪਤਾ ਨਹੀਂ ਕਿੰਨੀ ਕੁ ਦੇਰ ਐਕਟਿੰਗ ਕਰਾਣੀ ਹੈ, ਪੱਕਾ ਵੀ ਨਹੀਂ ਕਰਕੇ ਰਾਜੀ, ਉਹ ਵੀ ਘਬਰਾਉਂਦੇ ਵੀ ਐਕਟਿੰਗ ਤੋਂ ਪੱਕਾ ਹੋ ਕੇ ਕਿਤੇ ਦਿਲ ਦੀ ਗੱਲ ਨਾ ਕਰਨ ਲੱਗ ਜਾਏ। ਪਰ ਜਦੋਂ ਉਹਨਾਂ ਬਾਰੇ ਵੀ ਕੁਝ ਕਿਹਾ ਜਾਂਦਾ ਹੈ, ਅਕਾਲ ਤਖਤ ਵਿੱਚ ਆਉਂਦਾ ਹੈ, ਅਕਾਲ ਤਖਤ ਦੀ ਮਾਣ ਮਰਿਆਦਾ ਵੀ ਜਿਹੜਾ ਉਸ ਦਾ ਤੁਹਾਡੇ ਮਨ ਦੇ ਵਿੱਚ ਇੱਕ ਕਮਜ਼ੋਰ ਭਾਵ ਆਉਂਦਾ ਹੈ, ਇੰਸਟੀਟਿਊਸ਼ਨ ਦਾ ਜਿਹੜਾ ਔ ਹੁੰਦਾ ਉਹ ਜਾਂਦਾ ਰਹਿੰਦਾ ਹੈ। ਐਸਜੀਪੀਸੀ ਨੂੰ ਲੈ ਕੇ ਤਾਂ ਬਹੁਤ ਕੁਝ ਨੈਗੇਟਿਵਿਟੀ ਹੈ। ਹੁਣ ਇਸ ਸਾਰੇ ਦੇ ਉੱਤੇ ਮੈਂ ਵੀ ਇਹ ਸੋਚ ਰਿਹਾ ਸੀ ਕਿ ਵੀ ਇਹ ਜਿੰਨੀਆਂ ਨੇ ਧਿਰਾਂ ਇਸ ਵੇਲੇ, ਨਾ ਤਾਂ ਇਹ ਮੋਰਚਾ ਅਕਾਲੀ ਦਲ ਨੇ ਲਾਇਆ, ਨਾ ਅਕਾਲ ਤਖਤ ਜਾਂ ਮੰਜੀ ਸਾਹਿਬ ਚੋਂ ਇਸ ਦਾ ਓਰੀਜਨ ਹੈ। ਸੋ ਇੱਕ ਪਾਸੇ ਬੇਸ਼ੱਕ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਜਾਂ ਬੇਅਦਬੀ ਹੈ, ਪਰ ਇਹ ਤਾਂ ਨਹੀਂ ਕਿ ਵੀ ਏਜੰਸੀਆਂ ਬੜੀ ਚਲਾਕੀ ਔਰ ਤੇਜ਼ੀ ਦੇ ਨਾਲ, ਇਹਦੇ 'ਚ ਇਹ ਨਹੀਂ ਹੈ ਵੀ ਜਿਹੜੇ ਲਾਉਣ ਵਾਲੇ ਨੇ ਉਹ ਕੋਈ ਉਹਨਾਂ ਤੋਂ ਪ੍ਰਭਾਵਿਤ ਨੇ, ਪਰ ਉਹਦਾ ਐਂਡ ਰਿਜ਼ਲਟ ਇਹ ਹੋਏਗਾ ਕਿ ਵੀ ਇਸ ਕਿਸਮ ਦਾ ਗੈਪ ਕ੍ਰੀਏਟ ਹੋ ਜਾਏਗਾ ਕਿ ਜਿਸ ਗੈਪ 'ਚ ਬੀਜੇਪੀ ਪੋਲੀਟੀਕਲੀ ਤਾਂ ਵੜਨਾ ਹੀ ਚਾਹੁੰਦੀ ਹੈ, ਜਦੋਂ ਕਿ ਕਾਂਗਰਸ ਦੇ ਅੱਧੇ ਅਮਰਿੰਦਰ ਔਰ ਪਤਾ ਨਹੀਂ ਉਹ ਜਿਹੜਾ ਸੁਨੀਲ ਜਾਖੜ ਤੇ ਕੌਣ ਜਿਹੜੇ ਨੇ ਜਾ ਕੇ ਉਹਦੇ 'ਚ ਵੜ ਗਏ, ਬੀਜੇਪੀ 'ਚ ਹੋਰ ਵੀ ਵੜਨਗੇ। ਵੀ ਇੱਕ ਪਾਸੇ ਉਹ ਪੋਲੀਟੀਕਲ ਸਪੇਸ ਦੇ ਵਿੱਚ ਵੀ ਉਹਨਾਂ ਨੂੰ ਫਿੱਟ ਕਰ ਰਹੇ ਨੇ, ਔਰ ਧਾਰਮਿਕ ਤੌਰ ਤੇ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ, ਜੇ ਇਕਬਾਲ ਸਿੰਘ ਲਾਲਪੁਰਾ ਨੂੰ ਮਾਈਨੋਰਿਟੀ ਕਮਿਸ਼ਨ ਦਾ ਲਾਇਆ, ਹਰਿਆਣੇ 'ਚ ਅਸੀਂ ਦੇਖਿਆ ਵੀ ਐਡਹੌਕ ਕਮੇਟੀ ਦੇ ਨਾਂ ਥੱਲੇ 2.5 ਸਾਲ ਲਈ ਖੱਟੜ ਜਾਂ ਆਰਐਸਐਸ ਨੇ ਆਪਣੇ ਬੰਦੇ ਵਾੜ ਲਏ ਕਿ ਵੀ ਇਹ ਇੰਨੇ ਕਿ ਡਿਸਕ੍ਰੈਡਿਟ ਹੋ ਜਾਣ ਜਿਹੜੀਆਂ ਐਗਜ਼ਿਸਟਿੰਗ ਇੰਸਟੀਟਿਊਸ਼ਨਸ ਨੇ। ਸਿੱਖ ਕਹਿਣ ਜੀ ਛੱਡੋ ਜੀ, ਕੁਛ ਨਹੀਂ, ਔਰ ਉਸ ਗੈਪ ਪੀਰੀਅਡ ਦੇ ਵਿੱਚ ਇਹ ਆਪਣਾ ਉਹਦੇ ਤੇ ਕੰਟਰੋਲ ਕਰ ਲੈਣ। ਔਰ ਮੈਂ ਜਿਹੜੀ ਵਿਨਾਇਕ ਦੱਤ ਨੇ ਲਿਖਤ ਲਿਖੀ, ਉਹਨੇ ਇਹ ਸ਼ੁਰੂ ਇੱਥੋਂ ਕੀਤਾ ਕਿ ਵੈਸੇ ਬੋਲਣ ਦਾ ਸਿੱਧਾ ਹੱਕ ਤਾਂ ਨਹੀਂ, ਕਿਉਂਕਿ ਸਿੱਖ ਧਰਮ ਦਾ ਅਨੁਸਰਨ ਕਰਨ ਵਾਲਿਆਂ ਦਾ ਅੰਦਰੂਨੀ ਮਾਮਲਾ ਹੈ, ਪਰ ਪੰਜਾਬੀ ਹੋਣ ਦੇ ਨਾਂ ਤੇ ਕੇਵਲ ਵਿਚਾਰ ਸਾਂਝੇ ਕਰ ਰਿਹਾ। ਇਸ ਨਾਲ ਉਹਨਾਂ ਨੇ ਪੋਲਾਈਟਲੀ ਕਿ ਵੀ ਮੈਂ ਸਿੱਖ ਨਹੀਂ ਹੈ, ਪਰ ਫਿਰ ਵੀ ਐਜ਼ ਏ ਪੰਜਾਬੀ ਮੈਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦਾ। ਐਸਜੀਪੀਸੀ ਤੇ ਹੋਰ ਧਾਰਮਿਕ ਅਦਾਰਿਆਂ ਦੀ ਪੱਤ ਨਾ ਰੋਲੋ, ਉਹਨਾਂ ਨੂੰ ਬੌਣਾ ਨਾ ਕਰੋ। ਜਥੇਦਾਰ ਅਕਾਲ ਤਖਤ ਤੇ ਹੋਰਨਾਂ ਉੱਚ ਅਹੁਦਿਆਂ ਤੇ ਬੈਠਿਆਂ ਨੂੰ ਨੀਵਾਂ ਨਾ ਦਿਖਾਓ। ਜਦੋਂ ਇਹਨਾਂ ਖਿਲਾਫ ਲਗਾਤਾਰ ਬਿਆਨਬਾਜ਼ੀ ਹੁੰਦੀ ਹੈ ਅਤੇ ਪੰਜਾਬ ਤੋਂ ਬਾਹਰ ਬੈਠੇ ਲੋਕ ਝਟਕਾਰੇ ਲੈ ਕੇ ਮੁੱਦੇ ਨੂੰ ਸਮਝੇ ਬਗੈਰ ਗੱਲ ਕਰਦੇ ਹਨ ਤਾਂ ਚੰਗਾ ਨਹੀਂ ਲੱਗਦਾ। ਪ੍ਰਭਾਵ ਤਾਂ ਮਾੜਾ ਪੈਂਦਾ ਹੀ ਹੈ, ਕੀਤੀ ਕਤਾਈ ਵੀ ਖੂਹ 'ਚ ਪੈ ਜਾਂਦੀ ਹੈ। ਸਿੱਖ ਇੰਸਟੀਟਿਊਸ਼ਨਸ ਜੋ ਕੰਮ ਕਰ ਰਹੇ ਹਨ ਉਹ ਲਾਸਾਨੀ ਹੈ ਅਤੇ ਇਨਸਾਨੀਅਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਬਿਲਕੁਲ, ਇਹ ਸਮਾਜ ਨੂੰ ਬੇਸਿਕਲੀ ਸੋਲੂਸ਼ਨ ਓਰੀਐਂਟਡ ਲੀਡਰਸ਼ਿਪ ਦੇ ਰਹੇ ਨੇ। ਬਹੁਤ ਵੱਡੀ ਗੱਲ ਹੈ ਕਿ ਸੁਸਾਇਟੀ ਨੂੰ ਸੋਲੂਸ਼ਨ ਓਰੀਐਂਟਡ ਲੀਡਰਸ਼ਿਪ ਦੇ ਰਹੇ ਹਨ। ਜੇ 2-4 ਬੁਰਾਈਆਂ ਹੋਣ ਵੀ ਤਾਂ ਦਰਜਨਾਂ ਦੇ ਹਿਸਾਬ ਨਾਲ ਚੰਗਿਆਈਆਂ ਵੀ ਹਨ। ਇਸ ਵੇਲੇ ਮੈਂ ਕਰਨਾਟਕਾ ਤੇ ਕੇਰਲਾ ਦੇ ਬਾਰਡਰ ਤੇ ਬਸੇ ਸ਼ਹਿਰ
ਮੈਂਗਲੋਰ ਵਿੱਚ ਬੈਠਾ ਹਾਂ, ਇਹ ਮੈਂਗਲੋਰ ਤੋਂ ਲਿਖ ਰਿਹਾ, ਅੱਛਾ ਮੈਂਗਲੋਰ ਵਿੱਚ ਬੈਠਾ ਹਾਂ। ਇੱਥੇ ਦੋ ਗੁਰਦੁਆਰਾ ਸਾਹਿਬ ਹਨ, ਇੱਕ ਗੁਰਦੁਆਰਾ ਸਿੰਘ ਸਭਾ ਹੈ ਤੇ ਦੂਸਰਾ ਛੋਟਾ ਗੁਰਦੁਆਰਾ ਹੈ। ਦੋਹਾਂ ਥਾਵਾਂ ਤੇ ਪਾਠ ਹੁੰਦਾ ਹੈ, ਲੰਗਰ ਚੱਲਦਾ ਹੈ। ਦੁਨੀਆ ਦਾ ਤਾਂ ਪਤਾ ਨਹੀਂ, ਪਰ ਭਾਰਤ ਦੇ 16 ਸੂਬਿਆਂ 'ਚ ਵੇਖ ਚੁੱਕਾ ਹਾਂ ਕਿ ਹਰ ਸੂਬੇ ਦੇ 5 ਲੱਖ ਤੋਂ ਉੱਪਰ ਦੀ ਆਬਾਦੀ ਤੋਂ ਵੱਧ ਵਾਲੇ ਸ਼ਹਿਰ ਵਿੱਚ ਗੁਰਦੁਆਰੇ ਜ਼ਰੂਰ ਹਨ। ਇਹ ਵਿਨਾਇਕ ਦੱਤ ਸ਼ਾਇਦ ਟਰੈਵਲ ਕਰਦੇ ਹੋਣਗੇ, ਕਾਰੋਬਾਰ, ਉਹਨਾਂ ਨੇ 16 ਸੂਬਿਆਂ ਦੀ ਗੱਲ ਕੀਤੀ ਹੈ ਅੱਛਾ ਕਿ ਜਿੱਥੇ ਵੀ ਜਿਸ ਸ਼ਹਿਰ ਦੀ ਆਬਾਦੀ 5 ਲੱਖ ਹੈ ਉੱਥੇ 2 ਤੋਂ ਜ਼ਿਆਦਾ ਗੁਰਦੁਆਰੇ ਜਿਹੜੇ ਨੇ ਉੱਥੇ ਜ਼ਰੂਰ ਨੇ, ਵੱਧ ਤੋਂ ਵੱਧ ਉਹਨਾਂ ਉੱਥੇ ਹਰ ਥਾਂ ਭੁੱਖਿਆਂ ਨੂੰ ਰੋਟੀ ਤੇ ਨਿਰਾਸਰਿਆਂ ਨੂੰ ਆਸਰਾ ਮਿਲਦਾ ਹੈ। ਬਿਲਕੁਲ। ਹੁਣ ਸਾਡੇ ਹਿੰਦੂ ਧਰਮ 'ਚ ਕਈ ਇਸ਼ਟ ਦੇਵ ਹਨ, ਪਰ ਸੱਚ ਹੈ ਕਿ ਬਹੁਤਿਆਂ ਬਾਰੇ ਮੈਨੂੰ ਵੀ ਨਹੀਂ ਪਤਾ ਤੇ ਸਾਊਥ ਇੰਡੀਆ ਨਾਲ ਮੇਰਾ ਕਨੈਕਟ ਵੀ ਨਹੀਂ ਹੈ, ਪਰ ਸਿੱਖ ਗੁਰੂਆਂ ਦਾ ਸਤਿਕਾਰ ਹੈ ਤੇ ਗੁਰਦੁਆਰਿਆਂ 'ਚ ਸ਼ਰਧਾ ਵੀ ਹੈ। ਜਦੋਂ ਦਿਸਦਾ ਹੈ ਕਿ ਚੰਗਾ ਕੰਮ ਕਰਦੇ ਹਨ ਤਾਂ ਬੰਦਾ ਜਿੰਨੇ ਜੋਗਾ ਹੁੰਦਾ ਦਾਨ ਕਰ ਹੀ ਦਿੰਦਾ। ਇਹ ਠੀਕ, ਉਹਨਾਂ ਨੇ ਕਿਹਾ ਜੀ ਸਾਊਥ ਇੰਡੀਆ ਨਾਲ ਤਾਂ ਵੈਸੇ ਹੀ ਨਹੀਂ ਕਨੈਕਟ, ਨਾ ਜ਼ਬਾਨ, ਨਾ ਫੂਡ, ਨਾ ਧਰਮ, ਤੇ ਦੇਵਤੇ ਵੀ ਕਿਹਦੇ ਨਾਲ ਕਨੈਕਟ ਕਰੋ, ਹਰ ਇੱਕ ਦਾ ਆਪੋ ਆਪਣਾ ਹੀ ਦੇਵਤਾ ਹੈ। ਸੋ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਕਨੈਕਟ ਮਹਿਸੂਸ ਕਰਦਾ ਗੁਰੂ। ਇਹ ਕਹਿਣਾ ਕਿ SGPC ਤੇ ਸਿੱਖ ਧਰਮ ਪ੍ਰਚਾਰ ਨਾਲ ਜੁੜਿਆ ਹਰ ਬੰਦਾ ਲਾਲਚੀ ਹੈ ਤੇ ਸਿਰਫ ਪੈਸੇ ਲਈ ਕੰਮ ਕਰ ਰਿਹਾ ਹੈ, ਇਹ ਗੱਲ ਨਾ ਸਿਰਫ ਗਲਤ ਹੈ ਸਗੋਂ ਬਦਮਾਸ਼ੀ ਤੇ ਅਪਰਾਧ ਵਾਂਗ ਹੈ ਕਿ ਤੁਸੀਂ ਜਨਰਲਾਈਜ਼ ਕਰਕੇ ਸਾਰਿਆਂ ਨੂੰ ਹੀ ਨੈਗੇਟ ਕਰੋ। ਚੰਗੀ ਗੱਲ ਹੈ ਕਿ ਪੰਜਾਬੀ ਇਸ ਵੇਲੇ ਇੰਟਰੋਸਪੈਕਸ਼ਨ ਦੇ ਦੌਰ ਵਿੱਚੋਂ ਲੰਘ ਰਹੇ ਹਨ, ਪਰ ਇਸੇ ਦੌਰਾਨ ਆਪਣੀ ਖਹਿਬਾਜ਼ੀ ਦੇ ਚੱਕਰ 'ਚ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ। ਇਹ ਬਹੁਤ ਖੂਬਸੂਰਤ, ਮੈਂ ਵੀ ਅਕਸਰ ਇਹ ਸੋਚਦਾ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ। ਆਪਾ ਪੜਚੋਲ ਬੜੀ ਜ਼ਰੂਰੀ ਹੈ, ਸਾਨੂੰ ਸੰਸਥਾਵਾਂ ਨੂੰ ਵੀ ਉਹਦੇ 'ਚ ਰਿਫਾਰਮ ਲਿਆਉਣਾ, ਪਰ ਇੱਕ ਸੈਲਫ ਕੰਡੈਮਨੇਸ਼ਨ ਹੈ ਕਿ ਵੀ ਤੁਸੀਂ ਹਰ ਚੀਜ਼ ਕਰਦੇ ਹੋ, ਤੁਹਾਡੇ ਪੱਲੇ ਕੀ ਹੈ ਫਿਰ, ਹੈ ਕਿ ਵੀ ਜੋ ਤੁਹਾਡਾ ਮਾੜਾ ਮੋਟਾ ਐਸਟੈਬਲਿਸ਼ਡ ਹੈ ਉਹ ਜਾਂਦਾ ਲੱਗਦਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੰਜਾਬੀ ਇਸ ਵੇਲੇ ਇੰਟਰੋਸਪੈਕਸ਼ਨ ਦੇ ਦੌਰ 'ਚੋਂ ਲੰਘ ਰਹੇ ਨੇ, ਪਰ ਇਸੇ ਦੌਰਾਨ ਆਪਣੀ ਖਹਿਬਾਜ਼ੀ ਦੇ ਚੱਕਰ 'ਚ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ। ਮੁੱਖ ਮੰਤਰੀ ਨੇ ਗੋਲਕ ਵਾਲੀ ਗੱਲ ਗਲਤ ਕਹੀ ਹੈ, ਉਹ ਮੇਰੇ ਨਜ਼ਰ 'ਚੋਂ ਨਹੀਂ ਗੁਜ਼ਰੀ, ਪਰ ਮੈਂ ਕਿਤੇ ਰੈਫਰੈਂਸ ਕਿ ਭਗਵੰਤ ਮਾਨ ਨੇ SGPC ਜਾਂਗੇ ਜੀ ਗੋਲਕ ਲਈ ਲੜਾਈ ਹੈ। ਹੁਣ ਚੀਫ ਮਿਨਿਸਟਰ, ਪਹਿਲਾਂ ਤਾਂ ਤੇਰਾ ਕੰਮ ਹੀ ਨਹੀਂ ਹੈ, ਤੂੰ ਪਹਿਲਾਂ ਪੰਜਾਬ ਲੁੱਟ ਕੇ ਕੇਜਰੀਵਾਲ ਦੀ ਜੇਬ 'ਚ ਪਾਇਆ ਹੋਇਆ ਸਾਰਾ ਧਨ, ਹੁਣ ਵੀ ਉਹ ਬਿਆਨ ਦੇ ਰਿਹਾ ਕੇਜਰੀਵਾਲ ਕਿ ਪੰਜਾਬ 'ਚ ਸਭ ਤੋਂ ਵਧੀਆ ਲੈਂਡ ਆਰਡਰ ਸਿਚੁਏਸ਼ਨ ਹੈ ਇਸ ਵੇਲੇ, ਇਹ ਸਾਰੇ ਸੂਬਿਆਂ 'ਚ, ਇਸ ਤੋਂ ਵੱਡਾ ਝੂਠ ਕੋਈ ਨਹੀਂ। ਤੇ ਅਸੀਂ ਕਿੱਧਰ ਲੱਗੇ ਹੋਏ ਹਾਂ? ਠੀਕ ਹੈ, ਆਮ ਆਦਮੀ ਪਾਰਟੀ ਚੋਣਾਂ ਲੜਨਾ ਚਾਹੁੰਦੀ ਹੈ, ਖੁੱਲ ਕੇ ਲੜੇ, ਹਾਲੇ BJP ਵੀ ਤਿਆਰ ਬੈਠੀ ਹੈ, ਜਿਸਨੇ ਵੀ ਚੋਣ ਲੜਨੀ ਹੈ ਲੜੇ, ਪਰ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਸਿੱਖ ਇੰਸਟੀਟਿਊਸ਼ਨਸ ਨੂੰ ਢਾਹ ਨਾ ਲਾਓ ਕਿ ਵੀ ਮਤ ਇਹ ਕੰਮ ਕਰੋ ਕਿ ਵੀ ਤੁਸੀਂ, ਨਹੀਂ ਤਾਂ ਕਿਤੇ ਇਹ ਨਾ ਹੋਏ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਕਿ ਭਾਈ ਆਪਣੀਆਂ ਇੰਸਟੀਟਿਊਸ਼ਨ, ਇਹ ਵਾਲੀ ਗੱਲ ਨਾ ਹੋ ਜਾਏ। ਹੋਰ 5 ਸਾਲਾਂ ਨੂੰ ਪਤਾ ਨਹੀਂ ਕਿਹੜੀ ਸਰਕਾਰ, ਕਿਹੜਾ ਮੁੱਖ ਮੰਤਰੀ ਹੋਊ, ਪਰ ਜੇ SGPC ਵਾਲਾ ਕੰਮ ਖਿਲਾਰ ਲਿਆ ਮੁੜ ਕੇ ਸਾਂਭ ਨਹੀਂ ਹੋਣਾ। ਇਹ ਬਿਲਕੁਲ ਮੈਂ ਵੀ ਇਸ ਦੇ ਲਗਾਤਾਰਤਾ ਨਾਲ ਦੇਖ ਰਿਹਾ ਕਿ ਭਾਈ ਇਹ ਠੀਕ ਹੈ ਵੀ ਜੱਫਾ ਵੀ ਛਡਾਣਾ ਹੈ, ਪਰ ਜਿਸ ਕਿਸਮ ਦਾ ਨੈਰੇਟਿਵ ਜਾਂ ਬਿਰਤਾਂਤ ਸਾਡੇ ਸਿਰਜ ਰਹੇ ਨੇ, ਔਰ ਨਾਲ ਉਹਨਾਂ ਨੇ ਐਂਡ ਕੀਤਾ, ਪਹਿਲਾਂ ਹੀ ਨਸ਼ਾ ਕਰਦਿਆਂ ਨੇ ਬਥੇਰੀ ਬਦਨਾਮੀ ਖੱਟ ਲਈ, ਉੜਦਾ ਪੰਜਾਬ, ਨਸ਼ਾ, ਦੂਜੇ ਪੰਜਾਬ ਨੂੰ ਬਦਨਾਮ ਉਹਨਾਂ ਨੇ ਦੂਜੇ ਸਾਰਿਆਂ ਨੇ ਹੀ ਕਰ ਲਿਆ। ਕਿਤੇ ਇਸ ਪਾਸੇ ਵੀ ਝੁੱਗਾ ਚੌੜ ਨਾ ਕਰਵਾ ਲਿਓ, ਬਾਕੀ ਤੁਹਾਡੀ ਮਰਜ਼ੀ ਹੈ ਭਾਈ, ਸਭ ਨੂੰ ਆਜ਼ਾਦੀ ਹੈ। ਸੋ ਮੈਨੂੰ ਲੱਗਾ ਕਿ ਵੀ ਇੱਕ ਸੈਲਫ ਇੰਟਰੋਸਪੈਕਸ਼ਨ ਦੇ ਲਈ ਇੰਪੋਰਟੈਂਟ ਹੈ ਕਿ ਅਸੀਂ ਦੇਖੀਏ ਕਿ ਵੀ ਕਿਤੇ ਅਸੀਂ ਇੱਕ ਵੱਡਿਓਂ ਜਦੋਂ ਵਡਾਂਗਾ ਧਰਦੇ ਹਾਂ ਤੇ ਫਿਰ ਨਦੀਨ ਕੱਢਣ ਦੀ ਥਾਂ ਦੇ ਉੱਤੇ ਜਿਹੜਾ ਉਹ ਸਾਰਾ ਝੋਨਾ ਹੀ ਜਿਹੜਾ ਉਹ ਮਿੱਟੀ 'ਚ ਰਲਾਉਣ ਦਾ ਵਾਪਸ ਕੇ ਪਾਈ, ਹੁਣ ਇੱਥੋਂ ਹੀ ਅਸੀਂ ਜਿਹੜਾ ਨਵਾਂ ਉਗਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰ ਸਾਈਡ
ਲਾਸ ਐਂਜਲਸ ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੋਰਾਂਟੋ ਤੋਂ ਸਾਡੇ ਵੀਰ ਜਵਾਰ ਸ਼ਾਹ ਹੋਰਾਂ ਦੀ ਸਾਨੂੰ ਲਿਖਤ ਮਿਲੀ ਹੈ, ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹਨਾਂ ਕਿਹਾ ਹੈ ਕਿ ਅਮਰੀਕਾ ਜਿਹੜਾ ਕਿਸੇ ਵੇਲੇ ਆਜ਼ਾਦੀ ਅਤੇ ਜਮਹੂਰੀਅਤ ਦਾ ਝੰਡਾ ਬਰਦਾਰ ਸੀ, ਹੁਣ ਉਹ ਆਪਣੀ ਪੋਜੀਸ਼ਨ ਤੋਂ ਤਿਲਕ ਰਿਹਾ ਹੈ। ਸੋ ਆਓ ਉਹਨਾਂ ਦੀ ਲਿਖਤ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਲਾਈਵ ਜੁੜੇ ਹੋਏ ਨੇ, ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਨੇ ਲਿਖਿਆ ਕਿ ਵੀ ਮੈਂ ਇਸ ਪਟੀਸ਼ਨ ਤੇ ਕੁਝ ਦਿਨ ਪਹਿਲਾਂ ਦਸਤਖਤ ਕੀਤੇ ਤੇ ਆਪਣੇ ਦੋਸਤਾਂ ਦੇ ਗਰੁੱਪ 'ਚ ਵੀ ਸ਼ੇਅਰ ਕੀਤਾ। ਭੈਣ ਜੀ ਕੁਲਦੀਪ ਕੌਰ, ਖਾਲਿਸਤਾਨ ਜ਼ਿੰਦਾਬਾਦ, ਔਰ ਦਲਜੀਤ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ। ਰਣਜੀਤ ਸਿੰਘ ਬੈਣੀਪਾਲ ਲਿਖਦੇ ਨੇ ਕਿ ਸਾਰੇ ਲਾਈਵ ਸੁਣ ਰਹੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਸੋਸ਼ਲ ਮੀਡੀਆ ਜਿਵੇਂ ਕਿ ਟਵਿੱਟਰ ਉੱਪਰ ਖਾਲਿਸਤਾਨ ਨੂੰ ਲੈ ਕੇ ਬਹੁਤ ਜ਼ਿਆਦਾ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਘਰਸ਼ ਨੂੰ ਜਾਂ ਸਾਡੇ ਕਿਰਦਾਰਾਂ ਨੂੰ ਕਰਮਵੀਰ ਦਈਏ ਵਰਗੇ ਵਕੀਲਾਂ ਦੁਆਰਾ ਸ਼ਰੇਆਮ ਬਦਨਾਮ ਕੀਤਾ ਜਾ ਰਿਹਾ। ਸਭ ਨੂੰ ਬੇਨਤੀ ਹੈ, ਕੋਈ ਜਿੰਨਾ ਵੀ ਕਰ ਸਕਦਾ ਹੈ ਆਪਣੇ ਲੈਵਲ ਤੇ ਕੰਮ ਕਰੋ, ਚੰਗੇ ਆਰਟੀਕਲ ਲਿਖੋ। ਅਸੀਂ ਬਿਲਕੁਲ ਰਣਜੀਤ ਸਿੰਘ ਬੈਣੀਪਾਲ ਜੀ ਦੇ ਸੁਝਾਅ ਦੇ ਨਾਲ ਸਹਿਮਤ ਹੈ। ਸੋਹਣ ਸਿੰਘ ਮਾਹਲ ਜਿਹੜੇ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ ਫੇਸਬੁੱਕ ਤੇ, ਉਹਨਾਂ ਦਾ ਵੀ ਸ਼ੁਕਰੀਆ। ਕੈਕ ਜਿਲ, ਹਰਮਿੰਦਰ ਸਿੰਘ ਔਰ ਪੰਜਾਬ ਟਾਈਮਸ ਕਾਇੰਡ ਨੇ ਲਿਖਿਆ ਕਿ ਅੱਜ ਫਤਿਹਗੜ੍ਹ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੇ ਜੈਕਾਰੇ ਲਵਾਏ ਸਟੇਜ ਤੋਂ, ਤੇ ਸਾਰੇ ਸਿੱਖ ਮੰਗਦੇ ਨੇ ਆਜ਼ਾਦੀ। ਉਹ ਆਜ਼ਾਦੀ ਸਭ ਤੋਂ ਵਧੀਆ ਐਗਜ਼ੈਂਪਲ ਹੈ ਸਿੱਖਾਂ ਨੂੰ ਆਜ਼ਾਦੀ ਕਿਵੇਂ ਪ੍ਰਾਪਤ ਹੋਏ। ਠੀਕ ਕਿਹਾ ਪੰਜਾਬ ਟਾਈਮਸ ਨੇ, ਔਰ ਅਸੀਂ ਇਸ ਗੱਲ ਦਾ ਫਖਰ ਲੈਂਦੇ ਹਾਂ ਕਿ ਸਾਡੀ TV 84 ਦੀ ਟੀਮ ਨੇ ਫਤਿਹਗੜ੍ਹ ਸਾਹਿਬ, ਜਿੱਥੇ ਕਿ ਉਹ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਮਨਾਉਂਦੇ ਨੇ। ਹਾਲਾਂ ਅਸਲ 'ਚ ਉਹਨਾਂ ਦਾ ਜਨਮ ਦਿਨ ਸੰਤ ਪਿੰਡਾਂ ਵਾਲਿਆਂ ਦਾ 2 ਜੂਨ ਦਾ ਹੈ, ਲੇਕਿਨ ਇੱਕ ਜ਼ਮਾਨਾ ਸੀ ਕਿ ਜਿਹੜੇ ਸੰਸਥਾ ਦੇ ਆਗੂ ਸੀ ਉਹ ਸੰਤਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਸੀ। ਸੋ ਮਾਨ ਸਾਹਿਬ ਦਾ ਇਹ ਖਿਆਲ ਸੀ ਕਿ ਭਾਈ ਸੰਤਾਂ ਦੀ ਸੋਚ ਜਿਉਂਦੀ ਰਹਿਣੀ ਚਾਹੀਦੀ ਹੈ। ਸੋ ਉਹਨਾਂ ਨੇ ਜਨਮ ਦਿਨ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਕੀਤਾ, ਕਿਉਂਕਿ ਜੂਨ 2 ਨੂੰ ਕੁਦਰਤੀ ਘੱਲੂਘਾਰਾ ਹਫ਼ਤਾ ਹੁੰਦਾ ਹੈ। ਸੋ ਉਹਨਾਂ ਨੇ ਡਿਫਰੈਂਟ ਡੇਟ ਚੁਣੀ। ਸੋ ਹੁਣ ਲਗਭਗ ਉਹੀ ਦਿਨ ਉਹ ਮਨਾਉਂਦੇ ਨੇ, ਔਰ ਬੜੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਮਨੋਜ ਸਿੰਘ ਦੂਹਨ ਜਿਹੜੇ ਜਾਟ ਸਿੰਘ ਸਜੇ ਨੇ ਔਰ ਬੜੀ ਦਲੇਰੀ ਨਾਲ ਉਹ ਹਿੰਦੂਤਵਾ ਨੂੰ ਐਕਸਪੋਜ਼ ਕਰਦੇ ਨੇ, ਉਹਨਾਂ ਨੂੰ ਵੀ ਆਨਰ ਕੀਤਾ ਗਿਆ। ਔਰ ਹਰ ਸਾਲ ਪਿਛਲੇ ਸਾਲ ਨਾਲੋਂ ਵੱਡਾ ਇਕੱਠ ਹੁੰਦਾ ਹੈ। ਔਰ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਜਿਹੜੇ ਸਾਡੇ ਵੀਰ ਭੈਣਾਂ ਦੇਖਣਾ ਚਾਹਣ ਉਹ ਜਾ ਕੇ TV 84 ਦੇ ਫੇਸਬੁੱਕ ਜਾਂ YouTube ਦੇ ਉੱਤੇ ਦੇਖ ਸਕਦੇ ਜਿਹੜਾ ਉਸ ਪ੍ਰੋਗਰਾਮ ਨੂੰ ਦੇਖ ਸਕਦੇ ਨੇ। ਅੱਛਾ, ਸਾਡੇ ਵੀਰ ਜਵਾਰ ਸ਼ਾਹ, ਮੈਂ ਬਹੁਤ ਵਾਰ ਅੱਜ ਵੀ ਕਿਸੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਅਸੀਂ ਜਿਹੜੇ ਬਹੁਤ ਸਾਰੇ ਈਵਨ ਅੱਧੇ ਘੰਟੇ ਦਾ ਪ੍ਰੋਗਰਾਮ ਵੀ ਕਰਦੇ ਨੇ TV ਚੈਨਲਾਂ ਤੇ, ਦੁਨੀਆ ਦੇ ਮੈਂ ਗਲੋਬਲ ਗੱਲ ਕਰਦਾ, ਉਹਨਾਂ ਦੇ ਕੋਲ ਕਿੰਨੇ ਰਿਸਰਚਰ ਹੁੰਦੇ ਨੇ, ਉਹਨਾਂ ਦੇ ਕੋਲ ਰੈਡੀਮੇਡ ਇਨਫੋਰਮੇਸ਼ਨ, ਔਰ ਉਹ ਤਾਂ ਬਹੁਤ ਵਾਰੀ ਟਾਈਪਡ ਵਰਸ਼ਨ ਉਹ ਤਾਂ ਪੜ੍ਹ ਰਹੇ ਹੁੰਦੇ ਨੇ।
ਤੇ ਮੈਂ ਕਿਹਾ ਵੀ ਜੇ ਅਸੀਂ ਰੋਜ਼ਾਨਾ 1.5 ਘੰਟੇ ਦਾ ਪ੍ਰੋਗਰਾਮ ਕਰਨਾ ਹੈ ਔਰ ਸਾਡੀ ਇਹ ਚਾਹਨਾ ਹੁੰਦੀ ਹੈ ਕਿ ਬੈਸਟ ਆਫ ਦਾ ਵਰਲਡ ਦਿੱਤਾ ਜਾਏ, ਤੇ ਇਹ ਅਸੀਂ ਤਾਂ ਉਹ ਸਿੰਗਲ ਹੈਂਡਡਲੀ ਜਿਹੜਾ ਉਹ ਜੂਝਣ ਵਾਲੀ ਗੱਲ ਹੈ। ਪਰ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ, ਕੰਟਰੀਬਿਊਟਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਆਪਣੇ ਤੌਰ ਤੇ ਜੋ ਰਿਸਰਚ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਜੋ ਸਟੋਰੀ ਲੱਗਦੀ ਹੈ ਕਿ ਭਾਈ ਇਹ ਸੱਚੋ ਸੱਚ ਦੇ ਮਿਆਰ ਦੀ ਆ, ਉਹ ਸਾਨੂੰ ਭੇਜ ਦਿੰਦੇ ਨੇ। ਉਹਨਾਂ ਚੋਂ ਵੀ ਅਸੀਂ ਅੱਗੋਂ ਸਿਲੈਕਟ ਕਰਦੇ ਹਾਂ। ਔਰ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਸਾਡੇ ਬਹੁਤ ਹੀ ਹਿਤੈਸ਼ੀ ਨੇ, ਜਿਸ ਕਿਸਮ ਦੇ ਅਲਫਾਜ਼ ਉਹ ਇਸਤੇਮਾਲ ਕਰਦੇ ਨੇ, ਬਹੁਤ ਵਾਰ ਮੈਂ ਥੱਲੇ ਮੇਰੇ ਮਨ ਦੀਆਂ ਨਜ਼ਰਾਂ ਹੋ ਜਾਂਦੀਆਂ ਨੇ ਕਿ ਵੀ ਜਿਹੜੇ ਖੁਦ ਇਸ ਲੈਵਲ ਦੇ ਇੱਕ ਬ੍ਰਾਈਟ ਇੰਟੈਲੈਕਚੁਅਲ, ਇਮਾਨਦਾਰ, ਸਟ੍ਰੇਟ ਥਿੰਕਿੰਗ, ਔਰ ਉਹਨਾਂ ਦੀ ਅੱਜ ਕੱਲ੍ਹ ਬਹੁਤ ਹੈਲਪ ਹੁੰਦੀ ਹੈ। ਉਹ ਬਹੁਤ ਸਾਰੀਆਂ ਜਿਹੜੀਆਂ ਸਟੋਰੀਜ਼ ਨੇ ਰੈਲੇਵੈਂਟ, ਹਾਲਾਂਕਿ ਬਹੁਤ ਵਾਰ ਉਹ YouTube ਤੇ ਹੁੰਦੀਆਂ, ਹਰ ਇੱਕ ਨੂੰ ਦੇਖਣ ਦਾ ਮੌਕਾ ਨਹੀਂ ਬਣਦਾ, ਲੇਕਿਨ ਪ੍ਰਿੰਟ ਵਾਲੀ ਤਾਂ ਜ਼ਰੂਰ ਉਹ ਮੇਰੇ ਲਈ ਇਮੀਡੀਏਟ ਜੀ ਹੁੰਦੀ ਹੈ ਕਿ ਵੀ ਮੈਂ ਦੇਖ ਲਾਂ YouTube ਵਾਲੀਆਂ ਜਦੋਂ ਵਕਤ ਹੁੰਦਾ। ਸੋ ਉਹਨਾਂ ਨੇ ਪਿਛਲੇ ਦਿਨਾਂ 'ਚ ਸਾਨੂੰ ਲਿਖਿਆ ਸੀ ਉਹਨਾਂ ਦਾ ਕਿ ਅਮਰੀਕਾ ਹੈਜ਼ ਬੀਨ ਦਾ ਚੈਂਪੀਅਨ ਆਫ ਫਰੀडम ਐਂਡ ਡੈਮੋਕ੍ਰੇਸੀ ਇਨ ਦਾ ਵਰਲਡ, ਕਿ ਭਾਈ ਇਹ ਅਮਰੀਕਾ ਜਿਹੜਾ ਇੱਕ ਇੰਨਾ ਮਹਾਨ ਨੇਸ਼ਨ ਅੱਜ ਕਿੱਥੇ ਗਿਆ ਹੈ। ਔਰ ਮੈਂ ਉਹਨਾਂ ਦੀ ਲਿਖਤ ਬਿਨਾਂ ਜ਼ਿਆਦਾ ਕਾਮੈਂਟ ਤੋਂ, ਕਿਉਂਕਿ ਉਹ ਆਪਣੇ ਆਪ 'ਚ ਹੀ ਸੈਲਫ ਐਕਸਪਲੇਨੇਟਰੀ ਹੁੰਦੀ ਹੈ, ਔਰ ਮੈਂ ਘੜੀ ਵੱਲ ਵੀ ਦੇਖ ਰਿਹਾ। ਅਮਰੀਕਾ ਇਜ਼ ਅ ਗ੍ਰੇਟ ਨੇਸ਼ਨ, the flag bearer of justice and truth, champion of human rights and democracy, the land of the brave and free, beacon of hope and freedom in the world. Yet, in recent years, America's fall from grace has been shocking and ignoble. American leaders have pursued two-faced foreign policy. They have often lied, they have been dishonest, and have propagated fake news, falsehood and propaganda that is immoral if not criminal, since that affects the whole world. कि अमेरिका एक बहुत महान मुल्क है, झंडा बरदार, न्याय, अदल और सच दा, ह्यूमन राइट्स दा चैंपियन, जमहूरीयत, लोकतंत्र दा चैंपियन, बहादुर लोकां दा मुल्क, और ये एक आस दी किरण, आस दी लालटेन दुनिया भर दे विच जिहड़े फ्रीडम दे लई जूझदे ने। पर ਹੁਣ ਵਾਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਆਪਣੇ ਰੁਤਬੇ ਤੋਂ ਥੱਲੇ ਡਿੱਗਿਆ ਹੈ, ਜਿਹੜਾ ਇੱਕ ਬੜਾ ਧੱਕਾ ਲੱਗਣ ਵਾਲਾ ਜਿਹੜਾ ਇਹਨਾਂ ਦਾ ਇਹ ਐਕਸ਼ਨ ਹੈ। ਔਰ ਅਮਰੀਕਾ ਦੇ ਜਿਹੜੇ ਲੀਡਰ ਨੇ ਉਹ ਦੋ ਮੂੰਹੇ ਹੋਏ ਨੇ। ਇੱਕ ਪਾਸੇ ਉਹ ਪੂਰੀ ਤਰ੍ਹਾਂ ਝੂਠ ਬੋਲਦੇ ਨੇ, ਬੇਈਮਾਨ ਦੇ ਹੋਏ ਨੇ, ਔਰ ਝੂਠੀਆਂ ਖਬਰਾਂ ਨੂੰ, ਝੂਠ ਨੂੰ ਪਰੋਸਦੇ ਨੇ ਔਰ ਉਹਨੂੰ ਇੱਕ ਪ੍ਰੋਪੇਗੈਂਡੇ 'ਚ ਕਨਵਰਟ ਕਰਕੇ। ਇਵੇਂ ਕਰਨਾ ਇਹ ਸਿਰਫ ਬੇਖਲਾਕ ਹੋਣਾ ਹੀ ਨਹੀਂ ਹੈ, ਇਹ ਇੱਕ ਅਪਰਾਧਕ ਜੁਰਮ ਵਾਲਾ ਕੰਮ ਹੈ। ਔਰ ਕਿਉਂਕਿ ਇਸ ਦੇ ਨਾਲ ਸਾਰਾ ਸੰਸਾਰ ਪ੍ਰਭਾਵਿਤ ਹੁੰਦਾ ਹੈ। President George Bush declared Iraq was going to use weapons of mass destruction despite CIA's assessment to the contrary. He ignored the truth to unleash devastating war on Iraq. Afghanistan's Taliban had given refuge to OBL, Osama bin Laden, but were willing to hand him over to the third country for trial for his crimes. US refused. Instead launched the devastating 20-year war, longest and costliest in US history. Over 1 million people were killed and millions more injured in Iraq and Afghan wars. Horrific war crimes. ਇਹ ਇਹਨਾਂ ਨੇ 2003 ਦੀ ਜੰਗ ਦੀ ਗੱਲ ਕੀਤੀ। ਜੂਨੀਅਰ ਬੁਸ਼ ਸੀ ਜਦੋਂ ਇਰਾਕ ਦੇ ਉੱਤੇ ਹੱਲਾ ਬੋਲਿਆ, ਇਹ ਕਹਿ ਕੇ ਕਿ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ। ਔਰ ਈਵਨ ਹਾਲਾਂ ਜਿਹੜਾ ਜੂਨੀਅਰ ਬੁਸ਼ ਦਾ ਉਸ ਵੇਲੇ ਸੈਕਟਰੀ ਆਫ ਸਟੇਟ ਸੀ, ਜਨਰਲ ਕੋਲਿਨ ਪਾਵਲ, ਪਹਿਲੀ ਵਾਰ ਸੀ ਕਿ ਕੋਈ ਕਾਲਾ ਇਸ ਲੈਵਲ ਦੇ ਅਹੁਦੇ ਤੇ ਪਹੁੰਚਿਆ। ਉਹਦੇ ਤੋਂ ਝੂਠ ਬੁਲਵਾਇਆ ਕਿਉਂਕਿ UN 'ਚ ਜਾ ਕੇ ਜਦੋਂ ਸਿਕਿਉਰਿਟੀ ਕੌਂਸਲ 'ਚੋਂ ਮਨਜ਼ੂਰੀ ਲੈਣਾ ਚਾਹੁੰਦੇ ਸੀ, ਹਾਲਾਂ ਇਰਾਕ ਵਾਰ ਨੂੰ UN ਸਿਕਿਉਰਿਟੀ ਕੌਂਸਲ ਨੇ ਅਪਰੂਵ ਨਹੀਂ ਸੀ ਕੀਤਾ, ਉਹਦੇ 'ਚ ਬਿਲਕੁਲ ਫੇਕ ਐਵੀਡੈਂਸ ਤਿਆਰ ਕੀਤੀ ਗਈ। ਔਰ ਮੈਂ ਉਹਨਾਂ ਦਿਨਾਂ 'ਚ ਵਾਸ਼ਿੰਗਟਨ DC ਹੁੰਦਿਆਂ ਨੈਸ਼ਨਲ ਪ੍ਰੈਸ ਕਲੱਬ 'ਚ ਇੱਕ ਅਮਰੀਕਨ ਜਰਨਲਿਸਟ ਨਾਲ ਗੱਲ ਹੋਈ। ਮੈਂ ਕਿਹਾ ਜੀ ਅਮਰੀਕਾ ਅਟੈਕ ਹੀ ਇਸ ਲਈ ਕਰ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਕੁਝ ਨਹੀਂ ਹੈ। ਉਹ ਕਹਿੰਦਾ ਜੀ ਕਿਵੇਂ? ਮੈਂ ਕਿਹਾ ਜੇ ਉਹਨਾਂ ਨੂੰ ਪਤਾ ਹੋਏ, ਜੇ ਉਹਨਾਂ ਦੇ ਕੋਲ ਕਨਫਰਮ ਹੁੰਦਾ ਕਿ ਵੀ ਉਹਨਾਂ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ,
would they have put our kids in the harm's way ਕਿ ਵੀ ਉਹਨਾਂ ਨੇ ਉੱਥੇ ਕਰਨਾ ਸੀ? ਦਾ ਮਤਲਬ ਇਹ ਆਪਣੇ ਆਪ 'ਚ ਹੀ ਸਬੂਤ ਸੀ ਜਦੋਂ ਇਹਨਾਂ ਨੇ ਜਿਹੜਾ ਉਹ ਬਗਦਾਦ ਵੱਲ ਕੂਚ ਕੀਤਾ, ਇਹਨਾਂ ਨੂੰ ਬਿਲਕੁਲ ਪਤਾ ਸੀ ਵੀ ਕੁਝ ਨਹੀਂ ਹੈ। ਔਰ ਇਹੀ ਯਵਾਰ ਸ਼ਾਹ ਸਾਹਿਬ ਨੇ ਕਿਹਾ ਕਿ ਭਾਈ ਉਹਨਾਂ ਨੇ ਕਿਵੇਂ ਫਿਰ ਉਹਨਾਂ ਨੇ ਈਵਨ ਇਹ ਜਿਹੜਾ ਫੈਕਟ ਮੈਨੂੰ ਨਹੀਂ ਪਤਾ ਕਿ ਵੀ ਤਾਲਿਬਾਨ ਨੇ ਇਹ ਆਫਰ ਕੀਤਾ ਜਿਵੇਂ ਇਹਨਾਂ ਨੇ ਕਿਹਾ ਕਿ ਥਰਡ ਕੰਟਰੀ 'ਚ ਉਹਦਾ ਟਰਾਇਲ ਹੋ ਜਾਏ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਅਮਰੀਕਾ ਨੇ ਜਿਵੇਂ 20 ਸਾਲ ਉੱਥੇ ਰਹਿ ਕੇ ਤਬਾਹੀ ਮਚਾਈ, ਔਰ ਖਾਸ ਤੌਰ ਤੇ ਜੇ ਇਹ ਵੀ ਟਾਰਗੇਟ ਹੋਏ ਕਿ ਉਸਾਮਾ ਬਿਨ ਲੈਡਨ ਨੂੰ ਜਿਹੜਾ ਕਰਨਾ ਹੈ, ਉਹ ਜਦੋਂ ਉਹਦਾ ਕੰਮ ਹੋ ਗਿਆ ਫਿਰ ਉੱਥੇ ਕਿਉਂ ਬੈਠੇ ਸੀ? ਕਿੰਨੇ ਸਾਲ ਹੋਰ ਉਹਨਾਂ ਨੇ, ਔਰ ਓਵਰ ਮਿਲੀਅਨ ਲੋਕ ਜਿਹੜੇ ਨੇ ਉਹ ਸਾਰੇ ਇਰਾਕ ਹੋਏ, ਅਫਗਾਨ ਵਾਰਸ ਹੋਏ, ਔਰ ਜਿਹੜੇ ਵੂਨਡਡ ਹੁੰਦੇ ਨੇ ਜਾਂ ਦੂਜੇ ਆਪਣੇ ਵੀ ਜੇ ਤੁਸੀਂ ਫੌਜੀ ਅਮਰੀਕਾ ਦੇ ਮਰਵਾਏ ਨੇ, ਇਹਦੇ ਬਾਵਜੂਦ ਕਿ ਤੁਹਾਨੂੰ ਪਤਾ ਸੀ ਉੱਥੇ ਕੁਝ ਨਹੀਂ, ਇਹ ਵੀ ਆਪਣੇ ਆਪ 'ਚ ਵਿਦਨ ਕੰਟਰੀ ਇਹ ਵਾਰ ਕ੍ਰਾਈਮ ਦੀ ਕੈਟਾਗਰੀ 'ਚ ਆ ਜਾਂਦਾ। ਆਫਟਰ ਰਸ਼ੀਆ ਅਟੈਕਡ ਯੂਕਰੇਨ, US and NATO rushed to provide Ukraine with massive military weapons. The US passed CAATSA law prohibiting any country buying Russian weapons. Turkey bought S-400 missile system from Russia, was slapped with sanctions, even though its NATO member India, though it's a NATO member, कि भाई इधे बावजूद कि टर्की ਜਿਹੜਾ कि NATO ਮੈਂਬਰ ਹੈ, ਜੇ ਉਹਨੇ S-400 ਮਿਸਲ ਡਿਫੈਂਸ ਸਿਸਟਮ ਲਿਆ ਰਸ਼ੀਆ ਤੋਂ, ਉਹਦੇ ਤੇ ਸੈਂਕਸ਼ਨਸ ਲੱਗ ਗਏ, ਇਹਦੇ ਬਾਵਜੂਦ ਕਿ ਉਹ NATO ਮੈਂਬਰ ਹੈ, ਲੇਕਿਨ India bought the same S-400, was not slapped with sanctions. India did not condemn Russian aggressive instead bought Russian oil against US policy and laws. Ukraine condemned India's duplicity and treachery. ਉਹਨਾਂ ਨੇ ਕੰਪੇਅਰ ਕੀਤਾ ਕਿ ਟਰਕੀ ਨੇ S-400 ਖਰੀਦੇ, ਭਾਵੇਂ ਉਹ NATO ਮੈਂਬਰ ਹੈ, ਉਸਦੇ ਸੈਂਕਸ਼ਨਸ ਲੱਗ ਗਈਆਂ। ਅੱਛਾ, ਇੰਡੀਆ ਜਿਹਨੇ ਰਸ਼ੀਆ ਦਾ ਹਮਲਾ ਵੀ ਕੰਡੈਮ ਨਹੀਂ ਕੀਤਾ ਔਰ 33 ਗੁਣਾ ਜ਼ਿਆਦਾ ਤੇਲ ਲੈ ਰਿਹਾ, ਉਸ ਦੇ ਉੱਤੇ ਕੋਈ ਸੈਂਕਸ਼ਨਸ ਨਹੀਂ ਲਾਈਆਂ ਗਈਆਂ, ਔਰ ਇਹ ਇਸ ਤੋਂ ਵੱਡੀ ਡੁਪਲੀਸਿਟੀ ਔਰ ਜਿਹੜੀ ਟ੍ਰੈਚਰੀ ਹੈ ਉਹ ਜਿਹੜੀ ਇੰਡੀਆ ਨੇ ਕਮਿਟ ਕੀਤੀ, ਹੋਰ ਕੀ ਹੋ ਸਕਦੀ ਹੈ? ending paragraph hai. President Biden is old, perhaps losing cognitive skills, but he is certainly not blind to see India's violation of US laws. कि Biden भावें बुजुर्ग ने और cognitive ਜਿਹੜਾ यादगारी ਚੀਜ਼ਾਂ ਦੀ ਸਮੱਸਿਆ ਵੀ ਹੋ ਸਕਦੀ ਹੈ, ਪਰ ਅੱਖਾਂ ਦਾ ਕੰਮ ਕਰਦੀਆਂ ਬਈ ਉਹ ਨਜ਼ਰ ਨਹੀਂ ਆ ਰਿਹਾ ਵੀ ਇੰਡੀਆ ਕਿਵੇਂ ਅਮਰੀਕਨ ਲਾਅ ਜਿਹੜੇ ਨੇ ਉਹਨਾਂ ਨੂੰ ਵਾਇਲੇਟ ਕਰ ਰਿਹਾ। Surely he knows Narendra Modi's hands drip with blood as thousands were slaughtered in Gujarat. Modi's reign of terror in Kashmir with torture, killings. Modi abrogated Article 370 in violation of UN resolution. Modi's brutal persecution of minorities. ਉਹਨਾਂ ਨੇ ਕਿਹਾ ਵੀ ਉਹ ਅੰਨਾ ਤਾਂ ਨਹੀਂ ਹੈ ਬਾਈਡਨ ਕਿ ਉਹਨੂੰ ਨਜ਼ਰ ਨਹੀਂ ਆਉਂਦਾ ਕਿ ਉਹਦੇ ਹੱਥਾਂ 'ਚੋਂ ਖੂਨ ਚੋ ਰਿਹਾ ਜੋ ਉਹਨੇ ਗੁਜਰਾਤ ਦੇ ਵਿੱਚ ਕੀਤਾ, ਜੋ ਉਹਨੇ ਇੱਕ ਖੌਫ ਦੀ ਪੂਰਾ ਜਿਹੜਾ ਉਹ ਬੋਲਬਾਲਾ ਕਸ਼ਮੀਰ ਦੇ ਵਿੱਚ ਕੀਤਾ ਹੋਇਆ, ਜਿੱਥੇ ਕਿ ਟਾਰਚਰ ਕਿਲਿੰਗ ਚੱਲ ਰਹੀਆਂ ਨੇ। ਆਰਟੀਕਲ 370 ਉਹਨੇ ਐਬਰੋਗੇਟ ਕੀਤਾ ਹੈ, UN ਦਾ ਰੈਜ਼ੋਲੂਸ਼ਨ ਨੂੰ ਜਿਹੜਾ ਵਾਇਲੇਟ ਕਰਕੇ, ਔਰ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਚੱਲ ਰਹੀ ਹੈ। BBC's ਡੈਮਿੰਗ ਰਿਪੋਰਟ ਔਨ ਮੋਦੀ, ਹੁਣ ਉਹਨੂੰ ਕਿਹੜਾ ਨਜ਼ਰ ਨਹੀਂ ਆਉਂਦਾ ਕਿ BBC ਨੇ ਜੇ ਮੋਦੀ ਕੁਐਸਚਨ ਦੇ ਥੱਲੇ ਦਿੱਤਾ ਤੇ ਸੱਚ ਨੂੰ ਜ਼ਾਹਰ ਕੀਤਾ। Thou State Department's Ned Price lied that he was not aware. America must regain its moral leadership. कि भाई इवन वो जड़ा नेड प्राइस स्पोक्समैन से उन्हें कहा मैं देखी नहीं फिल्म, और युवार शाह साहब का कहना है और बिल्कुल ठीक कहना है कि ਜਿਹੜੀ ਇਖਲਾਕੀ ਉਚਿਆਣ ਦੀ ਲੀਡਰਸ਼ਿਪ ਅਮਰੀਕਾ ਨੇ ਜਿਹੜਾ ਰੁਤਬਾ ਗਵਾਇਆ ਉਹਨੂੰ ਇਹ ਵਾਪਸ ਹਾਸਲ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 Again 410 204 2084। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਪੁਲਿਸ ਨੇ ਹਾਈਵੇ ਤੇ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਦੇ ਲੰਗਰ ਘਰ ਨੂੰ ਤੋੜ ਦਿੱਤਾ ਹੈ। ਇਸ ਲੰਗਰ ਘਰ ਵਿੱਚ ਕਰੋਨਾ ਕਾਲ ਦੀ ਤਾਲਾਬੰਦੀ ਦੌਰਾਨ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਗਿਆ ਸੀ। ਸੋ ਜਿਸ ਦੀ ਕਵਰੇਜ ਇੰਟਰਨੈਸ਼ਨਲ ਮੀਡੀਆ ਤੇ ਵੀ ਹੋਈ ਸੀ। ਸੋ ਕੌਣ ਕਹਿੰਦਾ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਨਹੀਂ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਈ ਗੁਰਦਾਸ ਜੀ ਦੀ ਇਹ ਵਾਰ ਅਕਸਰ ਸਾਡੇ ਕੀਰਤਨੀ ਸਿੰਘ ਗਾਇਨ ਕਰਦੇ ਨੇ ਅੱਛਾ ਕਿ ਕੁੱਤਾ ਰਾਜ ਬਹਾਲੀ ਹੈ, ਮੁੜ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ, ਵਿਓ ਮੋਹੋਂ ਸੁੱਟੈ। ਕਿ ਕੁੱਤੇ ਨੂੰ ਤੁਸੀਂ ਰਾਜ ਤੇ ਬਿਠਾ ਦਿਓ, ਉਸਨੇ ਅਖੀਰ ਚੱਕੀ ਜਾ ਕੇ ਚੱਟਣੀ ਹੈ। ਬਿਲਕੁਲ। ਔਰ ਸੱਪ ਨੂੰ ਭਾਵੇਂ ਤੁਸੀਂ ਦੁੱਧ ਪਿਆਓ, ਹਾਲਾਂ ਸੱਪ ਦੁੱਧ ਪੀਂਦਾ ਨਹੀਂ, ਇੱਕ ਅਖਾਣੀ ਹੈ, ਪਰ ਉਸ ਦੇ ਮੂੰਹ ਚੋਂ ਜ਼ਹਿਰ ਹੀ ਨਿਕਲਣਾ। ਅੱਛਾ। ਕੋਵਿਡ-19 ਦੇ ਚੱਲਦਿਆਂ ਜਿਹੜੀ ਖਿਦਮਤ ਸਿੱਖ ਕੌਮ ਨੇ ਦੁਨੀਆ ਭਰ ਦੇ ਵਿੱਚ ਇਨਸਾਨੀਅਤ ਦੇ ਲਈ ਕੀਤੀ, ਉਹਦੀ ਬਾਹਰਲੇ ਮੁਲਕਾਂ ਚੋਂ ਭਰਪੂਰ ਰੈਕਗਨੀਸ਼ਨ ਨਿਕਲੀ। ਜਦੋਂ ਅਸੀਂ ਮਾਣ ਨਾਲ ਇਹ ਕਹਿੰਦੇ ਹਾਂ ਕਿ ਫੋਲੋਇੰਗ ਸਾਲ ਜਿਹੜਾ ਵਰਾ ਬੀਤਿਆ, ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ, ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸਿੱਖ ਕੌਮ ਨੂੰ ਵਧਾਈ ਦਿੱਤੀ ਖਾਲਸਾ ਸਾਜਨਾ ਦੀ, ਸ਼ੁਕਰੀਆ ਕੀਤਾ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਤਾਂ ਪਰਸਨਲ ਮੈਸੇਜ ਸੀ। ਹੁਣ ਭਾਰਤ ਭਰ ਦੇ ਵਿੱਚ ਦਿੱਲੀ ਤੋਂ ਲੈ ਕੇ ਕੇਰਲਾ ਤੱਕ ਜਿਹੜੇ ਸਾਡੇ ਗੁਰਦੁਆਰੇ ਸੀ, ਉਹ ਹੈਲਪਿੰਗ ਸੈਂਟਰ ਬਣੇ। ਪਹਿਲੀ ਵਾਰ ਡਿਕਸ਼ਨਰੀਆਂ 'ਚ ਆਕਸੀਜਨ ਲੰਗਰ ਲਫ਼ਜ਼ ਵੀ ਆਇਆ ਕਿ ਆਕਸੀਜਨ ਖਰੀਦ ਕੇ, ਜਿੱਥੇ ਉਹ ਬੰਦ ਕਰਕੇ ਉਹਨਾਂ ਦੇ ਪ੍ਰਾਈਵੇਟ ਹਸਪਤਾਲ ਸਰਕਾਰੀ ਦੌੜ ਰਹੇ ਸੀ, ਔਰ ਜਿਨ੍ਹਾਂ ਨੂੰ ਸਡਨ ਲਾਕਡਾਊਨ ਦੇ ਨਾਲ ਲੱਖਾਂ ਜਿਹੜੇ ਵਿਚਾਰੇ ਗਰੀਬ ਮਜ਼ਦੂਰ ਯੂਪੀ, ਬਿਹਾਰ, ਮੱਧ ਪ੍ਰਦੇਸ਼, ਜਿਹੜੇ ਵੱਡੇ ਸ਼ਹਿਰਾਂ 'ਚ, ਮੈਟਰੋਪੋਲੀਟਨ ਸਿਟੀ 'ਚ ਉਹ ਰਾਜ ਸਟਕ ਹੋਏ। ਉਹ ਰਾਜ ਕਿੱਥੇ ਜਾਂਦੇ ਸੀ? ਗੁਰਦੁਆਰਾ। ਤੇ ਨਹੀਂ ਵੀ ਇਹ ਸਿੱਖ ਜਿਹੜੇ ਨੇੜਲੇ ਲਾਗਲੇ ਟਾਊਨਸ ਦੂਜਿਆਂ ਸੀ, ਉਹ ਉੱਥੋਂ ਤਿਆਰ ਕਰਕੇ ਸੜਕਾਂ ਤੇ ਆ ਕੇ ਪ੍ਰਸ਼ਾਦਿਆਂ 'ਚ ਦਾਲ ਹੈ, ਸੁੱਕੀ ਆਲੂਆਂ ਦੀ ਸਬਜ਼ੀ ਹੈ, ਉਹ ਉਹਨਾਂ ਨੂੰ ਸਰਵ ਕਰ ਰਹੇ ਸੀ। ਹੁਣ ਉਸ ਪੀਰੀਅਡ 'ਚ ਇੱਕ ਨਾ ਜਿਹੜਾ ਗੁਰਦੁਆਰਾ ਸਾਹਿਬ ਤਾਂ ਸ਼ਾਇਦ ਇੰਨਾ ਪਪੂਲਰ ਨਾ ਹੋਏ, ਹਾਲਾਂਕਿ ਹਿਸਟੋਰੀਕਲ ਗੁਰਦੁਆਰਾ ਭਾਗਵਤ ਸਾਹਿਬ ਹੈ। ਇਹ NH7 ਜਿਹੜਾ ਮਹਾਰਾਸ਼ਟਰ ਦੇ ਯਵਤਮਾਲ ਨੈਸ਼ਨਲ ਹਾਈਵੇ ਤੇ ਹੈ। ਪਰ ਕਰਨੈਲ ਸਿੰਘ ਖਹਿਰਾ ਜਿਹੜੇ ਲਗਭਗ 84 ਸਾਲ ਦੇ ਬਜ਼ੁਰਗ ਨੇ, ਉਹਨਾਂ ਦੇ ਇੰਟਰਵਿਊ ਮੈਂ ਉਸ ਪੀਰੀਅਡ 'ਚ ਬਾਅਦ ਜਦੋਂ ਇਹ ਕਿ ਵੀ ਰੋਜ਼ਾਨਾ ਹਜ਼ਾਰਾਂ ਲੋਕ ਹਾਈਵੇ ਤੇ ਜਿਹੜੇ ਕੋਈ ਮਜ਼ਦੂਰ ਕੋ ਜਿਹੜੇ ਮਹਾਰਾਸ਼ਟਰ ਬੰਬੇ ਤੋਂ ਵਾਪਸ ਜਾ ਰਹੇ ਨੇ, ਆਦੀਵਾਸੀ ਦੂਜੇ ਤੀਜੇ, ਉਹਨਾਂ ਨੂੰ, ਔਰ ਉਹਨਾਂ ਦਾ ਜਿਹੜਾ ਕਾਊਂਟ ਹੈ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹ ਸਾਰਾ ਜਿਹੜਾ ਸਾਲ ਡੇਢ ਸਾਲ ਦਾ ਇਹਨਾਂ ਦਾ ਪੀਰੀਅਡ ਸੀ, ਜਿਨ੍ਹਾਂ 'ਚ ਪ੍ਰਵਾਸੀ ਮਜ਼ਦੂਰ, ਜ਼ਰੂਰਤਮੰਦ ਲੋਕ, ਆਦੀਵਾਸੀ, ਗਰੀਬ, ਉਹਨਾਂ ਨੂੰ ਉਹਨਾਂ ਨੇ ਫੂਡ ਪ੍ਰੋਵਾਈਡ ਕੀਤਾ। ਔਰ ਉਹਨਾਂ ਨੂੰ ਪੁੱਛ ਰਹੇ ਨੇ, ਔਰ ਕਿ ਵੀ ਉਹਨਾਂ ਨੇ ਕਿਹਾ ਜੀ ਬਾਬਾ ਨਾਨਕ ਕੀ ਜਾਣਦਾ, ਕਿੱਥੋਂ ਇਹ ਆ ਰਿਹਾ, ਕੀ ਹੈ? ਉਹਨਾਂ ਨੇ ਉਹ ਦਿਖਾਇਆ ਵੀ, ਔਰ ਇਹ 300 ਸਕੁਅਰ ਫੁੱਟ ਦੇ ਵਿੱਚ ਉਹਨਾਂ ਦਾ ਵੱਡਾ, ਔਰ ਲਾਈਨਾਂ ਲੱਗੀਆਂ ਹੋਈਆਂ ਨੇ। ਹੁਣ ਜੇ ਤੁਸੀਂ 20 ਲੱਖ ਲੋਕਾਂ ਨੂੰ ਫੂਡ ਪ੍ਰੋਵਾਈਡ ਕਰਨ ਦੀ ਗੱਲ ਕਰਦੇ ਹੋ, ਇਹ ਛੋਟਾ ਕੰਮ ਨਹੀਂ ਹੈ, ਜਿਹਦੇ ਸਰਕਾਰਾਂ ਜਿਹਨਾਂ ਕੋਲ ਸਾਧਨ ਨੇ, ਮਹਿਕਮੇ ਨੇ। ਪਰ ਅੱਜ ਅਜੀਤ ਦੇ ਵਿੱਚ ਪ੍ਰੋਮੀਨੈਂਟ ਖਬਰ, ਮਹਾਰਾਸ਼ਟਰ 'ਚ ਤੋੜਿਆ ਬਾਬਾ ਕਰਨੈਲ ਸਿੰਘ ਖਹਿਰਾ ਦਾ ਲੰਗਰ ਘਰ, ਤਾਲਾਬੰਦੀ ਦੌਰਾਨ 20 ਲੱਖ ਪ੍ਰਵਾਸੀਆਂ ਨੂੰ ਖਵਾਇਆ ਸੀ ਭੋਜਨ। ਹੁਣ ਕਿਉਂਕਿ ਹਾਈਵੇ ਤੇ ਜਾਂ ਉਹ ਥਾਂ ਇੰਨੀ ਕੁ ਪਪੂਲਰ ਹੋ ਗਈ, ਇਤਿਹਾਸਕ ਗੁਰਦੁਆਰਾ ਵੀ ਭਾਗਵਤ ਸਾਹਿਬ ਹੈ, ਲੈਂਡ ਮਾਫੀਆ ਆ ਗਿਆ, ਜ਼ਿਮੀਦਾਰ ਨਾਲ ਰਲ ਗਏ, ਪੁਲਿਸ ਨਾਲ ਰਲ ਗਏ, ਔਰ ਇਹ ਉਹਨਾਂ ਨੇ ਬਿਨਾਂ ਅਜੇ ਕੋਰਟ ਦੇ ਵਿੱਚ ਪਹਿਲਾਂ ਕੇਸ ਕੀਤਾ, ਜੇ ਚੱਲ ਰਿਹਾ ਕੇਸ, ਤੇ ਪੁਲਿਸ ਦੀ ਮਦਦ ਲੈ ਕੇ ਉਹਨਾਂ ਨੇ ਆ ਕੇ
ਇਹ ਜਿਹੜਾ 300 ਸਕੁਅਰ ਫੁੱਟ ਦੇ ਵਿੱਚ ਬਣਿਆ ਲੰਗਰ ਹਾਲ ਔਰ ਦੂਸਰਾ ਸੀ ਸੋ ਸਰ ਉਹ ਬਿਲਕੁਲ ਤੋੜ ਦਿੱਤਾ ਹੈ ਤੇ ਬਾਬਾ ਖਹਿਰਾ ਜੀ ਕਰਨੈਲ ਸਿੰਘ ਖਹਿਰਾ ਸੜਕ ਦੇ ਉੱਤੇ ਬੈਠੇ ਨੇ ਔਰ ਉਹ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬਾਬਾ ਖਹਿਰਾ ਨੇ ਖਬਰ ਏਜੰਸੀ IANS ਕਿਉਂਕਿ IANS ਇਹਨਾਂ ਦੀ ਆਫੀਸ਼ੀਅਲ ਰਾਹ ਦੀ ਏਜੰਸੀ ਹੈ ਉਹਨਾਂ ਨੂੰ ਦੱਸਿਆ ਕਿ ਭੂ ਮਾਫੀਆ ਤੇ ਜ਼ਮੀਨ ਮਾਲਕਾਂ ਨਾਲ ਝਗੜਾ ਹੋਣ ਤੇ ਅਧਿਕਾਰੀਆਂ ਨੇ ਕਰੀਬ 3,300 ਨਹੀਂ ਜੀ 3,000 ਵਰਗ ਫੁੱਟ ਮੈਂ ਗਲਤ ਲਿਖਿਆ 3,000 ਸਕੁਅਰ ਫੁੱਟ ਚ ਬਣੇ ਲੰਗਰ ਘਰ ਨੂੰ ਤੋੜ ਦਿੱਤਾ ਹੈ ਜਿੱਥੇ ਭੁੱਖੇ ਤੇ ਜ਼ਰੂਰਤਮੰਦ ਲੋਕਾਂ ਨੂੰ 24 ਘੰਟੇ ਮੁਫਤ ਖਾਣਾ ਦਿੱਤਾ ਜਾਂਦਾ ਸੀ ਔਰ ਉਹਨਾਂ ਨੇ ਕਿਹਾ ਭਾਵੇਂ ਇਹ ਕੇਸ ਅਜੇ ਅਦਾਲਤ 'ਚ ਹੈ ਪਰ ਫਿਰ ਵੀ ਸਰਕਾਰ ਦੇ ਹੁਕਮ ਤੇ ਐਡਮਿਨਿਸਟ੍ਰੇਸ਼ਨ ਨੇ ਲੰਗਰ ਘਰ ਨੂੰ ਤੋੜ ਦਿੱਤਾ ਹੈ ਔਰ ਇਹ ਜੰਗਲੀ ਇਲਾਕਾ ਹੈ ਕੋਰ ਕਿਉਂਕਿ ਇੱਥੇ ਬਹੁਤ ਸਾਰੇ ਵਿਚਾਰੇ ਟ੍ਰਾਈਬਲਸ ਲਈ ਵੀ ਨਹੀਂ ਹੈ ਹਾਲਾਂਕਿ ਸ਼ਿਵ ਸੈਨਾ ਦਾ ਉਦਵ ਗਰੁੱਪ ਦੇ ਲੀਡਰ ਉਹਨਾਂ ਦੇ ਕੋਲ ਗਏ ਨੇ ਔਰ ਬਾਬਾ ਜੀ ਸੜਕ ਦੇ ਉੱਤੇ ਬੈਠੇ ਹੋਏ ਨੇ ਕਿ ਭਾਈ ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਇਹ ਜਿਹੜਾ ਉਹਨਾਂ ਦੇ ਲਈ ਹੁਣ ਉਹ ਲੋਕ ਮਨਜਿੰਦਰ ਸਿਰਸੇ ਵਰਗੇ ਦਿੱਲੀ 'ਚ ਬੈਠੇ ਜਾਂ ਹੋਰ ਪੰਜਾਬ 'ਚ ਉਹਨਾਂ ਦੇ ਪਿੱਲੇ ਜਿਹੜੇ ਨੇ ਇੱਕ ਕੋਈ ਘਟਨਾ ਕਿਤੇ ਆਬਾਦੀ 'ਚ ਹੋ ਗਈ ਪਾਕਿਸਤਾਨ 'ਚ ਹੋ ਗਈ ਕਿਤੇ ਉਹਨੂੰ ਉਹਨਾਂ ਨੇ ਕਿੰਨਾ ਚੁੱਕਿਆ ਹੁੰਦਾ ਬਾਹਰ ਵੀ ਕੋਈ ਹੇਟ ਕ੍ਰਾਈਮ ਕੋਈ ਕੈਨੇਡਾ 'ਚ ਕਿਸੇ ਨੇ ਖੁਦਕੁਸ਼ੀ ਕਰ ਲਈ ਇਹ ਦੱਸਣ ਲਈ ਬਦਨਾਮ ਕਰਨ ਲਈ ਕਿ ਕੋਈ ਨਹੀਂ ਹੈ ਹੁਣ ਇੰਨੀ ਵੱਡੀ ਘਟਨਾ ਕਿ ਭਾਈ ਜਿਸ ਬੰਦੇ ਨੇ ਜਿਹਦੇ ਐਫਰਟ ਨਾਲ 20 ਲੱਖ ਲੋਕ ਉਸ ਪੀਰੀਅਡ ਔਰ ਕਿੰਨੀਆਂ ਜਾਨਾਂ ਉਹਦੇ ਨਾਲ ਬਚੀਆਂ ਔਰ ਉਹਨਾਂ ਨੂੰ ਤੁਸੀਂ ਕਿਵੇਂ ਡਿਮਨਾਈਜ਼ ਤਾਂ ਕਰਦੇ ਹੀ ਕਰਦੇ ਹੋ ਸਿੱਖਾਂ ਨੂੰ ਉਹ ਜਿਹੜਾ ਗਰੀਬਾਂ ਆਦੀਵਾਸੀਆਂ ਔਰ ਰਾਹਗੀਰਾਂ ਦਾ ਜਿਹੜਾ ਪਾਰਟ ਸੀ ਜਿਹੜਾ ਉਹਨਾਂ ਦਾ ਸਹਾਰਾ ਸੀ ਉਹ ਵੀ ਤੁਸੀਂ ਖੋਹ ਲਿਆ ਔਰ ਮੈਂ ਘੜੀ ਵੱਲ ਦੇਖ ਰਿਹਾ ਮੇਰਾ ਖਿਆਲ ਹੈ ਵੀ ਇੱਥੇ ਨੂੰ ਕਲੋਜ਼ ਕਰ ਦਿੰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV24 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ